ਤੁਸੀਂ ਕੀ ਕਰ ਰਹੇ ਹੋ? ਤੁਹਾਡੀ ਪੁਲਿਸ ਜਿਹੜੀ ਅਵੇਅरनेस कैंपेन करी जाती है, ਤੁਹਾਡਾ काम हैगा। मैंने नशा निवारण बोर्ड की पहली बैठक में जब ये बात करी तो डीजीपी साहब वहाँ से नाराज हो गए पुलिस कि जो हम लोग जो है हमने जो है वो नशा निवारण कमेटियाँ बनाई है थाने लेवल की, है ना, तो हम अवेयरनेस कैंपेन ना करें। मतलब आपको हम कहाँ रोक रहे हैं, लेकिन अवेयरनेस करना आपका काम नहीं है। सॉरी, यू आर एन एम्पावर्ड एजेंसी अंडर द एनडीपीएस एक्ट। आपका काम है इंटेलिजेंस गैदर करना, आपका काम है इन्फोर्समेंट करना, आपका काम है अभियोजन करना, आपका काम है प्रोसिक्यूट करके लोगों को जेल में भेजना, आपका काम है बड़े बड़े नेटवर्क्स को ध्वस्त करना, पकड़ना, ताकि वो नीचे तक ना पहुंचे। अवेयरनेस के लिए सोशल जस्टिस डिपार्टमेंट है, स्पोर्ट्स डिपार्टमेंट है, डिप्टी कमिश्नर है, यूथ वेलफेयर है, अर्बन डेवलपमेंट है, रूरल डेवलपमेंट है, पंचायती राज इंस्टीट्यूशन है, डिपार्टमेंट ऑफ रेवेन्यू है, इतने सारे हैं। ਸਾਡੇ ਇੱਥੇ ਐਸਐਸਪੀ ਕਮਿਸ਼ਨਰ ਚੜੇ ਹੋਏ ਨੇ, ਉੱਥੇ ਸੌਂ ਚੁਕਾ ਰਹੇ ਨੇ। ਆਈ ਐਮ ਸਰਪ੍ਰਾਈਜ਼ ਕਿ ਉਹ ਹਜ਼ਾਰਾਂ ਬੱਚੇ ਨੂੰ ਖੜਾ ਕਰਕੇ ਪੁਲਿਸ ਇਜ਼ ਡੂਇੰਗ ਵਟ ਪ੍ਰੋਬੇਬਲੀ ਦੇ ਫੀਲ ਦੇ ਨੀਡ ਟੂ ਡੂ ਇਟ। ਲੱਗਦਾ ਸਮਾਜ ਦੀ ਚੇਤਨਾ ਸ਼ਾਇਦ ਪੁਲਿਸ ਨਹੀਂ ਲੈ ਕੇ ਆਈ। ਮੇਰਾ ਤੇ ਬੜਾ ਸਾਰਿਆਂ ਨਾਲ ਸਭ ਤੋਂ ਪਹਿਲਾਂ ਰਿਕੁਐਸਟ ਇਹ ਹੈ ਕਿ ਤੁਸੀਂ ਪਹਿਲੇ ਸਾਰੇ ਦਾਰੂ ਪੀਣਾ ਛੱਡ ਦਿਓ, ਤੇ ਤੁਸੀਂ ਛੱਡੋਗੇ ਤੇ ਫਿਰ ਬੋਲੋ, ਸੌ ਤਾਂ ਚੁਕਵਾਓ ਤੁਸੀਂ। ਰੈਲੀਆਂ ਨਹੀਂ ਕਰਵਾਉਣੀਆਂ ਚਾਹੀਦੀਆਂ। ਤੁਹਾਡੇ ਕੋਲ ਟਾਈਮ ਨਹੀਂ ਹੈਗਾ, ਤੁਹਾਡੇ ਕੋਲ ਤੁਹਾਨੂੰ ਤੁਹਾਡੀ ਸਟਰੀਟ ਲੈਵਲ ਤੇ ਕੀ ਹਾਲਤ ਕੀ, ਤੁਹਾਨੂੰ ਤੇ ਸਪਲਾਈ ਨੂੰ ਰੋਕਣਾ ਹੈ। ਜਦ ਤੱਕ ਤੁਹਾਡਾ ਪ੍ਰਿੰਸੀਪਲ ਸੈਕਟਰੀ, ਤੁਹਾਡੇ ਚੀਫ ਸੈਕਟਰੀ ਮਹੋਦय ਜਦੋਂ ਜਾਂ ਤੱਕ ਉਹ ਸੰਵੇਦਨਸ਼ੀਲ ਨਹੀਂ ਇਸ ਮੁੱਦੇ ਤੇ, ਤਾਂ ਤੱਕ ਤੁਸੀਂ ਕਿਵੇਂ ਸੋਚਦੇ ਹੋ ਕਿ ਵੀ ਇੱਕ ਐਸਐਚਓ ਜਾਂ ਇੱਕ ਹੈੱਡ ਕਾਂਸਟੇਬਲ ਜਿਹੜਾ ਆਈਓ ਹੈ ਉਹ ਫੀਲਡ ਤੇ ਉਹ ਸੰਵੇਦਨਸ਼ੀਲ ਹੋਏਗਾ? ਦੱਸੋ ਨਾ ਤੁਸੀਂ ਮੈਨੂੰ। ਮੇਰੀ ਜਿਹੜਾ ਪ੍ਰਪੋਜ਼ਲ ਸੀ ਡੈਡੀਕੇਟਡ ਫੋਰਸ ਦਾ, ਉਹ ਹਿਮਾਚਲ ਦੇ ਡੀਜੀਪੀ ਸਾਹਿਬ ਨੇ ਉੱਥੇ ਉਹਦਾ ਵਿਰੋਧ ਕੀਤਾ है, हालांकि वो रिकॉर्ड से नहीं लिखा गया। और मैंने नौकरी छोड़ी है वीआरएस लिए इसीलिए कि मुझे ये लगता था कि किसी वक्त मैं इस काम को करवा पाऊँ, इसलिए संवेदना हमारे सिस्टम में हो जाए कि एक डेडिकेटेड फोर्स हो। तो मतलब है ना, डेडिकेटेड फोर्स का मतलब ये होता कि ਉਹਦਾ ਕੰਮ सिर्फ और सिर्फ एनसीबी की तरह सिर्फ इसी काम को करे। ट्रक फड़ना है, यस, नशा फड़ना है, यस। तो नॉट ओनली नशा फड़ना, एसटीएफ एएनटीएफ नहीं कर रही। आपने कितना इन्वेस्टमेंट किया है एसटीएफ को बनाने में? डिड यू स्ट्रेंथन दी एसटीएफ? ਪੰਜਾਬ ਦੇ ਜਿਹੜੇ ਚੀਫ ਮਿਨਿਸਟਰ ਨੇ ਭਗਵੰਤ ਮਾਨ, ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਹੇਠਲੇ ਪੱਧਰ ਤੇ ਪੁਲਿਸ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਨਸ਼ੇ ਦੇ ਤਸਕਰਾਂ ਦੇ ਨਾਲ ਮਿਲੀ ਭੁਗਤ ਹੈ। ਕਿ ਤੁਸੀਂ ਮੁੱਖ ਮੰਤਰੀ ਹੋ, ਤੁਹਾਡੇ ਕੋਲ ਜਿਹੜੀ ਸੂਚਨਾ ਹੈ, ਕਿਹੜੀ ਸੂਚਨਾ ਤੁਹਾਡੇ ਕੋਲ ਹੈ ਕਿ ਵੀ ਤੁਹਾਡੀ ਜਿਹੜੀ ਥੱਲੇ ਪੱਧਰ ਤੇ ਜਿਹੜੇ ਅਧਿਕਾਰੀ ਮਿਲੇ ਹੋਏ ਨੇ, ਤੁਹਾਡਾ ਇਨਫੋਰਮੇਸ਼ਨ ਦਾ ਨੈਟਵਰਕ ਵੀ ਤਾਂ ਸੀਆਈਡੀ ਹੈ ਨਾ, ਸਟੇਟ ਸੀਆਈਡੀ ਹੈ ਜਾਂ ਕੋਈ ਹੋਰ ਹੈ? ਜੇ ਹੈ ਤਾਂ ਤੁਸੀਂ ਉਹਦਾ ਜ਼ਿਕਰ ਕਰੋ, ਲੋਕਾਂ ਨੂੰ ਖਬਰਦਾਰ ਕਰੋ। ਇਟ ਇਜ਼ ਅ ਬਲੇਮ ਗੇਮ। दैट इज वाई डीजीपी साहब को तो अपनी फोर्स को बचाना है, तो उन्होंने बचाने की कोशिश की थी, बचाने की कोशिश करेंगे, क्यों नहीं करनी चाहिए? अपनी फोर्स का मॉरल हमें तो वो करना चाहिए, लेकिन एट द सेम टाइम मैं कहता हूँ कि अगर ब्लैक शीप है, ब्लैक शीप है तो एनडीपीएस एक्ट में मामला उनके अधीन, उनके अगेंस्ट भी बनता है, क्योंकि एनडीपीएस एक्ट ना बड़ा समग्र है। एक्चुअली आपको मैं तो कहता हूँ कि अगर एनडीपीएस एक्ट को शिद्दत से पढ़ने के बाद अगर इम्प्लीमेंट कर दिया जाए, तो मुझे वो जो बात याद आती है ना कि कैप्टन अमरिंदर सिंह साहब जब यहाँ पे चीफ मिनिस्टर थे, उन्होंने कहा अभी शूट आउट कर दो, है ना, कोई कैपिटल पनिशमेंट दे दो, है जी। और महाराज तुसी पहले एनडीपीएस एक्ट पहले लागू तो करो। ਸੋ ਸ਼ਰਮਾ ਜੀ, ਇਹ ਦੱਸੋ ਵੀ ਤੁਸੀਂ ਹਿਮਾਚਲ ਪ੍ਰਦੇਸ਼ ਨਸ਼ਾ ਨਿਵਾਰਣ ਬੋਰਡ ਦੇ ਕਨਵੀਨਰ ਸੀ। ਤੁਸੀਂ ਦੱਸਿਆ ਲਾਸਟ ਐਪੀਸੋਡ ਦੇ ਵਿੱਚ ਤੁਸੀਂ ਉੱਥੇ ਪਾਲਿਸੀ ਬਣਾਈ ਜਿਸ ਨੂੰ ਕਿ ਨੋਟੀਫਾਈ ਕੀਤਾ ਗਿਆ। ਅਸੀਂ ਵੇਖ ਰਹੇ ਹਾਂ ਕਿ ਵੱਖ-ਵੱਖ ਸਟੇਟਸ ਦੇ ਵਿੱਚ ਹੁਣ ਐਂਟੀ ਨਾਰਕੋ ਟਾਸਕ ਫੋਰਸਿਸ ਬਣ ਰਹੀਆਂ ਨੇ। ਸ਼ਾਇਦ ਇਹ ਨੈਸ਼ਨਲ ਲੈਵਲ ਦੇ ਉੱਤੇ ਹੀ ਏਐਨਟੀਐਫ ਦੀ ਕਲਪਨਾ ਕੀਤੀ ਗਈ ਹੈ। ਪੰਜਾਬ ਦੇ ਵਿੱਚ ਹੋਰ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਆਫਿਸਿਸ ਖੁੱਲ੍ਹਣ ਜਾ ਰਹੇ ਹੈਗੇ ਨੇ ਐਨਸੀਬੀ ਦੇ, ਯਾਨੀ ਕਿ ਨੈਸ਼ਨਲ ਜਿਹੜੀ ਏਜੰਸੀ ਹੈ। ਸੋ ਜਿਵੇਂ ਕਿਉਂਕਿ ਤੁਸੀਂ ਇੱਕ ਇਨਫੋਰਸਮੈਂਟ ਆਫਿਸਰ ਰਹਿ ਚੁੱਕੇ, ਪਹਿਲਾਂ ਆਪਾਂ ਇਨਫੋਰਸਮੈਂਟ ਦੀ ਗੱਲ ਕਰ ਲਈਏ। ਜਿਹੜਾ ਸਟਰਕਚਰ ਹੈ, ਆਰਗੇਨਾਈਜੇਸ਼ਨਲ ਸਟਰਕਚਰ ਹੈ, ਡਰੱਗ ਦੇ ਖਿਲਾਫ ਜਿਹੜੀ ਲੜਾਈ ਹੈ, ਇਨਫੋਰਸਮੈਂਟ ਹੈ, ਉਸਦਾ ਪੱਖ ਹੈ,
ਉਹ ਕੀ ਸੁਧਾਰ ਮੰਗਦਾ ਹੈ, ਤੇ ਤੁਸੀਂ ਆਪਣੀ ਪਾਲਿਸੀ ਦੇ ਵਿੱਚ ਜਾਂ ਜੋ ਤੁਸੀਂ ਬਣਾਇਆ, ਖਰੜਾ ਬਣਾਇਆ, ਡਰਾਫਟ ਜੋ ਤੁਸੀਂ ਲਿਆਂਦਾ, ਨੋਟੀਫਾਈ ਹੋਇਆ, ਉਹਦੇ ਵਿੱਚ ਕੀ ਸਲਾਹਾਂ ਦਿੱਤੀਆਂ, ਕੀ ਮਾਡਲ ਸੀ ਜਿਸ ਦੇ ਨਾਲ ਇਹ ਸਮੱਸਿਆ ਦਾ ਹੱਲ ਹੋਣਾ ਸੀ? ਦੇਖੋ ਜੀ, ਪਹਿਲੇ ਐਨਸੀਬੀ ਬੀਇੰਗ ਅ ਨੋਡਲ ਨੈਸ਼ਨਲ ਨੋਡਲ ਏਜੰਸੀ ਕੋਆਰਡੀਨੇਟ ਕਰਦੀ ਸੀ ਸਟੇਟਸ ਦੇ ਵਿੱਚ ਔਰ ਡਿਫਰੈਂਟ ਸਟੇਟਸ ਦੇ ਨਾਲ, ਤੇ ਸਟੇਟ ਲੈਵਲ ਐਪੈਕਸ ਕੋਆਰਡੀਨੇਸ਼ਨ ਕਮੇਟੀ ਇੱਕ ਆਰਗੇਨਾਈਜ਼ ਕਰਦੀ ਹੁੰਦੀ ਸੀ, ਹੈ ਨਾ। ਜਿਵੇਂ ਐਚਪੀ ਸਟੇਟ ਲੈਵਲ ਐਪੈਕਸ ਕੋਆਰਡੀਨੇਸ਼ਨ ਕਮੇਟੀ ਬਣਾਉਂਦੀ ਹੁੰਦੀ ਸੀ, ਹੈ ਨਾ। ਇੱਕ ਨੈਸ਼ਨਲ ਲੈਵਲ ਦੀ ਕਮੇਟੀ ਸੀ, ਉਸ ਤਰ੍ਹਾਂ ਉਹ ਕਾਫੀ ਟਾਈਮ ਉਹਦੇ 'ਤੇ ਕੰਮ ਹੋਇਆ, ਫਿਰ ਉਹਨੂੰ ਬਦਲਣ ਦੀ ਲੋੜ ਪੈ ਗਈ, क्योंकि समय समय पे बदलाव हर स्टेट में आते रहे, है ना। ट्रैफिकिंग में मोडस ऑपरेंडी में बदलाव आए, कंजम्पशन पैटर्न में बदलाव आए, परिस्थितियां समाज में बदलती गई, है ना। तो ये थोड़ा सा अपडेट करना पड़ा। तो ਹੁਣ ਜਿਹੜਾ ਮੈਕੈਨਿਜ਼ਮ ਐਨਸੀਬੀ ਦਾ ਹੈ, ਉਹ ਹੈ ਨਾਰਕੋ ਕੋਆਰਡੀਨੇਸ਼ਨ, ਐਨਕॉर्ड ਮੈਕੈਨਿਜ਼ਮ ਅਸੀਂ ਉਹਨੂੰ ਕਹਿੰਦੇ ਆ, ਠੀਕ ਹੈ। ਇਹਦੇ ਵਿੱਚ ਜਿਹੜਾ ਤੁਸੀਂ ਜ਼ਿਕਰ ਕੀਤਾ ਐਂਟੀ ਨਾਰਕੋਟਿਕਸ ਟਾਸਕ ਫੋਰਸ, ਉਹ ਐਨਕॉर्ड ਮੈਕੈਨਿਜ਼ਮ ਦੇ ਤਹਿਤ ਹੀ ਬੇਸਿਕਲੀ ਬਣਿਆ। ਉਹ ਇਸ ਕਰਕੇ ਬਣਿਆ ਕਿ ਸਟੇਟਸ ਦੇ ਵਿੱਚ ਆਪਣੀ ਪ੍ਰੋਬਲਮਸ ਹੈਗੀਆਂ, ਇਨਫੋਰਸਮੈਂਟ ਨਹੀਂ ਹੋ ਸਕ ਰਹੀ, ਇਹਦੇ ਵੀ ਕਾਰਨ ਕੁਝ ਤੁਸੀਂ ਹਾਈਲਾਈਟ ਕੀਤੇ ਆ, ਕੁਝ ਹੋਰ ਵੀ ਕਈ ਕਾਰਨ ਹੈ। ਸਟੇਟਸ ਦੇ ਵਿੱਚ ਫਾਈਨਾਂਸ ਉਹਨਾਂ ਅਵੇਲੇਬਲ ਨਹੀਂ ਹੁੰਦਾ, ਖਰਚੇ ਜ਼ਿਆਦਾ ਹੁੰਦੇ ਆ, ਠੀਕ ਹੈ ਨਾ, ਤੇ ਉਹ ਕੋਪ ਅਪ ਨਹੀਂ ਕਰ ਸਕਦੀ ਹੈ, ਤੇ ਅਬਿਊਜ਼ ਵੱਧ ਜਾਏ, ਟ੍ਰੈਫਿਕਿੰਗ ਵੱਧ ਜਾਏ, ਤੇ ਫਿਰ ਉਹ ਬੜਾ ਗੜਬੜ ਹੋ ਜਾਂਦਾ। ਔਰ ਪੰਜਾਬ ਦੇ ਵਿੱਚ ਹੋਇਆ, ਹਿਮਾਚਲ ਦੇ ਵਿੱਚ ਹੋ ਰਿਹਾ, ਹੈ ਨਾ, ਹਰਿਆਣਾ ਦੇ ਵਿੱਚ 10 ਸਟੇਟਾਂ 'ਚ ਪ੍ਰੋਬਲਮ ਵੱਧ ਰਹੀ ਹੈ। ਕਸ਼ਮੀਰ ਦੇ ਵਿੱਚ ਜਿਹੜੀ ਕਸ਼ਮੀਰ ਰੈਵਨਿਊ ਡਿਵੀਜ਼ਨ ਹੈ, ਉਹਦੇ ਵਿੱਚ 10 ਵਿੱਚੋਂ 8 ਡਿਸਟ੍ਰਿਕਟ ਰੈੱਡ ਅਲਰਟ 'ਚ ਹੈਗੇ। ਡਰਗ ਕੰਜ਼ੰਪਸ਼ਨ ਬਹੁਤ ਜ਼ਿਆਦਾ ਹੋਈ ਹੈ, ਅੱਛਾ, बहुत ज़्यादा। चिट्टे दी, उत्तराखंड, हेरोइन दी? हाँ जी, हेरोइन और दूसरा न्यू साइकोट्रॉपिक सब्सटेंसेस, और उत्तराखंड भी यही इसी प्रॉब्लम का शिकार होता जा रहा है। तो इसमें फिर राष्ट्रीय स्तर पे ये सोचा गया, क्योंकि माननीय नरेंद्र मोदी प्रधानमंत्री साहब बहुत सीरियस हैं। इन्होंने गवर्नर्स को भी राज्यपाल महोदय आपने देखा होगा, सभी एक्टिव हैं आजकल, है ना, सभी लोग काम कर रहे हैं, है ना, कम से कम अवेयरनेस कैंपेन पे काफ़ी काम कर रहे हैं, है ना। और मुख्यमंत्री भी जहाँ जहाँ पे भाजपा की सरकार है, मैंने देखा वहाँ पे उनको भी वो साउंड करते हैं कि भाई आपको अपने प्रदेश को बचाना है, लेकिन आप बचाओगे कैसे, है ना, कोई मैकेनिज्म होएगा तभी आप बचाएंगे। तो मेरा जो ये मानना है, जब मुझे कन्वीनर बनाया हिमाचल प्रदेश नशा निवारण बोर्ड का, मेरा ही विजन था बेसिकली, मुझे ये बताना चाहिए कि दिस वाज माय विजन, और मेरी ही रिकमेंडेशन थी, जिसके ऊपर सरकार ने वो बोर्ड का गठन किया। आइडिया ये था कि सरकार में जो लोग जो मैटर करते हैं, द सेक्रेटरीज, है ना, सारी पावर उनके पास है, सब कुछ वही देंगे, क्योंकि नेता तो आएंगे चले भी जाएंगे, वहां परमानेंटली कौन रहता है? इट इज द एडमिनिस्ट्रेटिव सेक्रेटरी, द स्टील फ्रेम ऑफ द ब्यूरोक्रेसी, है ना, ऑफ द गवर्नमेंट, द ब्यूरोक्रेसी। मेरा ये मानना था कि जब तक टॉप लेवल पे आप संवेदना पैदा नहीं कर पाओगे, जब तक थोड़ा प्रिंसिपल सैकटरी, ਤੁਹਾਡੇ ਚੀਫ ਸੈਕਟਰੀ ਮਹੋਦय ਜਦੋਂ ਜਾਂ ਤੱਕ ਉਹ ਸੰਵੇਦਨਸ਼ੀਲ ਨਹੀਂ ਇਸ ਮੁੱਦੇ ਤੇ, ਤਦ ਤੱਕ ਤੁਸੀਂ ਕਿਵੇਂ ਸੋਚਦੇ ਹੋ ਕਿ ਵੀ ਇੱਕ ਐਸਐਚਓ ਜਾਂ ਇੱਕ ਹੈੱਡ ਕਾਂਸਟੇਬਲ ਜਿਹੜਾ ਆਈਓ ਹੈ, ਉਹ ਫੀਲਡ ਤੇ ਉਹ ਸੰਵੇਦਨਸ਼ੀਲ ਹੋਏਗਾ? ਦੱਸੋ ਨਾ ਤੁਸੀਂ ਮੈਨੂੰ। ਉੱਥੇ ਮੇਰਾ ਵਿਜ਼ਨ ਇਹ ਸੀ ਕਿ ਵੀ ਇੱਕ ਬੋਰਡ ਅਸੀਂ ਬਣਾਈਏ, ਜਿਹਦੇ ਵਿੱਚ ਅਸੀਂ ਹਿੱਤਧਾਰਕ ਜਿਹੜੇ ਡਿਪਾਰਟਮੈਂਟ ਨੇ, ਜਿਵੇਂ ਫॉर एग्जांपल ਐਡਮਿਨਿਸਟ੍ਰੇਟਿਵ ਡਿਪਾਰਟਮੈਂਟ ਫॉर एनडीपीएस ਜਿਹੜਾ ਸਟੇਟ ਐਕਸਾਈਜ਼ ਡਿਪਾਰਟਮੈਂਟ ਹੁੰਦਾ ਹੈ, ਹੋਮ ਡਿਪਾਰਟਮੈਂਟ ਜਿਹੜਾ ਕਿ ਇੰਪਲੀਮੈਂਟਿੰਗ ਏਜੰਸੀ ਹੈ, ਡਰਗ ਕੰਟਰੋਲ ਹੈ, ਜਾਂ ਹੈਲਥ ਡਿਪਾਰਟਮੈਂਟ ਹੈ ਜਿਹਨਾਂ ਟ੍ਰੀਟਮੈਂਟ ਵਗੈਰਾ ਵੀ ਕਰਨੀ ਹੈ, ਠੀਕ ਹੈ ਨਾ ਜੀ, ਸੋਸ਼ਲ ਵੈਲਫੇਅਰ ਜਿਹੜਾ ਹੈ ਨਾ, ਔਰ ਤੁਹਾਡਾ ਸਪੋਰਟਸ ਵੀ ਹੈ, ਕਿਉਂਕਿ ਫਿਰ ਜਿਵੇਂ ਜਿਵੇਂ ਇਹਦੀ ਡਾਇਮੈਂਸ਼ਨਸ ਦੇਖੋਗੇ ਤੇ ਲਗਭਗ 10 ਡਿਪਾਰਟਮੈਂਟ ਇਹਦੇ ਵਿੱਚ ਆਉਂਦੇ ਹੈ ਨਾ, ਤੇ ਉਹਨਾਂ ਦਾ ਇੱਕ ਸੌਰੀ एपेक्स लेवल का एक मैकेनिज्म ਜਿਹੜਾ ਉਹ ਬਣਨਾ ਚਾਹੀਦਾ, ਔਰ ਉਹ ਪਰਮਾਨੈਂਟ ਹੋਣਾ ਚਾਹੀਦਾ। ਹਾਲਾਂਕਿ ਅਨਫੋਰਚੂਨੇਟਲੀ ਉਹ ਹਿਮਾਚਲ 'ਚ ਚੱਲਣ ਨਹੀਂ ਦਿੱਤਾ ਜੀ, ਹੈ ਨਾ, ਚਲੋ ਉਹ ਗੱਲ ਬਾਅਦ 'ਚ ਕਰਾਂਗੇ। ਉਹ ਹੋਣਾ ਚਾਹੀਦਾ ਤਾਂ ਕਿ ਉਥੇ ਉਹ ਇਸ ਚੀਜ਼ ਨੂੰ ਡਿਸਕਸ ਕਰਨ। ਕੀ ਡਿਸਕਸ ਕਰਨ? ਗਰਾਊਂਡ ਲੈਵਲ ਦੇ ਵਿੱਚ ਤੁਹਾਡੀ ਸਟੇਟ ਦੇ ਵਿੱਚ, ਔਰ ਤੁਹਾਡੀ ਸਟੇਟ ਦੇ ਅਰਾਊਂਡ ਦੂਜੀ ਵੱਖ-ਵੱਖ ਜਿਹੜੀ ਸਟੇਟਸ ਰਾਜ ਹੈਗੇ, ਉਹ ਰਾਜ, ਉਹਨਾਂ ਰਾਜਾਂ 'ਚ ਕੀ ਹੋ ਰਿਹਾ, ਵਾਟ ਇਜ਼ ਦੀ ਪ੍ਰੀਵੇਲਿੰਗ ਸਿਚੁਏਸ਼ਨ, ਹੈ ਨਾ, ਤੇ ਕੋਈ ਸਕਸੈਸਫੁਲ ਮਾਡਲ ਹੈ ਤੇ ਉਹਨੂੰ ਅਡਾਪਟ ਕੀਤਾ ਜਾਏ, ਤੇ ਕੋਈ ਸਕਸੈਸਫੁਲ ਪਾਲਿਸੀ ਹੈ ਤੇ ਉਹਨੂੰ ਅਸੀਂ ਅਡਾਪਟ ਕਰੀਏ। ਤੇ ਅੱਜ ਤੇ ਯੁੱਗ ਬੜਾ ਡਿਜੀਟਲ ਵਰਲਡ, ਅੱਜ ਤੁਸੀਂ ਅਮਰੀਕਾ ਦਾ ਮਾਡਲ ਲੈ ਲਓ, ਜਿੱਥੇ ਮਰਜ਼ੀ ਮਾਡਲ ਲੈ ਹੀ ਸਕਦੇ ਹੋ, ਹੈ ਨਾ, ਪਰ ਜੇ ਕਿਸੇ ਸਟੇਟ ਦੇ ਵਿੱਚ ਚੰਗਾ ਕੰਮ ਹੋਇਆ ਤੁਸੀਂ ਲੈ ਲਓ ਉਹਨੂੰ, ਹੈ ਨਾ।
ਤੇ ਮੇਰਾ ਮੰਨਣਾ ਇਹ ਸੀ ਕਿ ਅਸੀਂ ਇੱਕ ਮਾਡਲ ਚੀਜ਼ ਅਸੀਂ ਬਣਾਈਏ, ਕਿਉਂਕਿ ਹਿਮਾਚਲ ਪ੍ਰਦੇਸ਼ ਇੱਕ ਇਹੋ ਜਿਹੀ ਸਟੇਟ ਹੈ ਜਿਹਦੇ ਵਿੱਚ ਦੁਨੀਆ ਦੀ ਡਰੱਗ ਦੇ ਸੰਬੰਧ ਰੱਖਣ ਵਾਲੀ ਸਾਰੀਆਂ ਪ੍ਰੋਬਲਮਸ ਹੈਗੀਆਂ। ਹਾਲਾਂਕਿ ਪੰਜਾਬ ਦੇ ਵਿੱਚ ਇੱਕ ਪ੍ਰੋਬਲਮ ਘੱਟ ਹੈ, ਦੱਸੋ ਕਿਹੜੀ? ਜਿਹੜੀ ਪੰਜਾਬ ਦੇ ਵਿੱਚ ਚਰਸ ਔਰ ਅਫੀਮ ਪੈਦਾ ਨਹੀਂ ਹੁੰਦੀ, ਮੈਨੂਫੈਕਚਰਿੰਗ ਨਹੀਂ ਹੈ। ਹਾਂ, ਇਹਦੀ ਪ੍ਰੋਡਕਸ਼ਨ ਨਹੀਂ ਹੈ, ਔਰ ਠੀਕ ਹੈ, ਔਰ ਇਹਦੀ ਟ੍ਰੈਫਿਕ ਹੀ ਨਹੀਂ, ਜਿੱਥੇ ਪ੍ਰੋਡਕਸ਼ਨ ਉੱਥੋਂ ਟ੍ਰੈਫਿਕ ਹੋਣੀ ਨਾ। ਫਸਟ ਪੁਆਇੰਟ ਤੇ ਉਹੀ ਹੋਇਆ ਨਾ। ਹਿਮਾਚਲ ਦੇ ਵਿੱਚ ਉਹ ਐਡੀਸ਼ਨਲ ਹੈਗੀ ਹੈ। ਪਹਿਲੇ ਉੱਥੇ ਪ੍ਰੋਡਕਸ਼ਨ ਹੁੰਦੀ ਸੀ, ਟ੍ਰੈਫਿਕਿੰਗ ਹੁੰਦੀ ਸੀ, ਅਬਿਊਜ਼ ਨਹੀਂ ਹੁੰਦਾ ਸੀ। ਹੁਣ ਹਿਮਾਚਲ 'ਚ ਅਬਿਊਜ਼ ਵੀ ਉਨਾ ਹੀ ਹੋ ਗਿਆ ਜਿੰਨਾ ਕਿ ਪੰਜਾਬ 'ਚ ਹੋ ਰਿਹਾ ਆਲਮੋਸਟ। ਸੋ ਹਿਮਾਚਲ इज फेसिंग ऑल those challenges which are being faced globally। तो हिमाचल एक मॉडल स्टेट बन सकता था अगर हम कुछ प्रिस्क्राइब करते, हम अच्छे मॉड्यूल लगा देते, अच्छा मैकेनिज्म एस्टैब्लिश करते, तो वो इधर उधर उसको इम्प्लीमेंट किया जा सकता था। तो उसमें इंपॉर्टेंट बात यही थी कि माननीय मुख्यमंत्री जी को इसका जिम्मा दिया जाए। भाई आप ही हैं करता धरता स्टेट के, तो उनको चेयरमैन बनाया, एक एक्सपर्ट को एक कन्वीनर बनाया, है ना। तो मुझे उसमें इन्वॉल्व किया गया। तो पहली बैठक हुई। अब बैठक में जब एजेंडा लेके जाने थे, तो वो जिसने स्टडी की है नीचे से लेके ऊपर तक वही एजेंडा लेके जाएगा, है ना। पुलिस एक वन ऑफ द एजेंसीज है, पुलिस एक इंप्लीमेंटिंग एजेंसी है, फोर्स है। वो लोगों को पकड़ सकती है, एनडीपीएस एक्ट का पालन करती है, इंप्लीमेंट करके उसे जस्टिस डिलीवरी करवा सकती है, उसको जेल तक भेज सकती है, कन्विक्ट करा, दैट्स ऑल, है ना। ਤੇ ਉਹਨੂੰ ਰਹਿਣਾ ਵੀ ਉੱਥੇ ਤੱਕ ਹੀ ਚਾਹੀਦਾ ਹੈ। ਦੇ ਸ਼ੁੱਡ ਸਟਿਕ ਟੂ देयर। ਬਿਲਕੁਲ, ਯੂ ਆਰ ਰਾਈਟ। ਹਾਂ, ਤੁਸੀਂ ਹੁਣ ਫੜ ਲਈ ਗੱਲ। ਬਿਕੋਜ਼ ਪੁਆਇੰਟ ਹੈ ਕਿ ਤੁਸੀਂ ਰੈਲੀਆਂ ਕਰਾ ਰਹੇ ਹੋ, ਰੈਲੀਆਂ ਨਹੀਂ ਕਰਵਾਉਣੀਆਂ ਚਾਹੀਦੀਆਂ ਤੁਹਾਨੂੰ, ਤੁਹਾਡੇ ਕੋਲ ਟਾਈਮ ਨਹੀਂ ਹੈਗਾ, ਤੁਹਾਡੇ ਕੋਲ ਤੁਸੀਂ ਤੁਹਾਨੂੰ ਤੁਹਾਡੀ ਸਟਰੀਟ ਲੈਵਲ ਤੇ ਕੀ ਹਾਲਤ ਨਹੀਂ, ਤੁਹਾਨੂੰ ਤੇ ਸਪਲਾਈ ਨੂੰ ਰੋਕਣਾ ਹੈ, ਠੀਕ ਹੈ ਨਾ। ਤੁਹਾਨੂੰ ਜੁਆਇੰਟ ਟਾਸਕ ਫੋਰਸ ਬਣਾਣੀ ਹੈਗੀ। ਹੁਣ ਖੈਰ ਇਹ ਟਾਸਕ ਫੋਰਸਾਂ ਦੀ ਅਲੱਗ ਕਹਾਣੀ ਹੈ। ਚलिए, गवर्नमेंट ऑफ इंडिया ने एंटी नार्कोटिक टास्क फोर्स बनाई है, तो हमने भी सिमिलर लाइन पे, हालांकि हिमाचल में तो ऑनरेबल हाई कोर्ट में कुछ मामले PIL हुई, दर्ज हुई, वहां से भी कुछ सजेशंस रिकमेंडेशंस गई थी, लेकिन वो इंप्लीमेंट नहीं हो रही थी। पीस मिल में करना है, बस पीस मिल में करना, ठीक है। तो ANTF हमारी सरकार ने, मतलब पिछली सरकार ने, बीजेपी सरकार ने हिमाचल प्रदेश में कॉन्स्टिट्यूट करवा ली, नोटिफिकेशन करवा दी, ठीक। तो नशा निवारण बोर्ड में ये ANTF का मसला भी आया। मैंने इसमें जो एजेंडा रखा था वो ये रखा था कि सबसे पहले स्टेट के अंदर एक सर्वे होना चाहिए, बड़ा डिटेल्ड सर्वे होना चाहिए, दो तरह का। एक ये हमारे यहाँ नशे का उत्पादन कितना हो रहा है, और डाइवर्शन जो लीगली ड्रग है, जिवें फार्मास्यूटिकल ड्रग्स है, कॉस्मेटिक एक्ट ਦੇ ਵਿੱਚ ਵੀ ਆਉਂਦੀ, ਡਰਗ ਕਾਸਮੈਟਿਕ ਐਕਟ ਦੇ ਵਿੱਚ, ਕਿਉਂਕਿ ਪ੍ਰਿਸਕ੍ਰਿਪਸ਼ਨ ਡਰੱਗਸ ਹੈਗੀਆਂ, ਸਾਈਕੋਟ੍ਰੋਪਿਕ ਸਬਸਟੈਂਸ, ਜਿਵੇਂ ਨਾ ਅਸੀਂ ਚਲੋ ਨਹੀਂ ਲੈਂਦੇ, ਹੈ ਨਾ, ਇਹੋ ਜਿਹੀ ਚੀਜ਼ਾਂ ਜਿਹੜੀ ਐਡਿਕਟਿਵ ਹੈਗੀਆਂ, ਬਟ ਐਟ ਦੀ ਸੇਮ ਟਾਈਮ ਉਹਨਾਂ ਦਾ ਜਿਹੜਾ ਦੁਰਉਪਯੋਗ ਹੁੰਦਾ ਤੇ ਉਹ ਨਸ਼ੀਲੀ ਚੀਜ਼ਾਂ ਬਣ ਜਾਂਦੀਆਂ। ਉਹ ਬਹੁਤ ਚੱਲੀਆਂ ਪੰਜਾਬ ਦੇ ਵਿੱਚ, ਤੇ ਸ਼ੁਰੂਆਤ ਦੇ ਵਿੱਚ ਤੇ ਇਹੀ ਚੱਲੀ, ਹਜੇ ਵੀ ਚੱਲ ਰਹੀ ਹੈ, ਹਜੇ ਵੀ ਚੱਲ ਰਹੀ ਹੈ। ਜਿਹੜੇ ਫਾਰਮਾਸਿਊਟੀਕਲ ਬੰਦੀ ਤੋਂ ਜਿਹੜੀ ਕੋਈ ਫੈਕਟਰੀਆਂ ਫੜੀਆਂ ਗਈਆਂ, ਉਹ ਸਾਰਾ ਦਾ ਸਾਰਾ ਡਾਇਵਰਟ ਹੋ ਕੇ ਮਾਰਕੀਟ ਜਾ ਰਹੀਆਂ ਨੇ। ਹੈਬਿਟ ਫਾਰਮਿੰਗ ਜਿਹੜਾ ਡਰੱਗ ਹੈਗਾ ਉਹ ਐਗਜ਼ੈਕਟਲੀ ਹੈ ਨਾ ਜੀ। ਤੇ ਉਹ ਸਰਵੇ ਇੱਕ ਤਾਂ ਇਹ ਹੋਣਾ ਚਾਹੀਦਾ, ਔਰ ਦੂਜਾ ਸਰਵੇ ਇਹ ਹੋਣਾ ਚਾਹੀਦਾ ਕਿ ਤੁਹਾਡੀ ਪੋਪੂਲੇਸ਼ਨ ਜਿਹੜੀ ਹੈ ਉਹ ਡਰੱਗ ਅਬਿਊਜ਼ ਦੇ ਵਿੱਚ ਕਿਆ ਪੈਟਰਨ ਹੈ ਔਰ ਕਿਆ ਸਕੇਲ ਹੋ ਰਹੀ ਹੈ, what is happening, ਔਰ ਰੈਗੂਲਰ ਸਰਵੇਸ ਤੁਹਾਡੇ ਹੋਣੇ ਚਾਹੀਦੇ। ਸਭ ਤੋਂ ਪਹਿਲਾਂ ਇਹ ਸੀ ਏਜੰਡਾ, ਠੀਕ। ਫਿਰ ਇਹਨੂੰ ਡੀਲ ਕਰਨ ਵਾਸਤੇ, ਸਪਲਾਈ ਨੂੰ ਰੋਕਣ ਵਾਸਤੇ ਮੈਂ ਕਿਹਾ ਇੱਕ ਡੈਡੀਕੇਟਡ ਫੋਰਸ ਬਣਨੀ ਚਾਹੀਦੀ। ਪਰ ਮੈਂ ਇਹ ਕਿਹਾ ਸੀ ਕਿ ਇੱਕ ਇਹੋ ਜਿਹਾ ਡਾਇਰੈਕਟੋਰੇਟ ਬਣਨਾ ਚਾਹੀਦਾ ਹੈ ਪ੍ਰਦੇਸ਼ ਦੇ ਵਿੱਚ, ਜਿਹੜਾ ਇਹਨੂੰ ਸਮਗਰਤਾ ਦੇ ਨਾਲ, ਹੈ ਨਾ, ਚਾਰੋਂ ਤਰਫ ਤੋਂ ਇਸ ਸਮੱਸਿਆ ਨੂੰ, ਇਸ ਚੈਲੰਜ ਨੂੰ ਘੇਰ ਲਵੇ, ਇੱਕ ਡੈਡੀਕੇਟਡ ਮੈਕੈਨਿਜ਼ਮ। ਲੇਕਿਨ ਇਹ ਚੀਜ਼ਾਂ ਕਿੰਨੀਆਂ ਕਿ ਜ਼ਰੂਰੀ ਹੈ। ਪੰਜਾਬ ਦੇ ਵਿੱਚ ਮੈਂ ਐਗਜ਼ਾਮਪਲ ਦਿੰਦਾ, ਇੱਕ ਡਰੱਗ ਟਾਸਕ ਫੋਰਸ ਬਣੀ ਸੀ, ਸਪੈਸ਼ਲ ਟਾਸਕ ਫੋਰਸ ਔਨ ਡਰੱਗਸ, ਰਾਈਟ। ਉਹਨੂੰ ਹੁਣ ਰੀਕ੍ਰੈਸ਼ਨ ਕਰਕੇ ਉਹਦਾ ਨਾਮ ਬਦਲ ਕੇ ਐਂਟੀ ਨਾਰਕੋਟਿਕ ਟਾਸਕ ਫੋਰਸ ਕਰਤਾ ਗਿਆ, ਰਾਈਟ। ਹੁਣ ਗੱਲ ਇਹ ਹੈ ਵੀ ਤੁਸੀਂ ਨਾਂ ਬਦਲੀ ਜਾਓ, ਲੇਬਲ ਬਦਲੀ ਜਾਓ, ਸੋਚ ਵੀ ਬਦਲਣੀ ਪੈਣੀ ਹੈ, ਤਰੀਕੇ ਵੀ ਬਦਲਣੇ ਪੈਣੇ ਹੈ। ਸੋ ਤੁਹਾਡੇ ਲਈ ਜਿਹੜੀ ਆਰਗੇਨਾਈਜੇਸ਼ਨਲ ਜਾਂ ਜਿਹੜੀ ਸਟਰਕਚਰਲ ਤੁਸੀਂ ਕਹਿ ਰਹੇ ਹੋ ਵੀ ਰਿਸਰਚ ਕਰੋ, ਸੂਧ ਕਰੋ, ਡੇਟਾ ਤੁਹਾਡੇ ਕੋਲ ਚਾਹੀਦਾ, ਤੁਹਾਡੇ ਕੋਲ ਡੈਮੋਗ੍ਰਾਫਿਕ ਡੇਟਾ ਚਾਹੀਦਾ ਹੈ, ਤੁਹਾਡੇ ਕੋਲ ਪਤਾ ਹੋਣਾ ਚਾਹੀਦਾ ਵੀ ਐਡਿਕਸ਼ਨ ਕਿਹੜੇ ਸੋਸਾਇਟੀ 'ਚ ਕੀ ਹੋ ਰਿਹਾ ਹੈ, ਕਿੱਥੇ ਹੋ ਰਿਹਾ ਹੈ। ਇਹ ਚੀਜ਼ਾਂ ਪਤਾ ਹੁੰਦੀਆਂ ਨੇ, ਮੈਂ ਕਹਿ ਸਕਦਾ ਕਿ ਪੁਲਿਸ ਨੂੰ ਵੀ ਚੀਜ਼ਾਂ ਪਤਾ ਹੁੰਦੀਆਂ ਨੇ, ਲੇਕਿਨ ਦੇ ਆਰ ਨਾਟ ਬੀਨ ਆਰਗੇਨਾਈਜ਼ਡ, ਜਾਂ ਨੂੰ ਸਿਸਟਮੈਟਿਕਲੀ ਤੁਸੀਂ ਉਸਨੂੰ ਐਜ਼ ਅ ਸਟੱਡੀ ਕਰਕੇ ਯੂਜ਼ੇਬਲ ਡੇਟਾ ਨਹੀਂ ਹੈ। ਇਹ ਆਪਣੇ ਅਨੁਭਵ ਤਜਰਬੇ ਦੇ ਹਿਸਾਬ ਨਾਲ ਤੁਸੀਂ ਕਹਿੰਦੇ ਹੋ, ਬਟ ਯੂ ਆਰ ਨਾਟ कैटलॉगिंग इट। ਤੁਹਾਡੇ ਕੋਲ ਹੈ, ਇਨਫਾਰਮਲੀ ਹੈ, ਆਫੀਸ਼ੀਅਲੀ ਨਹੀਂ ਹੈ, ਠੀਕ ਹੈ। ਔਰ ਫਿਰ ਤੁਹਾਡੇ ਕੋਲ ਉਹ ਮੈਕੈਨਿਜ਼ਮ ਨਹੀਂ ਜਿੱਥੇ ਤੁਸੀਂ ਸਾਰੇ ਉੱਥੇ ਬੈਠ ਕੇ ਇਹਦੇ ਤੇ ਚਰਚਾ ਕਰੋ,
ਇਹਦੇ ਤੇ ਫਿਰ ਪਾਲਿਸੀ ਤੁਸੀਂ ਨਿਰਧਾਰਿਤ ਕਰੋ, ਫਿਰ ਇੰਪਲੀਮੈਂਟੇਸ਼ਨ ਗਾਈਡਲਾਈਨਸ ਤੁਸੀਂ ਉਹਦੀ ਬਣਾਓ, ਔਰ ਫਿਰ ਤੁਸੀਂ ਉਸ ਡੈਡੀਕੇਟਿਡ ਫੋਰਸ ਦੇ ਮਾਧਿਅਮ ਹੈ ਨਾ ਉਹਦੇ ਥਰੂ ਫਿਰ ਉਹਨੂੰ ਇੰਪਲੀਮੈਂਟ ਕਰੋ, 5 ਸਾਲ ਉਹਨੂੰ ਪਰਖੋ, ਫਿਰ ਜਿਹੜੀਆਂ ਤੁਹਾਡੀਆਂ ਵਧੀਆ ਗੱਲਾਂ ਹੈਗੀਆਂ ਉਹਨੂੰ ਕੰਟੀਨਿਊ ਕਰੋ, ਜਿਹੜੀਆਂ ਖਾਮੀਆਂ ਹੈਗੀਆਂ ਤੁਸੀਂ ਉਹਨਾਂ ਨੂੰ ਹਟਾਓ, and whatever is needed then you amend the policy after every 5 year, but आप तब करेंगे ना जब आप पहले इसको इंप्लीमेंट करेंगे और फिर आप इसको इवैल्यूएट करेंगे क्रिटिकली। ਕਹਿਣ ਦਾ ਪਰਪਸ ਇਹ ਨਾ ਵੀ ਸਾਡੇ ਕੋਲ ਨੀਤੀ ਤਾਂ ਹੈ ਹੀ ਨਹੀਂ ਫਿਰ ਆਪਣੇ ਕੋਲ। हाँ सुनो, we don't have the policy, do we have it? I want to come to this point. We have a national policy on NDPS 2012 में भी, it has not been revisited. मुझे लगता है there is a need now at national level to reframe that policy. नंबर 1 ਤੇ ਸਟੇਟ ਲੈਵਲ ਦੀ ਜਿਵੇਂ ਆਪਾਂ ਗੱਲ ਕਰ ਰਹੇ ਸੀ, ਹਰ ਸਟੇਟ ਦੀ ਆਪਣੀ ਲੋੜ ਆ। नंबर 2 देखो ना, जम्मू कश्मीर है, क्या जम्मू कश्मीर की परिस्थितियां हिमाचल की तरह है क्या? तो जो NDPS एक्ट है या नेशनल ड्रग पॉलिसी है ना ऑन NDPS, ਉਹਨੂੰ ਉਹਦੀ ਸਿਚੁਏਸ਼ਨ ਜੰਮੂ ਕਸ਼ਮੀਰ ਦੀ ਸਿਚੁਏਸ਼ਨ ਜਾਂ ਪੰਜਾਬ ਦੀ ਸਿਚੁਏਸ਼ਨ ਨਾਲ ਉਹਨੂੰ ਰੀਫਰੇਮ ਕਰਨਾ ਚਾਹੀਦਾ ਹੈ, ਤੇ ਸਟੇਟ ਗਵਰਨਮੈਂਟਸ ਸ਼ੁੱਡ ਕਮ ਫਾਰਵਰਡ ਵਿਦ ਦੈਟ ਪਾਰਟਿਕੂਲਰ ਪਾਲਿਸੀ। ਇਹਨਾਂ ਕੋਲ ਆਪਣਾ ਉਹਦੇ ਵਿੱਚ ਕੋਈ ਗੜਬੜ ਨਹੀਂ ਹੋਣੀ, ਯੂ ਆਰ ਨਾਟ ਇਨ ਕਨਫਰੰਟੇਸ਼ਨ ਵਿਦ ਸੈਂਟਰਲ ਗਵਰਨਮੈਂਟ ਐਟ ਆਲ, ਬਿਕਾਜ਼ ਇਟ ਇਜ਼ ਇਨ ਲਾਈਨ ਵਿਦ ਦੀ ਨੈਸ਼ਨਲ ਪਾਲਿਸੀ। ਨੈਸ਼ਨਲ ਪਾਲਿਸੀ ਇਜ਼ ਅ ਬ੍ਰੌਡਰ ਫਰੇਮਵਰਕ, ਠੀਕ ਹੈ ਨਾ ਸਰ? ਤੇ ਇਹਨਾਂ ਕੌਣ ਸੋਚਦਾ ਤੇ ਕਿਉਂ ਸੋਚਦਾ ਹੈ? ਨਹੀਂ ਸੋਚਣਾ ਤਾਂ ਫਿਰ ਅਸੀਂ ਬਰਬਾਦ ਹੀ ਹੋਣਾ ਨਾ ਜੀ। ਇਹੀ ਤੇ ਮੈਂ ਅਸੀਂ ਸੋਚ ਰਹੇ, ਅਸੀਂ ਹਿਮਾਚਲ ਤੇ ਇਹੀ ਸੋਚਿਆ, ਪਰ ਉਹ ਵੀ ਲਾਗੂ ਨਹੀਂ ਹੋਇਆ। ਪਰ ਤੁਹਾਡੀ ਦੇਖੋ ਜੀ, ਤੁਹਾਡੇ ਨੌਲੇਜ ਬਾਰੇ ਮੈਂ ਸਰੋਤਿਆਂ ਨੂੰ ਵੀ ਦੱਸਣਾ ਚਾਹੁੰਦਾ, ਤੁਹਾਡੇ ਮੇਰੀ ਜਿਹੜਾ ਪ੍ਰਪੋਜ਼ਲ ਸੀ ਡੈਡੀਕੇਟਿਡ ਫੋਰਸ ਦਾ, ਉਹ ਹਿਮਾਚਲ ਦੇ DGP साहब ने ਉੱਥੇ ਉਹਦਾ ਵਿਰੋਧ ਕੀਤਾ ਹੈ, ਹਾਲਾਂकि वो रिकॉर्ड 'ਚ नहीं लिखा गया, और मैंने नौकरी छोड़ी है VRS लिए इसीलिए कि मुझे ये लगता था कि किसी वक्त मैं इस काम को करवा पाऊँ, कम से कम इतनी संवेदना हमारे सिस्टम में हो जाए कि एक डेडिकेटेड फोर्स हो। ਉਹ ਮਤਲਬ ਡੈਡੀਕੇਟਿਡ ਫੋਰਸ ਮਤਲਬ डेडिकेटेड फोर्स ਦਾ ਮਤਲਬ ਇਹ ਹੋਇਆ ਕਿ ਉਹਦਾ ਕੰਮ ਸਿਰਫ ਔਰ ਸਿਰਫ NCB की तरह सिर्फ इसी काम को करेगी। ਡਰਗ ਫੜਨਾ ਹੈ, यस, ਨਸ਼ਾ ਫੜਨਾ ਹੈ, यस। ਤੇ ਉਹ ਜਿਹੜੀ not only नशा फड़ना है, STF ANTF नहीं कर रही है काम, वो कर रही है। उन्हें STF के पास, आप बताइए, STF तो CID का एक विंग है, ठीक है, क्या उनको दूसरे दायित्व तो नहीं होंगे? और अगर माना कि उन्हें बना दिया आपने कितना इन्वेस्टमेंट किया STF को बनाने में? डिड यू स्ट्रेंथन दी STF? हुण प्रॉब्लम जिहड़ा एंड कोर्ट दे विच क्या है, माननीय अमित शाह जी तो भरपूर प्रयास कर रहे हैं, माननीय मोदी जी भी भरपूर प्रयास कर रहे हैं, लेकिन स्टेट्स अपनी इंफॉर्मेशन को सच्चे तरीके से प्रेजेंट नहीं कर रही है। क्यों? आई डोंट नो। ਉਹਨਾਂ ਲਈ ਐਮਬੈਰਸਿੰਗ ਹੋਏਗਾ ਸ਼ਾਇਦ, ਕੁਝ ਐਸੀਆਂ ਗੱਲਾਂ ਜੇ ਖੁਦ ਕਹਿ ਦਿੰਦੇ ਨੇ ਤਾਂ ਉਹ ਪੋਲੀਟੀਕਲੀ ਆਪੋਜੀਸ਼ਨ ਪਾਰਟੀਆਂ ਵਰਤ ਲੈਣਗੀਆਂ। ਸਰ ਸਾਡੇ ਪੰਜਾਬ ਦੇ ਵਿੱਚ ਹੁਣ 10 ਲੱਖ ਕ੍ਰਾਸ ਕਰ ਗਏ, ਇਸ ਤੋਂ ਜ਼ਿਆਦਾ ਐਮਬੈਰਸਮੈਂਟ ਸਾਨੂੰ ਕੀ ਹੋਣੀ ਹੈ? ਤੇ ਜਿਹੜੀ ਸੱਚਾਈ ਹੈ ਨਾ, ਉਹ ਸੱਚਾਈ ਹੁੰਦੀ ਹੈ, ਸੱਚਾਈ ਨਹੀਂ ਛਿਪਤੀ। ਮੈਂ ਤੁਹਾਨੂੰ ਛੁਪਾਣੇ ਸੇ ਕੋਈ ਲਾਭ ਨਹੀਂ ਹੈ। ਇੱਕ ਛੋਟਾ ਜਿਹਾ ਐਗਜ਼ਾਮਪਲ ਦਿੰਦਾ ਹੈ ਕਿ ਸਾਡੇ ਇੱਥੇ ਪਿੱਛੇ ਹਜ਼ਾਰਾਂ ਦੀ ਗਿਣਤੀ ਵਿੱਚ ਪੁਲਿਸ ਅਫਸਰਾਂ ਦੇ ਤਬਾਦਲੇ ਹੋਏ, ਤੇ ਪੰਜਾਬ ਦੇ ਜਿਹੜੇ ਚੀਫ ਮਿਨਿਸਟਰ ਨੇ ਭਗਵੰਤ ਮਾਨ, ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਹੇਠਲੇ ਪੱਧਰ ਤੇ ਪੁਲਿਸ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਨਸ਼ੇ ਦੇ ਤਸਕਰਾਂ ਦੇ ਨਾਲ ਮਿਲੀ ਭੁਗਤ ਹੈ। ਸੋ ਅਸੀਂ ਐਡੇ ਵੱਡੇ ਪੱਧਰ ਤੇ ਹਜ਼ਾਰਾਂ ਬਦਲੀਆਂ ਕਰਤੀਆਂ। ਅੱਛਾ ਜੀ। ਤੇ ਨਾਲ ਹੀ DGP ਬੈਠੇ ਸੀ, DGP ਕਹਿੰਦੇ ਨੇ ਜੀ ਰੂਟੀਨ ਟਰਾਂਸਫਰਸ ਨੇ। ਬੜਾ ਵੱਡਾ ਇਸ਼ਤਿਹਾਰ ਅਖਬਾਰਾਂ ਛਾਪੇ ਗਏ ਕਿ ਹਜ਼ਾਰਾਂ ਜਿਹੜੀ ਤਬਾਦਲੇ ਕੀਤੇ ਗਏ, ਟਰਾਂਸਫਰਸ ਕੀਤੀਆਂ ਗਈਆਂ, ਤਬਾਦਲੇ ਕੀਤੇ ਗਏ, ਬਿਕੋਜ਼ ਹੇਠਲੇ ਪੱਧਰ ਤੇ ਨਸ਼ੇ ਦੇ ਸਮਗਲਰਸ ਦੇ ਨਾਲ ਮਿਲੀ ਭੁਗਤ ਸੀ। ਅੱਛਾ, ਸੋ ਦੈਟ ਇਜ਼ ਵਾਟ ਦ ਚੀਫ ਮਿਨਿਸਟਰ ਸੈਡ ਐਂਡ DGP ਸੈਡ ਦੀ ਅਦਰਵਾਈਜ਼ ਸੀ। ਇਹ ਤਾਂ ਰੂਟੀਨ ਟਰਾਂਸਫਰ ਸੀਗੀਆਂ। ਨਹੀਂ, ਹੁਣ ਤੁਸੀਂ ਦੇਖਣ ਵਾਲੀ ਗੱਲ ਇਹ ਹੈ ਕਿ ਤੁਸੀਂ ਮੁੱਖ ਮੰਤਰੀ ਹੋ, ਤੁਹਾਡੇ ਕੋਲ ਜਿਹੜੀ ਸੂਚਨਾ ਹੈ, ਕਿਹੜੀ ਸੂਚਨਾ ਤੁਹਾਡੇ ਕੋਲ ਹੈ ਕਿ ਵੀ ਤੁਹਾਡੀ ਜਿਹੜੀ ਥੱਲੇ ਪੱਧਰ ਤੇ ਜਿਹੜੇ ਅਧਿਕਾਰੀ ਮਿਲੇ ਹੋਏ ਨੇ, ਤੁਹਾਡਾ ਇਨਫੋਰਮੇਸ਼ਨ ਦਾ ਨੈਟਵਰਕ ਵੀ ਤਾਂ CID ਹੈ ਨਾ, ਸਟੇਟ CID ਹੈ ਜਾਂ ਕੋਈ ਹੋਰ ਹੈ? ਜੇ ਹੈ ਤਾਂ ਤੁਸੀਂ ਉਹਦਾ ਜ਼ਿਕਰ ਕਰੋ, ਲੋਕਾਂ ਨੂੰ ਖਬਰਦਾਰ ਕਰੋ। It is a blame game, isn't it? That is why DGP साहब को तो अपनी फोर्स को बचाना है। उन्होंने बचाने की कोशिश की थी, बचाने की कोशिश करेंगे, क्यों नहीं करनी चाहिए? अपनी फोर्स का मॉरल हमें तो वो करना चाहिए, लेकिन एट द सेम टाइम मैं कहता हूं कि अगर ब्लैक शीप है, अगर ब्लैक शीप है तो NDPS एक्ट में मामला उनके अधीन, उनके अगेंस्ट भी बनता है, क्योंकि NDPS एक्ट ना बड़ा समग्र एक्ट है। एक्चुअली आपको मैं तो कहता हूँ कि अगर NDPS एक्ट को शिद्दत से पढ़ने के बाद अगर इम्प्लीमेंट कर दिया जाए तो मुझे वो जो बात याद आती है ना कि कैप्टन अमरिंदर सिंह साहब जब यहाँ पे चीफ मिनिस्टर थे, उन्होंने कहा अभी शूट आउट कर दो, है ना, कोई कैपिटल पनिशमेंट दे दो, है जी। ओ महाराज तुसी पहले NDPS एक्ट पहले लागू ते करो,
ਇੱਕ ਵਾਰੀ ਤੁਸੀਂ ਕਰ ਲਿਓ, ਫੇਰ ਜੇ ਨਹੀਂ ਹੁੰਦਾ ਫਿਰ ਤੁਸੀਂ ਅੱਗੇ ਵਧੋ। ਨਾ ਤੁਸੀਂ ਇੰਪਲੀਮੈਂਟ ਕਰਨਾ ਜੀ ਐਕਟ ਪੂਰੀ ਤਰੀਕੇ ਨਾਲ। ਜਿਵੇਂ ਹੁਣ ਅਸੀਂ ਸੋਚ ਰਹੇ ਸੀ ਹਿਮਾਚਲ ਦੇ ਵਿੱਚ ਡੈਡੀਕੇਟਡ ਫੋਰਸ ਬਣਾਓ ਸਪਲਾਈ ਰਿਡਿਊਸ ਕਰਨੇ ਵਾਸਤੇ, ਠੀਕ ਹੈ ਨਾ, ਔਰ ਫਿਰ ਅਵੇਅਰਨੈਸ ਵਾਸਤੇ ਅਲੱਗ ਮੈਕੈਨਿਜ਼ਮ, ਕਾਉਂਸਲਿੰਗ ਵਾਸਤੇ ਅਲੱਗ ਮੈਕੈਨਿਜ਼ਮ, ਸਕੂਲ ਕਾਲਜਿਸ ਦੇ ਵਿੱਚ ਐਜੂਕੇਸ਼ਨ ਇੰਸਟੀਟਿਊਟ ਦੇ ਵਿੱਚ ਅਲੱਗ ਇੰਟਰਵੈਂਸ਼ਨ, ਪੰਚਾਇਤੀ ਰਾਜ ਇੰਸਟੀਟਿਊਟ ਦੇ ਵਿੱਚ ਅਲੱਗ ਇੰਟਰਵੈਂਸ਼ਨ, ट्रेनिंग्स ऑफ ऑल द इलेक्टेड रिप्रेजेंटेटिव्स ऑफ पंचायती राज इंस्टीट्यूशन वो अलग कंपोनेंट है। जितने भी हितधारक डिपार्टमेंट्स हैं उनमें से लोगों को ड्रॉ करके डेपुटेशन पे ला करके और एक सेपरेट डेडिकेटेड फोर्स मैंने उस डायरेक्टरेट में उसमें लेके आओ। वो 24/7 वो काम करेगा। उसमें लॉ इन्फोर्समेंट विंग अलग होएगा, इंटेलिजेंस विंग अलग होएगा, ठीक है। उसमें अवेयरनेस कैंपेन चलाने वाले अलग होंगे, उसमें काउंसलिंग ट्रीटमेंट देने वाले अलग होंगे, लेकिन वो एक मिशन मोड में काम होगा। सी इतने लोग मर गए, पर्पस व्हीकल ਜਿਹਨੂੰ ਕਹਿੰਦੇ ਨੇ, ਇਟ ਇਜ਼ ਨਾਟ ਅ ਸਪੈਸ਼ਲ ਵੀ ਤੁਸੀਂ ਕੋ ਜੀ ਨਹੀਂ ਹੈਲਥ ਵੈਲਫੇਅਰ ਮਹਿਕਮੇ ਦਾ ਆਪਣਾ ਕੰਮ ਹੈ, ਪੁਲਿਸ ਦਾ ਆਪਣਾ ਕੰਮ ਹੈ, ਇੰਟੈਲੀਜੈਂਸ ਤਾਂ ਆਲਰੇਡੀ ਮਹਿਕਮੇ ਤਾਂ ਹੈ ਨੇ, ਡਿਪਾਰਟਮੈਂਟ ਹੈਗੇ ਨੇ ਸਰ। ਤੁਸੀਂ ਜਦੋਂ ਬਟ ਆਪਸ ਦੀ ਕੋਆਰਡੀਨੇਸ਼ਨ ਤੁਸੀਂ ਕਹਿ ਰਹੇ ਹੋ ਨਾ, ਦੇयर ਹੈਜ਼ ਟੂ ਬੀ ਬ੍ਰੌਟ ਅੰਡਰ ਦ ਸੇਮ ਅੰਬ੍ਰੇਲਾ। कोऑर्डिनेशन तो ਤੁਸੀਂ ਕਰ ਰਹੇ ਹੋ, बढ़िया मीटिंग ਤੁਸੀਂ ਕਰ ਰਹੇ हो। कोऑर्डिनेशन मीटिंग में मैं भी गया, क्या निकलता है शाम को? नथिंग, नो इन्फॉर्मेशन इज शेयर्ड, एक्चुअली नथिंग हैपेंस। चाय पकौड़ा खा के हम लोग बढ़िया सा डिनर लंच वगैरह करके आ जाते हैं, ठीक है, ठीक। आप अपना मैकेनिज्म बनाइए अपनी स्टेट की नीड के अनुसार। पर बन नहीं रहा। यू सेड कि हिमाचल ये लागू होगा, reason because bureaucracy didn't want it. No, certain officers they don't want it. And what about the political? Maybe certain politicians they don't want it. राजनीतिक इच्छा शक्ति होनी चाहिए, नहीं होनी चाहिए ना। हमने राजनीतिक इच्छा शक्ति को ही तो लाने की ਪੰਜਾਬ ਦੀ ਪ੍ਰੋਬਲਮ ਤਾਂ ਇਹ ਹੋ ਸਕਦੀ ਨੇ, ਪੰਜਾਬ ਦੇ ਵਿੱਚ ਇਹ ਖਰੜਾ ਆਇਆ ਹੀ ਨਹੀਂ। ਦਿਸ ਹੋਲ ਜੋ ਤੁਸੀਂ ਜਿਵੇਂ ਉੱਥੇ ਇੰਨਾ ਕੰਮ ਕੀਤਾ, ਬਿਕੋਜ਼ ਕਮਿੰਗ ਫਰਮ ਯੂ, ਤੁਹਾਡੇ ਵਰਗੇ ਇੱਕ ਤਜਰਬੇਕਾਰ ਅਫਸਰ ਨੇ ਜੇ ਕੋਈ ਚੀਜ਼ ਬਣਾ ਕੇ ਤਿਆਰ ਕਰਕੇ ਸਟੇਟ ਨੂੰ ਦਿੱਤੀ, ਜੋ ਕਿ ਉਸਨੇ ਮੁਨਾਸਬ ਸਮਝਿਆ ਉਸ ਨੂੰ ਲਾਗੂ ਕਰਨਾ, ਲਾਗੂ ਕੀਤੀ ਗਈ, ਨੋਟੀਫਾਈ ਕੀਤੀ ਗਈ, ਬਟ ਅੱਗੇ ਉਸ ਨੂੰ ਨਹੀਂ ਇੰਪਲੀਮੈਂਟ ਕੀਤਾ ਜਾ ਸਕਿਆ। ਦੈਟਸ ਅ ਡਿਫਰੈਂਟ ਥਿੰਗ। ਉਹਦੇ ਵਿੱਚ ਹੋਰ ਕਈ ਚੀਜ਼ਾਂ ਨੇ, ਬਟ ਘੱਟੋ ਘੱਟ देयर इज अ ਰੈਫਰੈਂਸ ਪੁਆਇੰਟ ਨਾ। ਹੁਣ ਤੁਸੀਂ ਉਹ ਰੈਫਰੈਂਸ ਤਾਂ ਦੇ ਰਹੇ ਹੋ ਨਾ, ਉਸਦਾ ਰੈਫਰੈਂਸ ਉਸ ਤੋਂ ਜ਼ਿਆਦਾ ਤੁਸੀਂ ਉੱਤੇ ਜਾ ਸਕਦੇ ਹੋ, ਥੱਲੇ ਜਾ ਸਕਦੇ ਹੋ। ਡਿਟੇਲਡ ਰੈਫਰੈਂਸ ਪੁਆਇੰਟ ਹੈ। ਪਾਲਿਸੀ ਹੈਜ਼ ਬੀਨ ਰਿਟਨ ਸੋ ਐਗਜ਼ੌਸਟਿਵਲੀ ਕਿ ਉੱਥੋਂ ਬਾਹਰ ਕੋਈ ਚੀਜ਼ ਹੋ ਨਹੀਂ ਸਕਦੀ, ਠੀਕ ਹੈ। ਇਹ ਪ੍ਰੈਕਟੀਕਲ ਹੈ, ਤੁਹਾਨੂੰ ਇੱਕ ਇੰਨੀ ਪ੍ਰੈਕਟੀਕਲ ਹੈ। ਤੁਸੀਂ ਪੀਸ ਮਿਲ ਦੇ ਵਿੱਚ ਵੀ ਤਾਂ ਉਹੀ ਕਰੀ ਜਾਂਦੇ ਹੋ। ਕੁਝ ਨਾ ਕਰਨ ਨਾਲ ਤਾਂ ਚੰਗਾ ਨਾ ਤੁਸੀਂ ਕੁਝ ਕਰੋਗੇ। ਤੁਸੀਂ ਕੀ ਕਰ ਰਹੇ ਹੋ? ਤੁਸੀਂ ਤੁਹਾਡੀ ਪੁਲਿਸ ਜਿਹੜੀ ਅਵੇਅਰਨੈਸ कैंपेन करी जाती है, ਤੁਹਾਡਾ ਕੰਮ ਹੈਗਾ। मैंने नशा निवारण बोर्ड की पहली बैठक में जब ये बात करी तो डीजीपी साहब वहां से नाराज हो गए। पुलिस कि जो हम लोग जो है हमने जो है वो नशा निवारण कमेटियां बनाई है थाने लेवल की, है ना, तो हम अवेयरनेस कैंपेन ना करें। मतलब हमने कहा जी आपको हम कहाँ रोक रहे हैं, लेकिन अवेयरनेस करना आपका काम नहीं है। सॉरी, यू आर एन एम्पावर्ड एजेंसी अंडर द एनडीपीएस एक्ट। आपका काम है इंटेलिजेंस गैदर करना, आपका काम है इन्फोर्समेंट करना, आपका काम है अभियोजन करना, आपका काम है प्रोसिक्यूट करके लोगों को जेल में भेजना, आपका काम है बड़े बड़े नेटवर्क्स को ध्वस्त करना, पकड़ना, ताकि वो नीचे तक ना पहुंचे। अवेयरनेस के लिए सोशल जस्टिस डिपार्टमेंट है, स्पोर्ट्स डिपार्टमेंट है, डिप्टी कमिश्नर है, यूथ वेलफेयर है, अर्बन डेवलपमेंट है, रूरल डेवलपमेंट है, पंचायती राज इंस्टीट्यूशंस है, डिपार्टमेंट ऑफ रेवेन्यू है, कितने सारे हैं। ਸਾਡੇ ਇੱਥੇ ਐਸਐਸਪੀ ਕਮਿਸ਼ਨਰ ਚੜੇ ਹੋਏ ਨੇ, ਉੱਥੇ ਸੌਂ ਚੁਕਾ ਰਹੇ ਨੇ। ਆਈ ਐਮ ਸਰਪ੍ਰਾਈਜ਼ ਕਿ ਉਹ ਹਜ਼ਾਰਾਂ ਬੱਚੇ ਨੂੰ ਖੜਾ ਕਰਕੇ ਪੁਲਿਸ ਇਜ਼ ਡੂਇੰਗ ਵਟ ਪ੍ਰੋਬੇਬਲੀ ਦੇ ਫੀਲ ਦੇ ਨੀਡ ਟੂ ਡੂ ਇਟ। ਉਹਨਾਂ ਦੇ ਸਮਾਜ ਦੀ ਚੇਤਨਾ ਸ਼ਾਇਦ ਪੁਲਿਸ ਨਹੀਂ ਲੈ ਕੇ ਆਣੀ। ਮੇਰਾ ਤੇ ਬੜਾ ਸਾਰਿਆਂ ਨਾਲ ਸਭ ਤੋਂ ਪਹਿਲਾਂ ਰਿਕੁਐਸਟ ਇਹ ਹੈ ਕਿ ਤੁਸੀਂ ਪਹਿਲੇ ਸਾਰੇ ਦਾਰੂ ਪੀਣਾ ਛੱਡ ਦਿਓ, ਤੇ ਤੁਸੀਂ ਛੱਡੋਗੇ ਤੇ ਫਿਰ ਬੋਲੋ। ਸੌ ਤਾਂ ਚੁਕਵਾਓ ਤੁਸੀਂ। ਜੇ ਤੁਸੀਂ ਆਪੇ ਨਹੀਂ ਨਾ ਉਹਨੂੰ ਚੀਜ਼ ਨੂੰ ਲਾਗੂ ਕਰਦੇ ਆਪਣੇ ਉੱਪਰ, ਵਾਟ ਇਜ਼ ਦੀ ਵੈਲਿਊ ਆਫ ਯੋਰ ਤੁਸੀਂ ਜੋ ਮਰਜ਼ੀ ਬੋਲ ਦਿਓ, ਤੁਸੀਂ ਠੀਕ ਹੈ, ਤੁਹਾਡੇ ਕੋਲ ਡੇਟਾ ਹੋ ਗਿਆ, ਤੁਸੀਂ ਫੋਟੋ ਹੋ ਗਈ, ਸਾਡੀ ਸਭ ਕੁਝ ਹੋ ਗਿਆ, ਮੈਰਾਥਨ ਵੀ ਹੋ ਗਈ, ਹਾਫ ਮੈਰਾਥਨ ਵੀ ਹੋ ਗਈ, सब कुछ हो गया, पेंटिंग कंपटीशन हो गया, भाषणबाजी हो गई, ड्रामा स्किट हो गई, सब कुछ हो गया, एवरीथिंग। व्हाट इज द इम्पैक्ट वन एंड व्हाट इज द इम्पैक्ट असेसमेंट? डू यू हैव अ मैकेनिज्म ਜਿਹਦੇ ਵਿੱਚ ਤੁਸੀਂ ਥੀਮੈਟਿਕਲੀ ਤੁਸੀਂ ਥੀਮੈਟਿਕ ਇਵੈਲੂਏਸ਼ਨ ਕਰਦੇ ਹੋ ਜਿਹੜਾ ਤੁਸੀਂ ਕੀਤਾ 2 ਸਾਲ ਦੇ ਵਿੱਚ ਜਾਂ ਨਹੀਂ? ਤੁਸੀਂ ਸਿਰਫ ਰਿपोर्ट देंगे 26 जून ਨੂੰ इंटरनेशनल डे अगेंस्ट ड्रग अब्यूज एंड इलिसिट ट्रैफिकिंग के दिन कि हमने ये किया, हमने किया। आप कर रहे हैं, स्वागत है आपका, हम कह रहे हैं बड़ी ਅਸੀਂ ਇੱਜ਼ਤ ਕਰਦੇ ਤੁਹਾਡੀ, ਤੁਸੀਂ ਕਰ ਰਹੇ ਹੋ। ਉਹ ਉੱਥੇ ਤਾਂ ਵਧ ਹੀ ਜਾਂਦਾ ਡਰਗ ਅਬਿਊਜ਼, ਤੇ ਫਿਰ ਅਸੀਂ ਜਿਹੜਾ ਕੀਤਾ ਉਹਦਾ ਕੀ ਹਿਸਾਬ ਕਿਤਾਬ ਹੈ? ਇਨਫੈਕਟ ਸ਼ਰਮਾ ਜੀ, ਮੈਂ ਥੋੜਾ ਆਪਣਾ ਐਕਸਪੀਰੀਅੰਸ ਕੈਨੇਡਾ ਦਾ, ਨਾਰਥ ਅਮਰੀਕਾ ਦਾ ਦੱਸਣਾ ਚਾਹਾਂਗਾ, ਬਿਕੋਜ਼ ਆਈ ਵਾਸ देयर ਫॉर ਅ ਈਅਰ ਐਂਡ ਸੋ। ਉੱਥੇ ਬ੍ਰਿਟਿਸ਼ ਕੋਲੰਬੀਆ ਜਿਹੜਾ ਕਿ ਸਭ ਤੋਂ ਜ਼ਿਆਦਾ ਨਸ਼ੇ ਦੀ ਸਮੱਸਿਆ ਦੇ ਨਾਲ ਗ੍ਰਸਤ ਪ੍ਰੋਵਿੰਸ ਆਉਂਦਾ ਕੈਨੇਡਾ ਦਾ, ਵੈਸਟ ਕੋਸਟ ਤੇ।
ਤੇ ਸਭ ਤੋਂ ਜ਼ਿਆਦਾ ਡਰੱਗ ਤੇ ਜਿਹੜਾ ਕਾਰਟਲ ਡਰੱਗ ਦੇ ਨੇ ਉਹ ਵੈਨਕੂਵਰ ਲੋਅਰ ਮੇਨਲੈਂਡ ਬ੍ਰਿਟਿਸ਼ ਕੋਲੰਬੀਆ ਦੇ ਨੇ ਐਂਡ ਇਨਫੈਕਟ ਹੁਣ ਜਿਹੜਾ ਟਰੰਪ ਨੇ ਕਿਹਾ ਕਿ ਜਿਹੜਾ ਫੈਂਟਨਲ ਜ਼ਾਰ ਅਪਾਇੰਟ ਕੀਤਾ ਗਿਆ ਉੱਥੇ ਕੈਨੇਡਾ ਹੈਜ਼ ਅਪਾਇੰਟਡ ਅ ਫੈਂਟਨਲ ਜ਼ਾਰ ਆਫਟਰ ਦੇ ਵਰ ਇੰਪੋਜ਼ਡ 25% ਟੈਰਿਫ ਯੂ ਨੋ ਇਮੈਜਿਨ ਦੀ ਆ ਜਿਹੜੀ ਨਸ਼ੇ ਦੀ ਜਿਹੜੀ ਪ੍ਰੋਬਲਮ ਹੈ ਆਪਾਂ ਪੰਜਾਬ ਦੀ ਗੱਲ ਕਰ ਰਹੇ ਹਾਂ ਦੁਨੀਆ ਦੇ ਵਿੱਚ ਦੇਖੋ ਕੀ ਹੋ ਰਿਹਾ ਹੈ ਕਿ ਕੈਨੇਡਾ ਦੇ ਵਰਗਾ ਕੰਟਰੀ ਉਹਦੇ ਉੱਤੇ 25% ਟੈਰਿਫ ਠੋਕਤੇ ਗਏ ਤੇ ਉਹਨੂੰ ਠੀਕ ਹੈ ਉਹਨੂੰ ਇਨ ਸਟੇਟ ਆਫ ਸਸਪੈਂਸ਼ਨ ਵੀ ਉਹਨਾਂ ਨੇ ਕਿਹਾ ਵੀ ਹਾਂ ਯੂ ਨੋ ਕੈਨੇਡਾ ਵੋਕ ਆਊਟ ਆਫ ਇਟਸ ਸਲੰਬਰ ਯੂ ਨੋ ਉਹ ਨੀਂਦ ਤੋਂ ਜਾਗੇ ਉਹਨਾਂ ਨੇ ਹੁਣ ਫੈਂਟਨਲ ਜ਼ਾਰ ਅਪਾਇੰਟ ਹੋ ਗਿਆ ਉਹ ਕਹਿੰਦੇ ਵੀ ਅਸੀਂ ਫੈਂਟਨਲ ਦੀ ਜਿਹੜੀ ਇਨਵਰਡ ਰੋਡਸ ਹੈਗੀਆਂ ਉਹ ਬੰਦ ਕਰਾਂਗੇ ਯੂ ਨੋ ਹੁਣ ਟਰੰਪ ਨੇ ਡੰਡਾ ਖੜਕਾਇਆ ਹੀ ਸੇਡ ਕਿ ਸਾਡੇ ਮੁਲਕ ਦੇ ਵਿੱਚ ਫੈਂਟਨਲ ਤੋਂ ਬੰਦੇ ਮਰ ਰਹੇ ਸੀ ਸੋ ਬਸ ਟੈਲਿੰਗ ਕਿ ਉੱਥੇ ਡੇਟਾ ਹੈ ਯੂ ਨੋ ਐਵਰੀ ਡੇ 6 ਬੰਦੇ ਹਰ ਰੋਜ਼ ਮਰਦੇ ਨੇ ਡਰਗ ਓਵਰਡੋਜ਼ ਤੋਂ ਜਾਂ ਟੌਕਸਿਸਿਟੀ ਆਫ ਡਰਗ ਤੋਂ ਵਿਚ ਇਜ਼ ਬੇਸਿਕਲੀ ਫੈਂਟਨਲ 85% ਉੱਤੇ ਹੁੰਦਾ ਹੈ ਬਟ ਸਟਿਲ ਦੇ ਹੈਵ ਦ ਡੇਟਾ ਐਂਡ ਦੇ ਆਰ ਟ੍ਰਾਂਸਪੇਰੈਂਟ ਇਨਫ ਐਵਰੀ ਯੂ ਨੋ ਮੰਥ ਹਰ ਮਹੀਨੇ ਇੱਕ ਰਿਪੋਰਟ ਆਉਂਦੀ ਹੈ ਉੱਥੋਂ ਦੇ ਇੱਕ ਪਾਰਟਿਕੂਲਰ ਆਫਿਸ ਹੁੰਦਾ ਹੈ ਕੋਰੋਨਰਸ ਸਰਵਿਸ ਉਹਨਾਂ ਦਾ ਡੈਡੀਕੇਟਡ ਮੈਕੈਨਿਜ਼ਮ ਹੈ ਸਰ ਹਾਂ ਉਹ ਠੀਕ ਹੈ ਕਾਬੂ ਉਹ ਵੀ ਨਹੀਂ ਕਰ ਪਾ ਰਹੇ ਲੇਕਿਨ ਉਹਨਾਂ ਕੋਲ ਡੇਟਾ ਹੈ ਵੀ ਸਾਡੇ ਰੋਜ਼ ਕਿੰਨੇ ਬੰਦੇ ਮਰ ਰਹੇ ਨੇ ਯੂ ਨੋ ਜਨਵਰੀ ਫਰਵਰੀ ਮਾਰਚ ਅਪ੍ਰੈਲ 2016 17 18 19 20 ਕਿੰਨੇ ਬੰਦੇ ਓਵਰਡੋਜ਼ ਨਾਲ ਮਰੇ ਸੋ ਹੈਲਥ ਐਮਰਜੈਂਸੀ ਲੱਗੀ ਹੋਈ 8-9 ਸਾਲਾਂ ਤੋਂ ਯੂ ਨੋ ਦੈਟਸ ਅ ਡਿਫਰੈਂਟ ਥਿੰਗ ਕਿ ਉਹ ਕੁਝ ਕਰ ਨਹੀਂ ਪਾਏ ਸਾਡੇ ਦੀ ਰਿਪੋਰਟ ਹੀ ਨਹੀਂ ਹੋ ਰਿਹਾ ਮੈਂ ਉਹੀ ਕਹਿ ਰਿਹਾ ਨਾ ਹੁਣ ਇੱਥੇ ਪ੍ਰੋਬਲਮ ਇਹ ਆ ਜਾਂਦੀ ਹੈ ਵੀ ਕੋਈ ਬੰਦਾ ਮਰਿਆ ਨਹੀਂ ਮਰਿਆ ਹੁਣ ਇੱਕ ਅਖਬਾਰ ਨੇ ਖਬਰ ਛਾਪਤੀ ਜੀ ਕਿ ਉਹਨੂੰ ਅਖਬਾਰ ਦਿਨ ਕਹਿ ਰਿਹਾ ਕਿ ਚੀਫ ਮਿਨਿਸਟਰ ਕਹਿ ਰਿਹਾ ਜੀ ਕਿ ਹਜ਼ਾਰਾਂ ਤਬਾਦਲੇ ਕਰਤੇ ਰਲਗੜ ਸੀ ਅਖਬਾਰ ਕਲੇਮ ਕਰੀ ਜਾਂਦਾ ਕਿ ਮੇਰੀ ਰਿਪੋਰਟਿੰਗ ਹੋ ਗਈ ਜੀ ਪੱਤਰਕਾਰ ਕਹਿੰਦਾ ਮੇਰੀ ਰਿਪੋਰਟਿੰਗ ਹੋ ਗਈ ਅਖਬਾਰ ਕਹਿੰਦਾ ਮੇਰੀ ਰਿਪੋਰਟਿੰਗ ਹੋ ਗਈ ਤਾਂ ਕਰਕੇ ਮੇਰੀ ਖਬਰ ਦਾ ਅਸਰ ਹੋ ਗਿਆ you know you actually don't know and you're right ki we don't have the data ਸਾਡੇ ਕੋਲ ਡੇਟਾ ਹੀ ਨਹੀਂ ਹੈ you know to deal with this issue ਸਰ ਸਾਨੂੰ ਜਾਂ ਤੱਕ ਸਾਨੂੰ ਪ੍ਰੋਬਲਮ ਦਾ ਨਹੀਂ ਪਤਾ ਅਸੀਂ ਸੋਲੂਸ਼ਨ ਕਿੱਥੋਂ ਲੱਭ ਰਹੇ ਹਾਂ ਮੈਨੂੰ ਦੱਸੋ ਨਾ ਇੱਕ ਬੜੀ ਬੇਸਿਕ ਚੀਜ਼ ਹੈ ਸਰ ਪਰਿਵਾਰ ਦੇ ਵਿੱਚ ਵੀ ਕੋਈ ਸਮੱਸਿਆ ਆਉਂਦੀ ਹੈ ਜਾਂ ਇੰਡੀਵਿਜੂਅਲੀ ਮੈਨੂੰ ਕੋਈ ਸਮੱਸਿਆ ਆ ਰਹੀ ਹੈ ਤਾਂ ਪਹਿਲੇ ਮੈਨੂੰ I have to recognize that ਸਮੱਸਿਆ ਤੁਸੀਂ ਪਹਿਲੇ ਆਪਣੀ ਪ੍ਰੋਬਲਮ ਰਿਕੋਗਨਾਈਜ਼ ਤੇ ਕਰੋ ਐਪਰੀਸ਼ੀਏਟ ਕਰੋ ਨਾ ਪਹਿਲਾਂ ਕਿ ਹਾਂ this is the problem ਫਿਰ ਦੇਖੋ ਕਿੰਨੀ ਸਕੇਲ ਹੈ और ਉਹਦੇ ਪੈਟਰਨ ਕੀ ਹੈਗੇ ਕਿਆ ਇੰਪੈਕਟ ਕਹਾਂ ਸੇ ਹੋ ਰਿਹਾ क्या ਹੋ ਰਿਹਾ ਆਈਡੈਂਟੀਫਾਈ ਕਰੋ ਰਾਜਨੀਤਿਕ ਇਮਾਨਦਾਰੀ ਦੀ ਵੀ ਲੋੜ ਹੈ ਇੱਥੇ ਯੂ نو ਪੋਲੀਟੀਕਲ ਬਿਕੋਜ਼ ਪੁਆਇੰਟ ਹੈ ਵੀ ਜਦੋਂ ਤੁਸੀਂ ਇਸ ਤਰੀਕੇ ਦਾ ਕ੍ਰਿਟੀਕਲ ਡੇਟਾ ਪਹਿਲੀ ਵਾਰ ਮੀਡੀਆ 'ਚ ਜਾਂ ਪਬਲਿਕ 'ਚ ਲੈ ਕੇ ਜਾਂਦੇ ਹੋ ਕਹਿੰਦੇ ਹੋ ਵੀ ਸਾਡੇ ਇੱਥੇ ਇੰਨੀਆਂ ਮੌਤਾਂ ਹੋ ਰਹੀਆਂ ਨੇ ਲੋਕਾਂ ਦੀਆਂ ਯੂ ਬ੍ਰਿੰਗ ਯੋਰਸੈਲਫ ਕਿ ਤੁਹਾਡੇ ਆਪੋਜੀਸ਼ਨ ਪਾਰਟੀਆਂ ਤੁਹਾਡੇ ਤੇ ਚੜ੍ਹਦੀਆਂ ਨੇ ਦੇਖੋ ਜੀ ਤੁਸੀਂ ਮਾਰਤਾ ਤੁਸੀਂ ਉਹਨਾਂ ਡਿਪੋਟੇਸ਼ਨਸ ਹੋ ਰਹੀਆਂ ਨੇ ਲੋਕ ਭਗਵੰਤ ਮਾਨ ਤੋਂ ਪੁੱਛੀ ਜਾ ਰਹੇ ਨੇ ਵੀ 2.5-3 ਸਾਲ 'ਚ ਤੁਸੀਂ ਕੀ ਕੀਤਾ ਜਦੋਂ ਕਿ ਡਿਪੋਟੇਸ਼ਨਸ ਜਾਂ ਬੰਦੇ ਦਾ ਪਿਛਲੇ ਕਈ ਸਾਲਾਂ ਤੋਂ ਜਾ ਰਹੇ ਨੇ ਸੋ ਪੁਆਇੰਟ ਹੈ ਕਿ ਉੱਥੇ ਪੋਲੀਟੀਕਲ ਲੀਡਰ ਜਿਹੜਾ ਹੈ ਜਾਂ ਆਫਿਸਰਸ ਜਿਹੜੇ ਹੈਗੇ ਨੇ ਕੋਈ ਨੋ ਮਿਸਟੇਕ ਸਿੰਡਰੋਮ ਹੈ ਵੀ ਨਹੀਂ ਐਵਰੀਥਿੰਗ ਇਜ਼ ਆਲ ਇਜ਼ ਵੈਲ ਇੱਥੇ ਤਾਂ ਪੰਜਾਬ ਦੇ ਹਾਲਾਤ ਇਹ ਨੇ ਇੱਥੇ ਗ੍ਰੇਨੇਡ ਧਮਾਕੇ ਹੁੰਦੇ ਨੇ ਉਹਨਾਂ ਨੂੰ ਰੇਡੀਏਟਰ ਧਮਾਕੇ ਦੱਸ ਦਿੰਦੇ ਨੇ ਟਾਇਰ ਬਰਸਟ ਦੱਸ ਦਿੰਦੇ ਨੇ ਇਮੇਜਿਨ ਕਿ ਤੁਸੀਂ ਇਨਫੋਰਮੇਸ਼ਨ ਨੂੰ ਐਡਾ ਲੁਕੋ ਰਹੇ ਹੋ ਐਂਡ ਤੁਸੀਂ ਇਹਦਾ ਡੇਟਾ ਨੂੰ ਕਿਵੇਂ ਯੂ نو ਪਬਲਿਕ 'ਚ ਲਿਜਾਓ ਇੱਕ ਚੀਜ਼ ਹੋਰ ਮੈਂ ਤੁਹਾਨੂੰ ਮੈਂ ਕੰਟੀਨਿਊ ਕਰਦਾ ਕਿ ਪਿੱਛੇ ਸਟੇਟਮੈਂਟਸ ਆਈਆਂ ਪੰਜਾਬ ਤੋਂ ਵੀ ਆਈ ਕਿ ਹਿਮਾਚਲ ਤੋਂ ਬਹੁਤ ਨਸ਼ਾ ਆ ਰਿਹਾ ਤੇ ਹਿਮਾਚਲ ਦੇ ਟਾਰਗੇਟ ਕਰ ਦਿੱਤਾ ਹਿਮਾਚਲ ਵਾਲੇ ਨੇ ਕਿ ਦੇਖੋ ਜੀ ਇੱਥੇ ਤਾਂ ਫੜੇ ਜ਼ਿਆਦਾਤਰ ਜਿਹੜੇ ਉਹ ਪੰਜਾਬ ਦੇ ਔਰ ਬਾਹਰ ਦੇ ਬੰਦੇ ਫੜੇ ਜਾ ਰਹੇ ਆ ਤੇ ਸਾਡਾ ਤੇ ਐਸਾ ਕੁਝ ਨਹੀਂ ਹੈ ਤੇ ਉਹ ਫੜੇ ਜਾ ਰਹੇ ਉਹ ਇੱਕ ਦੂਸਰੇ ਨੂੰ ਬਲੇਮ ਹੁਣ ਹਿਮਾਚਲ 'ਚ ਜਿਹੜਾ ਆਫਲੇਟ ਕੀ ਹੋ ਰਿਹਾ कि किसी ने स्टेटमेंट दे दी थी किसी एमएलए ने देती है किसी ने है ना और माननीय विधायक बोल पड़े है ना कि पिछली सरकार ने तो कुछ किया ही नहीं है ना हम ही ने किया है क्या किया है और उनको ये भी पता नहीं कि जिस एक्ट की बात उन्होंने करी उनको उसके बारे में पता ही नहीं है कि वो बना किस लिए है ना लेकिन उन्होंने कर दिया मतलब ये है कि अखबार में बता दो कहीं पे एक जनरल सी एक बात कर दो बाकी कुछ पता नहीं है ना आप डेडिकेटेड मोड में आपको काम करना पड़ेगा आप इससे छुप नहीं सकते हैं है ना और हिमाचल जैसी स्टेट जहाँ पे मात्र और मात्र 80 लाख पॉपुलेशन के करीब है 72-75-80 लाख जो भी है ठीक है ना छोटी स्टेट है ना बहुत जल्दी लपेटे में आएगी पंजाब में तो फिर भी वॉरियर्स हैं हम बता रहे हैं आपको वॉरियर हमारे पास भी हैं हमारे भी वीर भूमि से जानी जाती है हमारी लेकिन वहाँ भी ये घुस गया है ड्रग जो है उन इलाकों में घुस गया है ना ब्लेम गेम से कुछ नहीं होगा और हिमाचल में क्या हुआ कि एएनटीएफ तो ये अभी मेरे पास एक इन्फॉर्मेशन आई कि एएनटीएफ तो केंद्र सरकार ने बनाई हुई है हम जो है स्पेशल टास्क फोर्स बनाई ਜਦੋਂ मैं कन्वीनर सी उस ਵੇਲੇ 26 ਜੂਨ ਨੂੰ ਇੱਕ ਪ੍ਰੋਗਰਾਮ ਹੋਇਆ मैं भी ਉੱਥੇ ਸੀ डायस ਤੇ ਸੀ और मुझे पता भी नहीं है कन्वीनर एडवाइजर को और डीजीपी साहब ने उस वक्त मुख्यमंत्री जी से अनाउंसमेंट करा दी हम एसटीएफ बना रहे ਮੈਂ ਕਿਹਾ ਇਹ ਐਡਵਾਈਜ਼ਰ ਸਾਹਿਬ ਤੁਹਾਨੂੰ ਕੁਝ ਪਤਾ ਹੀ ਨਹੀਂ ਹੈਗਾ ਇੱਥੇ ਐਸਟੀਐਫ ਬਣ ਗਈ ਬਣਾਣੀ ਏਐਨਟੀਐਫ ਹੈ ਬਿਕੋਜ਼ ਇਟ ਵਿਲ ਬੀ ਵਰਕਿੰਗ ਇਨ ਲਾਈਨ ਵਿਦ ਸੈਂਟਰਲ ਗਵਰਨਮੈਂਟ ਔਰ ਇੱਕ ਯੂਨੀਫਾਈਡ ਸਿਸਟਮ ਕ੍ਰੀਏਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਹੋਮ ਮਿਨਿਸਟਰੀ ਤੋਂ ਹੈ ਨਾ ਔਰ ਪ੍ਰਾਈਮ ਮਿਨਿਸਟਰ ਆਫਿਸ ਤੋਂ ਉਹ ਸਾਨੂੰ ਫੋਲੋ ਕਰਨਾ ਹੀ ਪੈਣਾ ਹੈ ਨਾ
ਔਰ ਕਰਨਾ ਚਾਹੀਦਾ ਵੀ ਸਾਨੂੰ। ਹੂੰ ਸਾਡੇ ਕੋਲ ਪੈਸੇ ਹੈ ਨਹੀਂ, ਹੂੰ ਹੈ ਜੀ। ਤੁਹਾਨੂੰ ਜਿਹੜੀ ਫਾਈਨੈਂਸ਼ੀਅਲ ਜਿਹੜੀ ਸਪੋਰਟ ਹੈ ਉਹ ਤੇ ਸੈਂਟਰ ਤੋਂ ਮਿਲਣੀ ਹੈ ਤੁਹਾਨੂੰ, ਹੂੰ ਚਾਹੇ ਉਹ ਤੁਹਾਨੂੰ ਇਕਵਿਪਮੈਂਟ ਲੈਣੇ ਆ, ਤੁਹਾਡੀ ਟ੍ਰੇਨਿੰਗਸ ਹੋਣੀ ਆ, ਤੁਹਾਡੀ ਕਿੰਨੇ ਸਾਰੇ ਕੰਪੋਨੈਂਟਸ ਇਹਦੇ ਵਿੱਚ ਹੈਗੇ ਹੈ ਨਾ। ਐਵਰੀਥਿੰਗ ਯੂ ਹੈਵ ਟੂ ਰਿਲਾਈ ਔਨ ਦੀ ਸੈਂਟਰਲ ਗਵਰਨਮੈਂਟ, ਯੂ ਡੋਂਟ ਹੈਵ ਮਨੀ। Every day you are saying we don't have money, we don't have money. So if you don't have money, then why are you creating a special task force? Now question is, वही ANTF के भी चीफ है और वही स्पेशल टास्क फोर्स के भी चीफ होंगे जी, तो आपने क्या कर दिया? बस जी हमको तो क्या करना है, हमको अखबार में खबर देनी है, लेबल लगाना कि ये मैंने किया था। अब मैं ये कह रहा हूं कि अगर हिमाचल में 2000 करोड़ का चिट्टे का बिजनेस हो रहा है फॉर एग्जाम्पल, और पंजाब में, मैं तो मुझे याद है ट्रिब्यून में उस वक्त छपता होता फ्रंट पेज पे 5000 करोड़ की उस वक्त कहते थे इकोनॉमी है ड्रग की, है ना, ऐसा कहा जाता था। अब तो न जाने क्या हुआ होगा। हाउ मच मनी यू आर इन्वेस्टिंग अगेंस्ट फॉर फाइटिंग द ड्रग ट्रैफिकिंग एंड अब्यूज? डू यू हैव अ डेडिकेटेड नेशनल एनवायरनमेंट फंड इन पंजाब? यू डोंट हैव। डू यू हैव अ पॉलिसी, इंटीग्रेटेड पॉलिसी इन पंजाब? यू डोंट हैव। ठीक है। Do you have maybe 3-4 departments, everybody is running a helpline. How much help are you able to render to the people and to the affected people? You don't know. ठीक है ना। और कितने सिंसियरली होते हुए एफर्ट हो रहे, यू डोंट नो। कितना प्रोडक्शन हो रहा है आपके यहाँ पे, कितना वो आपको उसका पता नहीं, ट्रैफिकिंग आपको पता नहीं। तो पॉलिसी तो बननी चाहिए ना। सो आई रिकमेंड दैट पंजाब शुड ऑल्सो हैव देयर ओन पॉलिसी, और वो पॉलिसी आपको हिमाचल को देखते हुए, JNK को देखते हुए, उत्तराखंड, हरियाणा को और राजस्थान को देखते हुए, बहुत बुकी आती है राजस्थान से, नालागढ़ तक पहुंचती है। जी जी, ठीक है ना। वैसे तो गांजा असम से हिमाचल में आता है, और बताइए, नेपाल से चरस हिमाचल पहुंचती है, रीब्रांड होती है, फिर जाती है ना। डेडिकेटेड मैकेनिज्म क्यों नहीं बनना चाहिए भाई? बनाना है और उस पर पैसा भी खर्च करना है। व्हाई डू यू ब्लेम द पुलिस? एक आईओ अभी काम कर रहा है बेचारा, ठीक है, अभी उसने सीजर किया, अभी तक वो सीजर कम रिकवरी मेमो बनाया, फोन आया था, चलो तूने 2 घंटे के बाद उधर जाना है, बिल्कुल वो ਉੱਥੇ फटाफट वाइंड अप करदा और रुका रखा हो के ਉੱਥੇ ਭੱਜ ਜਾਂਦਾ, ਉੱਥੇ ਜਾ ਕੇ ਉਸ ਤੋਂ ਬਾਅਦ ਉਹ ਕੋਈ ਹੋਰ ਕੇਸ ਤੇ ਵਿਚਾਰਾ ਪੈ ਗਿਆ। ਉਸ ਤੋਂ ਬਾਅਦ ਉਸਨੇ ਜਿਹੜੀ ਮੁੱਖ ਮੰਤਰੀ ਤੇ ਜ਼ਿਲ੍ਹੇ ਦਾ ਪੁਲਿਸ SSP ਜਾਂ ਕਮਿਸ਼ਨਰੇਟ ਆਫ ਪੁਲਿਸ ਜਿਹੜੀ ਅਵੇਅਰਨੈਸ ਰੈਲੀ ਕਰਵਾਏਗਾ, ਉਹਦੀ VVIP ਸੁਰੱਖਿਆ 'ਚ ਵੀ ਖੜਾ ਹੋਣਾ, ਉਹਦੇ ਵਿਚਾਰੇ ਨੂੰ ਉੱਥੇ ਵੀ ਖੜਾ ਹੋਣਾ ਹੈ ਜੀ। ਤੇ ਇਹ ਤੁਸੀਂ ਕਰ ਸਕਦੇ ਹੋ, मतलब ਤੁਸੀਂ ਆਰ ਯੂ ਫਾਈਟਿੰਗ दी ड्रग मीनेस? मजाक हो रहा है सर, मेरे हिसाब से मजाक हो रहा है ना। अब मैंने ड्रग स्टेट फंड फॉर कंट्रोल ऑफ ड्रग अब्यूज, मैंने एक, यानी कि जिसको नशा निवारण फंड, डेडिकेटेड फंड मैंने नोटिफाई करवा दिया। बीजेपी गवर्नमेंट ने उसको नोटिफाई करवा दिया। कितना फंड, किस पर्पस लिए? जब हम कह रहे हैं कि हम मिशन मोड में काम कर रहे हैं और हम एक डेडिकेटेड मैकेनिज्म तैयार कर रहे हैं, ठीक है, उसमें ANTF भी पार्ट है, ANTF के साथ बाकी सारे डिपार्टमेंट जो सारे आ गए, है ना, मल्टी लेटरल ये मैकेनिज्म होगा, है ना, और एक मुश्त काम करेगा, ठीक है। तो आपके पास डेडिकेटेड फंड तो चाहिए ना, है ना, और उसके आपके सोर्सेज क्या होंगे, आप उसका पूरा SOPs बनेंगे, मैंने सारे बना दिए, पूरी गाइडलाइंस बना दी। फॉर इंस्टेंस मैं एग्जांपल खर्चा कहाँ होगा? फॉर एग्जांपल पंजाब 'ਚ ਕਾਓ ਸੈਸ ਲੱਗਦਾ ਹੈ, हाँ ठीक है, ਕਿਸੇ ਵੀ ਚੀਜ਼ ਦੇ ਉੱਤੇ ਇੱਕ ਕਾਓ ਸੈਸ ਵੀ ਲੱਗਦਾ ਹੈ, ਉਹਦਾ ਵੀ ਤਾਂ ਪਰਪਸ ਹੈ ਨਾ, ਹਾਂ, ਜਿਹੜੇ ਆਵਾਰਾ ਮਵੇਸ਼ੀ ਹੈਗੇ ਉਹਨਾਂ ਦੀ ਦੇਖਭਾਲ ਹੋਵੇ ਨਾ। ਸੋ ਇਹ ਵੀ ਸਮੱਸਿਆ ਵੀ ਕੋਈ ਘੱਟ ਛੋਟੀ ਸਮੱਸਿਆ ਤਾਂ ਹੈ ਨਹੀਂ ਡਰੱਗਸ ਦੀ। ਸੋ ਮੇਬੀ ਪ੍ਰੋਬੇਬਲੀ ਯੂ ਕੈਨ ਥਿੰਕ ਅਬਾਊਟ ਕ੍ਰੀਏਟਿੰਗ ਸਮ ਕਾਈਂਡ ਆਫ ਅ ਸੈਸ। ਠੀਕ ਹੈ, ਥੋੜਾ ਭਾਰ ਜ਼ਰੂਰ ਹੈ, ਲੇਕਿਨ ਯੂ ਨੀਡ ਫੰਡਿੰਗ। ਸਰ, ਪਰ ਪਹਿਲੀ ਗੱਲ ਇਹ ਹੈ ਕਿ ਤੁਸੀਂ, ਤੁਹਾਡੇ 10 ਲੱਖ ਬੱਚੇ ਯੁਵਾ ਤੁਹਾਡੇ ਐਡਿਕਸ਼ਨ ਦੇ ਵਿੱਚ ਫਸ ਗਏ ਆ, ਤੁਹਾਡੀ ਪ੍ਰਾਇੋਰਟੀ ਹੈ ਜਾਂ ਨਹੀਂ ਹੈ? ਪਹਿਲੀ ਗੱਲ ਤਾਂ ਇਹ ਹੈ। ਜੇ ਤੁਹਾਡੀ ਉਹ ਪ੍ਰਾਇੋਰਟੀ ਹੈ ਉਹਨਾਂ ਨੂੰ ਬਚਾਉਣਾ, ਉਹਨੂੰ ਕਰਨਾ, ਤਾਂ ਤੁਸੀਂ ਬਣਾਓਗੇ ਨਾ ਫੰਡ। ਜੇ ਤੁਹਾਡੀ ਪ੍ਰਾਇੋਰਟੀ ਨਹੀਂ, ਤੁਸੀਂ ਕਿਉਂ ਬਣਾਓਗੇ? ਦੱਸੋ ਮੈਨੂੰ, ਸਿੰਪਲ ਗੱਲ ਹੈ। ਦਿਸ ਇਜ਼ ਵੇਅਰ ਦ ਪ੍ਰੋਬਲਮ ਇਜ਼। ਔਰ ਉਹ ਜੋ ਫੰਡ ਹੈ, ਤੁਹਾਡੇ ਤਜਰਬੇ ਦੇ ਹਿਸਾਬ ਨਾਲ ਹਿਮਾਚਲ ਦਾ, ਚਲੋ ਤੁਹਾਡਾ ਪੰਜਾਬ ਦਾ ਨਹੀਂ ਹੈ, ਪੰਜਾਬ ਦਾ ਚਲੋ ਥੋੜਾ ਬਹੁਤ ਮੈਂ ਕਰ ਸਕਦਾ, ਲੇਕਿਨ ਜਾਣਕਾਰੀ ਨਹੀਂ, ਇੱਛਾ ਸ਼ਕਤੀ ਨਹੀਂ, ਨੀਅਤ ਨਹੀਂ, ਵੈਸਟਡ ਇੰਟਰਸਟ ਕੰਮ ਕਰਦੇ ਨੇ। ਕੀ ਰੀਜ਼ਨ ਕੀ ਹੈ ਕਿ ਇਹਦੇ ਬਾਰੇ ਕੋਈ ਸੋਚ ਵੀ ਨਹੀਂ ਪਾਉਂਦਾ? ਥੋੜੇ ਤੇ सोच के भी नहीं ਅੱਗੇ ਵਧਿਆ ਜਾ पा रहा, साढ़े थे शायद सोच ही नहीं पा रहे। पता नहीं, मैं तो इसीलिए ये मुझे भी ऐसे कई बार फील होता है, और बड़ा मैं डिमोरलाइज हो जाता हूँ कि नौकरी भी छोड़ी थी, VRS ले लिया, और अब तो हम तो सड़क पे आ गए एक किस्म से, है ना। तो अब तो सिर्फ हम बच्चों के बीच में संवाद करते हैं। मैं तो अवेयरनेस कैंपेन करता, 2.5 लाख बच्चों के साथ बात कर चुका हूँ मैं लगभग अभी तक हिमाचल प्रदेश के अंदर, है ना। तो ये बड़ा
डार्क लगता है कि ये कोई भी काम हम करना चाह रहे हो नहीं रहा है ना। उसको कोई ना कोई जाता है, उसे उड़ा देता है, कोई चुगली करता है, उसको उड़ा देगा, निगेट कर देगा, निगेट कर देगा, निगेट करता है। व्हाट डू वांट टू डू यार, है ना। और ये साझा प्रॉब्लम है सर इस रीजन की। ऑल दी स्टेट्स हैव टू कम टुगेदर। पिछली सरकार में जयराम ठाकुर जी माननीय मुख्यमंत्री थे, उन्होंने एक 5-6 स्टेट्स के मुख्यमंत्रियों की एक बैठक भी करी। मेरे ख्याल 2-3 राउंड ऑफ टॉक्स उसमें हुए, और उसमें माननीय खट्टर साहब जो मुख्यमंत्री थे हरियाणा के, उन्होंने कहा हम अपने सचिवालय के अंदर इसका भी एक सचिवालय बनाएंगे और उसमें अधिकारियों को तैनात करेंगे। बस इतना तो पता था सबको, आगे का विजन पता नहीं था कि उसने करना क्या है। ठीक है, अनाउंसमेंट हो गई, लेकिन अनाउंसमेंट हो गई, मीटिंगां चल दी रही। मैंने तो समझ नहीं आई कि जेडे अफसर भी गए सी, जेडे सीएम साहब नाल जानते सी। आई वाज नॉट अपॉइंटेड एट द टाइम, हालांकि विजन ये मेरा था। विजन मैंने हिमाचल किसी संस्था माध्यम से दिया था, है ना। माननीय मुख्यमंत्री जी को तो चीफ सेक्रेटरी उसे ले लिया, फट से करा दिया। उन्होंने अपने नंबर बनाने होने, और नंबर बनाने के चक्कर में कर दिया। आगे क्या करोगे महाराज? क्या आप कोई जॉइंट इंटरोगेशन सेंटर वहां बना रहे हो? क्या आप कोई ऐसा मैकेनिज्म तैयार कर रहे हो जिससे आपको इंफॉर्मेशन निकाल पाओगे कि कितनी गैंग्स पंजाब की हैं जो इधर उधर ऑपरेट कर रही है, कितनी हिमाचल की गैंग्स है जो पंजाब में ऑपरेट कर रही है या हरियाणा में कर रही है, क्या फ्लो ड्रग का है इधर से उधर, उधर से इधर, तो उनको आप चिन्हित कर लो, प्रोफाइलिंग कर लो आप। हम लोग तो देखो ना, हम लोग तो पाकिस्तान का पूरा प्रोफाइलिंग करते थे कि बॉर्डर पे कौन कौन से एक्टिव है, उनके मेंबर ऑफ पार्लियामेंट तक हमारे उसमें आ गए थे और हमने नाम भी भेजे, है ना, कि वो इन्वॉल्व है, वहां से भेज रहे इधर सब। तो ये कोई बड़ा काम है? आपका कितना बॉर्डर है ना, कितना बॉर्डर आप साझा करते हो एक दूसरे के साथ? आपको वही पॉइंट्स तो प्लग करने हैं सर, जहां से आवाजाही है। और दूसरा बड़ा इंपॉर्टेंट चीज वो ये है कि आपकी जो कुरियर सर्विसेज है ना, या जो पोस्टल डिलीवरीज है, आपको उस पर बहुत नजर रखने की जरूरत है, क्योंकि डार्क नेट हैज बिकम अ प्रॉब्लम नाउ। दिस इज द बिगेस्ट प्रॉब्लम नाउ, क्योंकि होम डिलीवरी जरूरी नहीं है कि ਤੁਹਾਡੀ ਗੱਡੀਆਂ 'ਚ आए जाए। ठीक है, ये तो जो ड्रग अब्यूजर है ना सर, है ना, जो बेसिकली मनोरोगी है, दोस हु आर पेशेंट्स, ये वही ला रहे हैं और वही पकड़े जाते हैं फिर ज्यादातर। बड़ी बड़ी डिलीवरीज तो आपके पार्सल्स में आ रही है। ਤੁਸੀਂ ਦੇਖੋ ਨਾ ਹੁਣ ਡਾਈਮੈਂਸ਼ਨ ਕਿੰਨੀ ਬਦਲ ਗਈ, ਡਰੋਨ ਦੀ ਐਂਟਰੀ ਹੋ ਜਾਂਦੀ ਹੈ, ਡਰੋਨ ਬਿਕਮਸ ਅ ਪ੍ਰੋਬਲਮ। ਆ ਜਿਹੜੇ ਗੁਜਰਾਤ ਦੇ ਬੰਦਰਗਾਹਾਂ ਤੋਂ ਜਿਹੜੇ 4-4 5-500 ਕਿਲੋ ਆ ਰਿਹਾ, ਕੁਇੰਟਲਾਂ ਦੇ ਹਿਸਾਬ ਨਾਲ ਸਮਾਨ ਆਇਆ, ਫੜੇ ਗਿਆ, ਜਿਹੜਾ ਫੜਿਆ ਗਿਆ, ਲੇਕਿਨ ਜਿਹੜਾ ਨਿਕਲ ਗਿਆ ਹੋਗਾ ਤਾਂ ਪਤਾ ਹੀ ਨਹੀਂ ਨਾ, ਉਹ ਪਤਾ ਹੀ ਨਹੀਂ। ਦੇਖੋ ਦੈਟ ਇਜ਼ ਅ ਪੁਆਇੰਟ। ਉਹ ਬੰਦਰਗਾਹਾਂ ਦੇ ਜ਼ਰੀਏ ਆ ਕੇ ਅਗੇਨ ਉਹਨੂੰ ਫਿਰ ਤੁਸੀਂ ਸਿੰਥੈਟਿਕ ਹੈਰੋਇਨ ਆ ਗਈ, ਪਹਿਲਾਂ ਤਾਂ ਪਿਓਰ ਅਫਗਾਨ ਹੈਰੋਇਨ ਸੀ, ਉਹਨੂੰ ਤੁਸੀਂ ਸਿੰਥੈਟਿਕ ਹੈਰੋਇਨ ਬਣਾਤਾ, ਵਿਚ ਇਜ਼ ਲੀਥਲ, ਵਿਚ ਇਜ਼ ਟੌਕਸਿਕ, ਉਹਦੇ ਨਾਲ ਓਵਰਡੋਜ਼ ਦੀ ਨਵੀਂ ਸਮੱਸਿਆ ਖੜੀ ਹੋ ਗਈ। ਸੋ ਬੰਦਰਗਾਹਾਂ ਦੇ ਜ਼ਰੀਏ, ਡਰੋਨਸ ਦੇ ਜ਼ਰੀਏ ਤਰੀਕੇ ਬਦਲ ਗਏ ड्रग स्मगलर्स ने। मेरा कहने का मतलब यही है सर, यही क्यों डेडिकेटेड फोर्स आपके पास होनी चाहिए, क्यों होना चाहिए मिशन मोड में, आपको आना चाहिए। वैसे अब लेट हो गए, अब क्या हो गया, अब तो डैमेज हैज बीन डन, ठीक है ना। बट चलो करना तो पैना, यू विल हैव टू स्टार्ट, बेटर लेट देन नेवर। हाँ, वो इसीलिए ना कि जो ट्रैफिकिंग गैंग्स हैं, जो ये डिस्ट्रीब्यूटर्स ऑफ ड्रग्स हैं, जो भी है ना, नार्कोटिक ड्रग्स, साइकोट्रोपिक सब्सटेंसेस वाले हैं, इनके तौर तरीके सारे अपडेट हो गए, डिजिटलाइज भी हो गए, ये बड़े लेवल तक चले गए। डार्क वेब ਤੁਸੀਂ ਗੱਲ ਕਰ ਰਹੇ ਹੋ, ਤੁਸੀਂ ਹਜੇ ਡੰਡਾ ਫੜ ਕੇ ਚਲੇ ਹੋ, ਤੁਸੀਂ ਕਹਿੰਦੇ ਅਸੀਂ ਵਾਰ ਵੀ ਹੈਵ ਵੇਜਡ ਅ ਵਾਰ ਬਾਈ ਦਿਸ, है ना। ठीक है, आई वाज इन अ प्रोग्राम इन हमीरपुर, माननीय गवर्नर साहब वहां बैठे थे, वहां पे किसी पुलिस अधिकारी की प्रेजेंटेशन चल रही, तो ये कह रहे थे कि हमारे पास 3-3 जिनके ऊपर केसेस फ्रेम हो रखे हैं वो भी है, 6-6 केसेस वाले भी हैं। नो डाउट यू हैव, मकबूलपुरा एक बड़ा जीवंत उदाहरण रहा किसी वक्त, है ना, कितना बर्बादी हुई। ऐसे ही आप झल्लोवाल चले जाइए, यहाँ पे बरोटीवाला के पास एक गांव है, मतलब जहाँ पे 6-6 केसेस है सबके पास। ऐसे ही आप वहां चले जाइए, छन्नी चले जाइए हिमाचल प्रदेश के अंदर, मिर्थल है इस तरफ पंजाब में, उधर दूसरी तरफ छन्नी है, ठीक है ना, नूरपुर पुलिस डिस्ट्रिक्ट के अंदर। ऐसे कई जगह हैं जहां पे लोगों के ऊपर 4-4, 5-5 केसेस, दे आर हैबिचुअल ऑफेंडर्स। आप ये कह रहे हैं कि जी ये सब है, लेकिन आप ये नहीं कह रहे हैं, आप ये तो कह रहे हैं कैपिटल पनिशमेंट होनी चाहिए, ये कई नेताओं ने कहा, मार दो, है ना, टांग दो, हाँ। लेकिन आपको ये पता नहीं है कि, और ना ही आप इसको जानने का प्रयास कर रहे हैं अपने अधिकारियों को, अपने एडवाइजर्स को बुला करके कि भाई कोई प्रोविजन तो नहीं ऑलरेडी ਤੁਹਾਡੇ ਕੋਲ। आपके पास एनडीपीएस एक्ट में प्रोविजन है कि जो रिपीट ऑफेंडर है ही कैन बी हैंग टू डेथ। क्यों हैंग टू डेथ क्यों नहीं हो रहा है हिंदुस्तान के अंदर, मुझे बताओ। जब सिमिलर ऑफेंस के लिए एक आदमी पनिशमेंट होने के बाद वापस आके दोबारा फिर उसे करता है, रिपीटेडली करता है, यू आर नॉट हैंगिंग हिम।
ਤੁਸੀਂ ਦੇਖੋ ਨਾ, ਤੁਸੀਂ ਗੱਲ ਕੀਤੀ ਵੀ ਆਪਾਂ ਬਹੁਤ ਸਮਾਂ ਵੇਸਟ ਕੀਤਾ, ਅਸੀਂ ਪੰਜਾਬ ਨੇ ਜਾਂ ਕਿਸੇ ਵੀ ਹੋਰ ये ਸਟੇਟ ਨੇ wasted। ਵੇਸਟਡ। ਹੁਣ ਪਿਟ ਐਨਡੀਪੀਐਸ ਹੈ, हाँ ਪਿਟ ਐਨਡੀਪੀਐਸ ਲੇਟ 80s ਦਾ ਬਣਿਆ ਹੋਇਆ ਐਕਟ 88 88 ਦਾ। ਸੋ ਹੁਣ ਤੁਸੀਂ ਉਸ ਨੂੰ ਲਾਗੂ ਕਰਨਾ ਸ਼ੁਰੂ ਹੋ ਰਿਹਾ ਹੈ। ਹੁਣ ਆਪ ਭੇਜੇ ਨੇ ਪੰਜਾਬ ਦੇ ਜਿਹੜੇ ਕੁਝ ਹੈਬਿਚੁਅਲ ਸਮਗਲਰ ਨੇ, ਜਿਹੜੇ ਉਧਰ ਭੁੱਲਰ ਏਰੀਆ ਹਵੇਲੀਆਂ ਦੇ, ਉਹ ਹੁਣ ਭੇਜੇ ਨੇ, ਡਿਬਰੂਗੜ੍ਹ ਭੇਜੇ ਨੇ ਕੁਝ ਨੂੰ। ਨਾਓ ਦੇ ਆਰ ਸੇਇੰਗ ਹੁਣ ਅਸੀਂ ਪਿਟ ਐਨਡੀਪੀਐਸ ਐਕਟ ਯਾਦ ਆ ਗਿਆ ਸਭ ਨੂੰ, ਜਦ ਕਿ ਪਿਟ ਐਨਡੀਪੀਐਸ ਐਕਟ ਇਜ਼ देयर सिंस 90s 1988 88। भाई ਸੋ साहब ਸੋ ਇੰਨੇ ਸਾਲਾਂ पंजाब ਦੌਰਾਨ में ਪਿਟ ਐਨਡੀਪੀਐਸ ਨਹੀਂ ਲੱਗਦਾ ਤੇ ਹੁਣ ਉਹਨਾਂ ਦੀ ਹਵਾ ਟਾਈਟ ਹੋਈ ਹੋਈ ਹੈ मैं तो ਸਮਗਲਰਾਂ ਦੀ। मैं आपको सुनाता हूँ ये कहानी। हाँ। 88 के बाद 20 साल के बाद पंजाब ने इसको लगाने की कोशिश करी आफ्टर 20 इयर्स, मोर देन 20 इयर्स। ठीक है, आप गिन लो, मुझे लगता है ज्यादा। अभी अभी इन्होंने, मुझे लगता 2020 में ही तो पंजाब ने अभी पिट एनडीपीएस एक्ट के रूल बनाए अभी तक। बिल्कुल ठीक है, बिल्कुल। और जब नशा निवारण बोर्ड बना और जब बैठक पहली हुई तो ये एजेंडा मैंने हिमाचल प्रदेश में इंट्रोड्यूस किया कि पिट एनडीपीएस ਨੂੰ ਸ਼ੁਰੂ ਕਰੋ ਲਾਗੂ ਕਰਨਾ। हाँ जी, कि कानून तो बढ़िया होया लागू किने करना। सारे कह रहे थे ये नहीं करना चाहिए, क्यों करना चाहिए, क्या जरूरत है, हद हो गई। ਇਟ ਮੀਨਸ ਕਿ ਤੁਸੀਂ ਹੈਬਿਚੁਅਲ ਸਮਗਲਰਸ ਨੂੰ ਕੰਫਰਟੇਬਲ ਰੱਖਣਾ ਚਾਹਦੇ ਹੋ ਜੇਲ੍ਹਾਂ ਵਿੱਚ। हैबिचुअल नहीं है सर, पिट एनडीपीएस इज व्हाट, व्हाई इट इज बीइंग मिसइंटरप्रेटेड। पिट एनडीपीएस इज प्रिवेंशन ऑफ इलिसिट ट्रैफिकिंग इन नारकोटिक ड्रग्स एंड साइकोट्रोपिक सबस्टेंसेस। ਇਹ ਜਦੋਂ ਕੁਝ ਐਸੇ ਕੇਸਿਸ ਜਿਹੜੇ ਵੱਡੇ, ਜਿਹੜੀ ਮਛਲੀਆਂ ਨਹੀਂ ਹਟਦੇ ਨਹੀਂ, ਜਿਹੜੇ ਜਦੋਂ ਇਹ ਹਟਦੇ ਨਹੀਂ ਜਾਂ ਇਹ ਤੁਹਾਡੇ ਉਹਦੇ ਵਿੱਚ ਸਿਸਟਮ ਦੇ ਵਿੱਚ ਮਤਲਬ ਆ ਨਹੀਂ ਪਾ ਰਹੇ, ਕੋਈ ਐਵੀਡੈਂਸ ਮਤਲਬ ਉਹਦਾ ਡਾਇਰੈਕਟ ਉਹਨਾਂ ਕੋਲ ਰਿਕਵਰੀ ਪੋਸੀਬਲ ਨਹੀਂ ਹੋ ਰਹੀ ਹੈ ਨਾ, ਤੁਸੀਂ ਪਿਟ ਐਨਡੀਪੀਐਸ ਲਾਗੂ ਕਰਕੇ ਉਹਦੀ ਪ੍ਰੀਵੈਂਟਿਵ ਡਿਟੈਂਸ਼ਨ ਕਰਦੇ ਹੋ ਪ੍ਰੋਕਿਓਰ। ਉਹਦੇ ਵਾਸਤੇ ਹੋਮ ਸੈਕਟਰੀ ਇਜ਼ ਅ ਡਿਟੈਂਸ਼ਨ ਅਥਾਰਟੀ, ਉਹ ਤੁਹਾਨੂੰ ਨੋਟੀਫਾਈ ਕਰਨੀ ਪੈਂਦੀ ਹੈ। ਹਾਂ ਨਹੀਂ, ਅੱਗੇ ਉਹਦਾ ਬੋਰਡ ਹੈਗਾ, ਉਹਦੇ ਤੇ ਅਪੀਲ ਹੋਏਗੀ, ਉਹਦਾ ਇੱਕ ਐਡਵਾਈਜ਼ਰੀ ਬੋਰਡ ਹੁੰਦਾ ਜਿਹਦੇ ਕੋਲ ਤੁਸੀਂ ਜਾ ਕੇ ਵੈਟ ਕਰਵਾਓਗੇ ਆਪਣਾ ਕੇਸ, ਉਹ ਅਪਰੂਵ ਕਰੇਗਾ ਤਾਂ ਹੀ ਤੁਸੀਂ ਭੇਜੋਗੇ ਨਾ। ਤੁਸੀਂ ਕੇਸ ਬਣਾਓਗੇ ਨਾ। ਹਾਂ, ਤਾਂ ਕੇਸ ਤੁਸੀਂ क्यों नहीं बना सकते? मैंने दसो एक गल, इलिसिट कल्टीवेशन ऑफ कैनबिस में जितने बड़े बड़े लोग थे, है ना, क्या इनको पिट एनडीपीएस एक्ट में नहीं लाया जा सकता था? अगर इनके पास, आपके पास माना, आपके पास बहाना था कि इनसे रिकवरी नहीं हो पा रही है, बट दे आर थ्राइविंग देयर, उनके पास पासपोर्ट नहीं है, उनके पास वीजा नहीं है, और उनकी आप कॉल डिटेल ले लीजिए, आप उनको इन्वेस्टिगेट कीजिए, यू विल फाइंड दैट these rascals, they are coordinated with 6-7 countries, 10 countries, है ना। सारा इन्होंने ये सब खेल खेला है, इनको डिटेंशन में करके इनको जेल में डालते हैं। यू वुड हैव डिसरप्टेड द सप्लाई। द एंड ऑफ पिट एनडीपीएस एक्ट इज, एंड प्रोडक्ट इज व्हाट, यू नो, डिसरप्शन। इसको डिसरप्ट कर दो, तोड़ दो। कैसे? 4 ग्राम वाले को जेल में डाल के नहीं, टॉप लेवल के आदमी को पकड़ करके उसको, जब आप 1 साल के लिए आप उसको डिटेन करके अंदर डाल दोगे तो उसका पूरा नेटवर्क खत्म हो जाता है। ਹੁਣ ਸ਼ੁਰੂ ਕੀਤਾ ਹੈ, ਆਈ ਮੀਨ ਪਿਛਲੇ ਸਾਲ ਹੋਈ ਨਾ 2024 ਦੇ ਵਿੱਚ। बट आर दे सीरियस? ਨਹੀਂ, ਦੇ ਆਰ ਸੀਰੀਅਸ, ਲਾਈਕ Fine. ਆਈਵ ਸੀਨ ਇਟ। Fine. ਪੰਜਾਬ ਫਿਰ ਪੁਲਿਸ इसका ਨੇ impact ਕੀਤਾ ਹੈ, आएगा। ਵਨ ਹੈਜ਼ ਗੋਨ ਇਨ Impact ਜਿਹੜਾ आएगा। ਬਠਿੰਡੇ ਗਏ ਨੇ, ਤੇ ਈਵਨ ਐਨਸੀਬੀ ਨੇ ਕੀਤੇ ਨੇ 2-3 ਕੇਸ ਐਨਸੀਬੀ तो करना ही ਕੀਤੇ, होगा, NCB ਬਿਕੋਜ਼ ਜਿਹੜੇ ਅੰਮ੍ਰਿਤਸਰ ਤੇ ਉਸ ਬੜੀ ਨੋਟੋਰੀਅਸ ਬੈਲਟ ਹੈ ਉੱਥੇ ਦੇ ਰਿਕਵਾयर्ड। हिमाचल में देयर इज अ स्टेटमेंट फ्रॉम सम लीडर यस्टरडे कि बीजेपी गवर्नमेंट ने, पिछली सरकार ने तो कुछ किया ही नहीं पिट एनडीपीएस एक्ट में, उन्होंने तो वो तो एडवाइजरी बोर्ड तक नहीं बना पाए। भाई 2022 में सरकार जो है इलेक्शन मोड में चली गई, वो रह गया था तो, लेकिन पिट एनडीपीएस एक्ट को नोटिफाई तो पिछली सरकार ने किया ना, तो आप उसको एक्सेप्ट करो। इफ यू वांट टू फाइट द ड्रग मिनेज जॉइंटली, है ना, नेशनल इंटरेस्ट में, स्टेट के इंटरेस्ट में, तो उसको स्वीकार करो कि जो अच्छा काम दूसरी सरकार ने किया था उसे आप उसको स्वीकार कीजिए और उसको आगे बढ़ाओ। बिल्कुल, कोऑर्डिनेशन से, फ्रेमवर्क देता, कॉर्पोरेशन से काम चलेगा, करो। है ना? जी जी बिल्कुल। अब पॉलिसी इन्होंने साइड पे कर दी है, नशा निवारण फंड इनको ठंडे बस्ते में डाल दिया है। नशा निवारण हेल्पलाइन थी जिसको मैं खुद हैंडल करता था, लोगों को मदद करता था, बंद कर दी है। ठीक है ना। अब उनका स्टेटमेंट किसी का आता है कि हमने तो एडवाइजरी बोर्ड बना दिया, फिर उन्होंने कहा कि हमने 68 ऐसे केसेस कॉम्पिटेंट अथॉरिटी को भेज दिए हैं प्रॉपर्टीज के। भाई साहब, आप प्रॉपर्टीज की जो फ्रीजिंग कर रहे हो ना, वो आप चैप्टर 5 जो है ना एनडीपीएस एक्ट का, ये जो रेलेवेंट चैप्टर है, वो फाइनेंशियल इन्वेस्टिगेशन, वित्तीय जांच का है, वो दे रहे हो आप। अगर आपने 68 केसेस दिए हैं तो ही शुड कम फॉरवर्ड एंड ही शुड से दैट वी हैव डिटेन्ड 68 पीपल इन दिस केस। डिड यू डिटेन समबडी? डिड यू प्रेजेंट वन केस? आपने कोई रिपोर्ट तो बनाई तो अभी पिट एनडीपीएस एक्ट के अंदर हिमाचल में? मुझे नहीं लगता कि बनी है। अगर बनी है तो भाई बताइए, हम तो आपसे पूछ रहे हैं।
ये जो है ना, ये जो डिली डिलेइंग और ये जो एक दूसरे के ऊपर आरोप प्रत्यारोप लगाना और चीजों को ਅੱਗੇ नहीं ਚੀਜ਼ਾਂ करना ਤੇ ਇਸੇ है, ਵਾਸਤੇ ਹੋ ਨਹੀਂ ਪਾਉਂਦੀਆਂ ਨਾ rather ਕਿਉਂਕਿ than ਤੁਸੀਂ ਤੁਹਾਡੀ ਨਜ਼ਰ ਆਪੋਜੀਸ਼ਨ ਤੇ ਹੁੰਦੀ ਹੈ ਵੀ ਆਪੋਜੀਸ਼ਨ ਕੀ ਕਹੇਗੀ ਆਪੋਜੀਸ਼ਨ ਤੁਹਾਨੂੰ ਕੰਮ ਨਹੀਂ ਕਰਨ ਦਿੰਦੀ ਹੈ ਨਾ मतलब इसमें पॉलिटिक्स करने का मतलब क्या है? एग्जैक्टली ये सामाजिक यू हैव टू समस्या राइज है, अबव द बोर्ड है ना, दलगत राजनीति से ऊपर उठ करके हमको काम करना चाहिए। मुझे लगता है ऑल दी चीफ मिनिस्टर्स, ऑनरेबल चीफ मिनिस्टर ऑफ दीज 5-6 स्टेट्स, दे मस्ट गेट टुगेदर नाउ, है ना। बिल्कुल ये मेरा सजेशन है आपके माध्यम से, इस चैनल के माध्यम से, मैं पहली बार बोल रहा हूँ अभी, है ना, हम्म, कि नाउ दे शुड कम टुगेदर, गेट टुगेदर, अपने अपने अधिकारियों को, अपने अपने डीजीपीज, अपने होम सेक्रेटरीज, अपने 10 उन प्रिंसिपल सेक्रेटरीज को साथ लेकर के, ऑनरेबल चीफ सेक्रेटरी साहब को साथ ले जा करके, भैया इकट्ठे बैठ करके बात कीजिए, है ना, और इसका समाधान निकालिए, अपनी अपनी पॉलिसी बनाइए और उसमें ये निर्धारित कीजिए कि आप एक दूसरे को मदद करोगे, आप किसी का संरक्षण नहीं करोगे, आप उसे मदद करोगे, तभी आप ड्रग को इरेडिकेट कर पाओगे इस रीजन से। और मुझे लगता है ऐसे ही कारवां जब बनेगा तो डिफरेंट जोन्स पे, डिफरेंट रीजन्स में जब ये मैकेनिज्म बैठेंगे ना सर, व्हेन एवरी स्टेट विल हैव इट्स ओन पॉलिसी अकॉर्डिंग टू इट्स नीड, है ना, फिर जाके किथे बेहतर एदा उपाय बंदा, अन्यथा नथिंग विल हैपन। चलिए, मैं आज ठोक के बोलता हूँ सर, कुछ नहीं होगा। मैं एक और मैसेज भी देना चाह रहा हूँ उसमें, जो ड्रग अब्यूज का प्रॉब्लम है, या जो ये प्रवृत्ति जो पैदा हो रही है, या जो कल्चर पैदा हो रहा है, बेसिकली यू नो वी हैव नाउ अडॉप्टेड अ ड्रग कल्चर। और आप ये भी कई जगह पे आप कई बार आप सोचेंगे कि हम पहले रेजिस्ट करना चाह रहे थे, हमने करा नहीं है ना, रेजिस्ट तो करा ही नहीं, इतनी डिस्कशन में क्या हुआ, इसका मतलब हमने करा ही नहीं, वॉर तो हुई नहीं, रेजिस्ट तो किया ही नहीं, लेकिन हम अब रिजाइन कर चुके हैं। हम तो बिना रजिस्ट किए रेजिग्नेशन पे आ गए सर, हमारा तो होगा क्या इस हिसाब से, है ना। सही बात है। धर्म गुरुओं का बीच में आना बहुत जरूरी है सर। स्पिरिचुअल जो ट्रीटमेंट है, स्पिरिचुअल इंटरवेंशन होनी चाहिए, मेरा ये मानना है। मैं अल्टीमेटली इस तख्ते में पहुंच गया, मतलब लास्ट। ਜਿਹੜੀ ਤੁਸੀਂ ਗੱਲ ਕਰ ਰਹੇ ਸੀ ਸਪਿਰਿਚੁਅਲ ਐਂਗਲ ਦੀ, ਹੁਣ ਤੁਸੀਂ ਗੱਲ ਕੀਤੀ ਹੈ ਇਹਦੇ ਵਿੱਚ ਧਰਮ ਗੁਰੂਆਂ ਨੂੰ, ਸਾਡੇ ਧਾਰਮਿਕ ਆਗੂਆਂ ਨੂੰ ਗਿਆਨ ਦੀ ਲੋੜ ਹੈ। ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਤਾਂ ਸਿੱਖ ਧਰਮ ਦੇ ਵਿੱਚ ਨਸ਼ਿਆਂ ਦੇ ਖਿਲਾਫ ਇੱਕ ਬਹੁਤ ਸ਼ੁਰੂ ਤੋਂ ਹੀ ਗੱਲ ਕੀਤੀ ਗਈ ਹੈ, ਲੇਕਿਨ ਇਸ ਦੇ ਬਾਵਜੂਦ ਵੀ ਪੰਜਾਬ ਦੇ ਵਿੱਚ ਇਸ ਸਮੱਸਿਆ ਦਾ ਹੱਲ ਨਹੀਂ, ਉਲਟਾ ਪੰਜਾਬ ਇਸ ਨਸ਼ੇ ਦੀ ਦਲਦਲ ਦੇ ਵਿੱਚ ਹੋਰ ਧੱਸਦਾ ਚਲਾ ਗਿਆ। ਇੱਕ ਮੇਰਾ ਨਾ ਐਕਸਪੀਰੀਅੰਸ ਹੈ, ਜਦੋਂ ਮੈਂ ਐਨਸੀਬੀ ਦੇ ਵਿੱਚ ਸੀ 2002-2003 ਦੇ ਵਿੱਚ, ਜਦੋਂ ਅਸੀਂ ਆਪਣੇ ਇਨਫੋਰਮਰਸ ਨੂੰ, ਸੋਰਸਿਸ ਨੂੰ ਮਿਲਦੇ ਹੁੰਦੇ ਸੀ, ਅੰਮ੍ਰਿਤਸਰ ਜਾਂਦੇ ਹੁੰਦੇ ਸੀ ਔਰ ਕੋਆਰਡੀਨੇਟ ਕਰਦੇ ਹੁੰਦੇ ਸੀ BSF ਜੀ ਦੇ ਨਾਲ ਅਸੀਂ, ਹੈ ਨਾ, ਔਰ ਕੋਸ਼ਿਸ਼ ਕਰਦੇ ਹੁੰਦੇ ਸੀ ਸਾਨੂੰ ਸੀਜ਼ਰ ਮਿਲੇ, ਸਾਨੂੰ ਕੋਈ ਸਫਲਤਾ ਮਿਲੇ। ਸਾਨੂੰ ਸਫਲਤਾ ਨਹੀਂ ਮਿਲਦੀ ਹੁੰਦੀ ਸੀ, ਅਸੀਂ ਥੱਕ ਗਏ ਸੀ। ਔਰ ਇੱਕ ਵਾਰੀ ਇੱਕ ਇੰਸਪੈਕਟਰ ਸੰਜੀਵ ਸ਼ਰਮਾ ਹੁੰਦੇ ਸੀ ਮੇਰੇ ਕੋਲ, ਜਿਹਨਾਂ ਦੀ ਡਿਊਟੀ ਸੀ ਮੇਰੇ ਨਾਲ ਲਾਈ ਹੋਈ ਸੀ ਇਹਨਾਂ ਦੇ BSF ਦੇ ਅਫਸਰਾਂ ਨੇ, ਤੇ ਉਹਦੇ ਨਾਲ ਮੈਂ ਗੱਲ ਕੀਤੀ। ਮੈਂ ਕਿਹਾ ਯਾਰ ਵੀ ਆਰ अनसक्सेसफुल, वी आर नॉट एबल टू डू अ सीजर। 6 महीने हो गए हमें घूमते हुए और इतनी हम मेहनत कर रहे हैं रात दिन, बट नथिंग इज हैपन। ਸੰਜੀਵ ਸ਼ਰਮਾ ਜੀ ਮੈਨੂੰ ਕਹਿੰਦੇ ਸਰ ਜੀ ਤੁਸੀਂ ਬੁਰਾ ਨਾ ਮੰਨੋ ਤੇ ਇੱਕ ਮੈਂ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਸੀ। ਮੈਂ ਕਿਹਾ ਕੀ? ਕਹਿੰਦਾ ਜੀ ਆਪਾਂ ਗੁਰਦੁਆਰੇ ਹੋਈਏ। ਇਹ ਪੰਜਾਬ ਦੀ ਗੱਲ ਹੈ? ਹਾਂ, ਪੰਜਾਬ ਅੰਮ੍ਰਿਤਸਰ ਦੀ ਗੱਲ ਹੈ। ਅਸੀਂ ਹਰਮੰਦਰ ਸਾਹਿਬ ਚੱਲੀਏ ਤੇ ਉੱਥੇ ਅਰਦਾਸ ਕਰੀਏ। ਮੈਂ ਕਿਹਾ ਗੱਲ ਤੇ ਮੈਂ ਵੀ ਇਹ ਗੱਲ ਸੋਚ ਰਿਹਾ ਸੀ ਕਿ ਜੀ ਇਸ ਧਰਤੀ ਦਾ ਸਾਰਾ ਦਾਰੋਮਦਾਰ ਉਹ ਗੁਰੂਆਂ ਤੇ ਹੈ ਨਾ। ਔਰ ਗੁਰੂ ਬ੍ਰਹਮਾ ਗੁਰੂ ਵਿਸ਼ਨੂੰ ਗੁਰੂ ਦੇਵੋ ਮਹੇਸ਼ਵਰਾ ਗੁਰੂ ਸਾਖਸ਼ਾਤ ਪਰਬ੍ਰਹਮ ਤਸਮਈ ਸ਼੍ਰੀ ਗੁਰੂਵੇ ਨਮः। ਅਸੀਂ ਸਨਾਤਨ ਦੇ ਵਿੱਚ ਵੀ ਗੁਰੂ ਨੂੰ ਉਹੀ चीज मानते हैं। गुरु में ब्रह्मा विष्णु महेश्वर तीनों है। और ये तो मैंने साक्षात मुझे अपने दृष्टांत भी हुए हैं कि गुरु की जो गुरु नानक देव जी की जो पावर है ना, उनका जो अस्तित्व है वो कितना विराट है ना। ये मुझे इस चीज का आइडिया है, बड़ा अच्छा आइडिया है। तो मैंने कहा चलो चलते हैं। अब चल गया सी गड्डी अपनी। ਕਿਹੜੇ ਸਾਲ ਦੀ ਗੱਲ ਹੈ? 2002 ਜਾਂ 3 ਦੀ ਗੱਲ ਹੈ ਜੀ। ਨਵੇਂ ਆਏ ਸੀ ਅਸੀਂ ਜਦ ਨਵਾਂ ਬ੍ਰੇਕ ਥਰੂ ਨਹੀਂ ਮਿਲ ਰਿਹਾ, ਇੱਕ ਅਫਸਰ ਨਹੀਂ ਮਿਲ ਰਿਹਾ, ਤੁਸੀਂ ਬੜੇ ਯੂ ਆਰ ਵੈਰੀ एंग्शियस एंड यू आर फीलिंग सो लो कि नहीं मिल रहा है। सो वी वेंट देयर, हम गए, हम बैठे वहां पे एंड वी प्रेड फॉर सीजर कि हमें सीजर मिले, क्योंकि ट्रैफिकिंग हो रही है और हम सफल नहीं हो पा रहे। आ गए हम एंड उसका वी वर्कड ऑन आवर केस देन लेटर एंड वी got one information jointly. The NCB and BSF did that operation, and very unfortunate part was कि
जो उसमें एक्यूज्ड हमने पकड़ा, उसने वो चीज किसी एक छोटे गुरुद्वारे में छुपाई हुई थी। किसी को पता नहीं होगा, लेकिन उसने वो ऐसे करता होगा, खेलता होगा ना, तो उसने वहां छुपाई हुई थी। हमको लगभग 48 घंटे वेट करना पड़ा कि कब वो वहां से निकलेगा, है ना, क्योंकि वी कैन नॉट गो एंड वी कैन नॉट रेट अ प्लेस ऑफ वर्शिप, है ना, इतना हाई रिगार्ड है, और इट वुड हैव बीन समथिंग वेरी 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 डिफरेंट। ਅੰਮ੍ਰਿਤਸਰ ਦਾ ਕੋਈ ਗੁਰਦੁਆਰਾ ਸੀ ਜਿੱਥੇ ਅੰਮ੍ਰਿਤਸਰ ਦੇ ਬਾਹਰ, ਰੂਲ ਅੰਮ੍ਰਿਤਸਰ ਦੇ ਵਿੱਚ। ਫਿਰ ਉਹ ਆਇਆ ਸਕੂਟਰ पे and we intercepted and we recovered 3 kg heroin from him, है ना। but that was the first case, imagine। ਅਰਦਾਸ ਤੋਂ ਕੰਮ ਸ਼ੁਰੂ ਹੋਇਆ ਔਰ ਸਾਨੂੰ ਸੀਜ਼ਰ ਮਿਲਿਆ, ਬੰਦਾ ਕਿੱਥੇ, ਹੈ ਨਾ, ਹੋਇਆ। ਔਰ ਦੇਖੋ ਉਹਦੇ ਵਿੱਚ ਫਾਲੋਅਪ ਹੋਇਆ, ਜਦੋਂ ਉਹਦਾ ਫਾਲੋਅਪ ਅਸੀਂ ਲਿਆ, ਜਿਹੜਾ ਨੈਕਸਟ ਜਿਹੜਾ ਉਹ ਬੰਦਾ ਸੀ, ਉਹ ਹੀ ਵਾਸ ਸੋ ਪਾਵਰਫੁਲ ਇਨ ਪੰਜਾਬ ਉਸ ਵੇਲੇ, ਕਿ ਵੈਨ ਵੀ ਇੰਟਰਸੈਪਟਡ ਹਿਮ, ਇਨ ਫੈਕਟ ਵੈਨ ਹੀ ਕਾਟ ਹਿਮ ਇਨ ਅ ਫਾਲੋਅਪ ਐਕਸ਼ਨ, ਜਦੋਂ ਅਸੀਂ ਉਹਨੂੰ ਇੱਕ ਕਿਸੇ ਪੁਲਿਸ ਸਟੇਸ਼ਨ ਦੇ ਵਿੱਚ ਲੈ ਗਏ ਸ਼ਹਿਰ ਦੇ ਵਿੱਚ, ਤੁਸੀਂ ਇਮੇਜਿਨ ਕਰੋ, ਪੁਲਿਸ ਥਾਣਾ ਖਾਲੀ ਹੋ ਗਿਆ। ਕਹਿੰਦੇ ਜੀ ਤੁਸੀਂ ਕਿਸ ਬੰਦੇ ਨੂੰ ਫੜ ਕੇ ਲਿਆਂਦਾ ਹੈ? ਤੁਸੀਂ ਉਹਨੂੰ ਸਮਾਨ ਦੇ ਨਾਲ ਕੰਟਰਾਬੈਂਡ ਦੇ ਨਾਲ ਫੜਿਆ ਸੀ? ਉਹ देयर वर लॉट्स ऑफ एविडेंस, पूरा एविडेंस था कि ये उसी का आदमी है जिससे 3 किलो हेरोइन रिकवर हुई थी। तो ਉਹਦੇ ਨਾਲ ਲਿੰਕ ਸੀ, ਤੁਸੀਂ ਫੜ ਲਿਆ ਤੇ ਥਾਣੇ ਲੈ ਗਏ, ਉਹਦੇ ਥਾਣਾ ਖਾਲੀ ਹੋ ਗਿਆ ਕਿ ਇਹ ਤਾਂ ਐਸਪੀ की तो ट्रांसफर पोस्टिंग यही करवाता है, ਤੁਸੀਂ ਇਹਨੂੰ ਫੜ ਕੇ ਲਿਆ, ਤੁਹਾਡਾ ਦਿਮਾਗ ਖਰਾਬ ਹੈ, ਤੁਸੀਂ ਕੀ ਕਰ ਰਹੇ ਹੋ? एंड देन मुझे एक पूरा क्राइसिस हो गया मेरी सिक्योरिटी का। आई रैंग अप माय जोनल डायरेक्टर, द देन जोनल डायरेक्टर, वो भी डर गए एंड डिडंट कम। आई सेड व्हाट आर यू टॉकिंग, व्हाट आर यू डूइंग? आई नीड सिक्योरिटी एट दिस टाइम। ह्यूमन राइट्स एक्टिविस्ट जैसे आ गए वहां 50-60 लोग। टेलीग्राम्स वर इशूड हाई कोर्ट्स में, कहीं कहीं पे पता नहीं क्या क्या, और उन्होंने कहा ये तो आप, ये बड़ा गड़बड़ है, बड़ा गलत है ये चार्जेस। आई टोल्ड हिम he is involved in 3 kg heroin recovery. If you intervene like this and if you hamper our investigation, you'll also be held responsible for this. फिर वो बच गए, है ना। बड़ी मुश्किल से उस अक्यूज्ड को हमने मैनेज करके मैंने उसको तरीके से करके उसको फिर अल्टीमेटली जुडिशियल कस्टडी अल्टीमेटली हम दिला पाए। लेकिन बीएसएफ की सिक्योरिटी मंगवानी पड़ी, स्पेशल गाड़ियां आई और वहां पे उनकी सुरक्षा के अंदर हमने वो केस को प्रोसेस किया, है ना। इट वाज एन एब्सोल्यूट। अब दूसरी बात देखिए, स्पिरिचुअल एंगल की हम जब बात करते हैं ना, वो इसलिए करते हैं कि दी वॉर अगेंस्ट ड्रग्स, ये आपको लोगों के दिलों को जीत करके ही जीती जानी है। नो लीगल एक्शन, नो कोयर्सिव एक्शन, कोई कानून कभी किसी के हृदय को चेंज नहीं कर सकता, बदल सकता है, एक्सेप्ट स्पिरिचुअल, एक्सेप्ट गुरुओं की ताकत से या गुरुओं के आशीर्वाद के बिना हृदय परिवर्तन नहीं होता। आपने देखा है, पूरी हिस्ट्री है पंजाब की। ਇਹ ਵੀ ਇੱਕ ਐਸਪੈਕਟ ਹੈਗਾ ਡਰਗ ਦੀ ਐਡਿਕਸ਼ਨ ਜਾਂ ਜਿਹੜੀ ਵਾਰ ਅਗੇਂਸਟ ਡਰਗ ਦਾ। ਕਿਉਂ ਐਡਿਕਸ਼ਨ ਹੁੰਦੀ ਹੈ ਇਹਨਾਂ ਨੂੰ, ਕਿਉਂ ਇਤਨੀ ਜ਼ਿਆਦਾ ਹੋ ਜਾਂਦੀ ਹੈ? ਆਪਣੇ ਪਰਿਵਾਰ ਤੋਂ ਹਟ ਜਾਂਦੇ ਹੈ ਨਾ, ਝੂਠ ਬੋਲਦੇ ਨੇ, ਚੋਰੀ ਕਰਦੇ ਨੇ, ਮਤਲਬ ਝਗੜਾ ਕਰਦੇ ਨੇ, ਆਪਣੇ ਘਰ ਵਾਲਿਆਂ ਨੂੰ ਧੋਖਾ ਦਿੰਦੇ ਨੇ, ਵਾਇਲੈਂਟ ਹੋ ਜਾਂਦੇ ਐਂਡ ਦੇ ਆਰ ਅਵੇ ਫਰਮ ਥੈਮਸੈਲਫ। ਉਹ ਆਪਣੇ ਆਪ ਤੋਂ, ਆਪਣੀ ਆਤਮਾ ਤੋਂ ਬਿਖਰ ਗਏ ਹੁੰਦੇ ਆ। ਉਹਨਾਂ ਨੂੰ ਆਤਮਾ ਤੱਕ ਕੌਣ ਲਿਆਵੇਗਾ ਦੱਸੋ? ਕੌਣ ਲਿਆ ਸਕਦਾ? ਗੁਰੂ ਹੀ ਲਾ ਸਕਤੇ ਹੈ, ਨੋਬਡੀ ਐਲਸ। ਤੇ ਵੀ ਹੈਵ ਟੂ ਪ੍ਰੋਬਬਲੀ ਇਨਵੋਕ ਨਾਓ ਦੀ ਗੁਰੂ ਕੀ ਸ਼ਕਤੀ। ਪੰਜਾਬ ਨੂੰ ਇਹ ਕਰਨਾ ਚਾਹੀਦਾ ਹੈ। ਮਤਲਬ ਸਾਡੇ ਜਿਹੜੇ ਰਿਲੀਜੀਅਸ ਲੀਡਰਸ ਨੇ, ਧਾਰਮਿਕ ਸਪਿਰਿਚੁਅਲ ਲੀਡਰਸ ਨੇ, ਉਹਨਾਂ ਨੂੰ ਸੰਸਥਾਵਾਂ ਜਿਹੜੀਆਂ ਨੇ, ਪਰ ਸੁਣਦਾ ਕੌਣ ਹੈ? ਯੂਥ ਜਿਹੜਾ ਡਰਗ ਐਡਿਕਸ਼ਨ ਚ ਹੈ, ਯੂ نو, ਆਈ ਮੀਨ ਠੀਕ ਹੈ, ਇੱਕ ਕਹਿਣ ਚ ਭਾਵ ਅੱਛਾ ਹੈ, ਲੇਕਿਨ ਇਹਦੇ ਲਈ ਕੰਮ ਜੇ ਕੀਤਾ ਵੀ ਜਾਂਦਾ ਹੈ, ਸਾਡੀਆਂ ਪ੍ਰਬੰਧਕ ਕਮੇਟੀਆਂ ਨੇ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ, ਉਹ ਕਹਿੰਦੇ ਨੇ ਕਿ ਨਸ਼ੇ ਨਾ ਕਰੋ, ਨਸ਼ੇ ਛੱਡੋ, ਯੂ نو, ਇਸ ਨੂੰ ਲੈ ਕੇ ਗੱਲਬਾਤ ਹੁੰਦੀ ਤਾਂ ਹੈ, ਬਟ ਇਜ਼ ਇਟ ਇਫੈਕਟਿਵ ਕਿਵੇਂ ਹੋਏਗੀ? ਮੈਨੂੰ ਲੱਗਦਾ ਸਾਨੂੰ ਇੰਟਰਵੈਂਸ਼ਨ ਉਸ ਲੈਵਲ ਤੇ ਦੇਣੀ ਪੈਣੀ ਹੈ ਨਾ। ਫਿਰ ਕਿਵੇਂ ਕਿ ਤੁਸੀਂ ਡੀ ਐਡਿਕਸ਼ਨ ਸੈਂਟਰਸ ਵੀ ਹੈ, ਜਾਂ ਜਿਹੜੇ ਪਰਿਵਾਰ ਇਹਦੇ ਨਾਲ ਜੂਝ ਰਹੇ ਨੇ, ਹੈ ਨਾ, ਸਟਰਗਲ ਕਰ ਰਹੇ ਨੇ, ਉੱਥੇ ਤੱਕ ਤੁਹਾਨੂੰ ਇੰਟਰਵੀਨ ਕਰਨਾ ਪੈਣਾ, ਪਹੁੰਚਣਾ ਪੈਣਾ। ਸਿਰਫ ਭਾਸ਼ਣ ਦੇ ਕੇ ਕੰਮ ਨਹੀਂ ਚੱਲਦਾ। ਜਾਂ ਤੁਸੀਂ ਕਿਸੇ ਸਿਰਫ ਸਮਾਗਮ ਦੇ ਵਿੱਚ ਹੀ ਕੋਈ ਇੱਕ ਮੈਸੇਜ ਦਿਓਗੇ, ਹੈ ਨਾ, ਉਹ ਹਾਰਟ ਟੂ ਟਰੈਵਲ ਨਹੀਂ ਕਰੇਗਾ। ਇਹ ਤੁਹਾਨੂੰ ਕਾਉਂਸਲਿੰਗ ਤੁਹਾਨੂੰ ਚਾਹੀਦੀ ਹੈ, ਮੇਬੀ ਇਹਨੂੰ ਮਤਲਬ ਤੁਸੀਂ ਅੰਗਰੇਜ਼ੀ ਕਾਉਂਸਲਿੰਗ ਕਹਿੰਦੇ ਹੋ, ਬਟ ਅਦਰਵਾਈਜ਼ ਤੁਸੀਂ ਇਹਨੂੰ ਮਤਲਬ ਇੱਕ ਧਾਰਮਿਕ, ਉਹ ਵੀ ਤਾਂ ਕਹਿ ਸਕਦੇ ਹੋ ਕਿ ਵੀ ਇੱਕ ਧਾਰਮਿਕ ਜਿਹੜੀ ਹੈ ਪ੍ਰੀਚਿੰਗ ਕਹਿ ਲਓ, ਹੈ ਨਾ, ਜਿਹੜੀ ਵੱਖ-ਵੱਖ ਪਰਿਵਾਰਾਂ ਨੂੰ ਤੁਹਾਨੂੰ ਦੇਣੀ ਪੈਣੀ ਹੈ।
ਦੇਖੋ ਜੇ ਤਾਂ ਅਸੀਂ ਸੀਰੀਅस है तो फिर शायद करना पैना सानू, है ना। हिस्ट्री बदल जाती है और बदली है। धर्म और स्पिरिचुअलिटी में तो इतनी ताकत है। ਤੁਹਾਡੀ ਜਿਹੜੀ ਪਾਲਿਸੀ ਤੁਸੀਂ ਹਿਮਾਚਲ ਦੇ ਵਿੱਚ ਇਨਵਿਸਾਜ ਕੀਤੀ, ਇਹਦੇ ਵਿੱਚ ਇਹਦੇ ਚ ਆ ਪਾਰਟ ਸੀ योगा और मेडिटेशन ਦਾ ਪੂਰਾ ਪੁਆਇੰਟ ਹੈ। यस, ਕਾਉਂਸਲਿੰਗ में ये चीजें होनी चाहिए। ਹੁਣ ਇੱਥੇ ਪੁਆਇੰਟ ਇੱਕ ਦੂਸਰੇ ਤੇ ਆ ਰਿਹਾ ਵਿਚ ਇਜ਼ ਅਗੇਨ ਵੈਰੀ ਕ੍ਰਿਟੀਕਲ ਹੇਅਰ। ਹਾਂਜੀ। ਉਹ ਹੈ ਡੀ ਐਡਿਕਸ਼ਨ ਸੈਂਟਰਸ। ਹਾਂਜੀ। ਹੁਣ ਜਿਹੜੇ ਡੀ ਐਡਿਕਸ਼ਨ ਸੈਂਟਰ ਇੱਥੇ ਪੰਜਾਬ 'ਚ ਖੁੱਲੇ ਹੋਏ ਨੇ, ਕੰਮ ਕਰ ਰਹੇ ਨੇ, ਆਪਰੇਟ ਕਰ ਰਹੇ, ਨਸ਼ਾ ਛੁਡਾਊ ਕੇਂਦਰ ਕਿਹਾ ਜਾਂਦਾ ਹੈ। ਹਾਂਜੀ। ਉਹ ਕੇਂਦਰ ਬੇਸਿਕਲੀ ਇੱਕ ਆਊਟ ਹਾਊਸ ਹੁੰਦਾ ਹੈ, ਪਿੰਡ ਦੇ ਬਾਹਰ, ਕਸਬੇ ਦੇ ਬਾਹਰ, ਸ਼ਹਿਰਾਂ ਦੇ ਅੰਦਰ। ਉਹ ਥਾਂ ਲੈ ਕੇ ਜੇਲ੍ਹ ਹੁੰਦਾ ਹੈ, ਹਾਂ ਜੇਲ੍ਹ ਹੁੰਦਾ, ਇੱਕ ਕਨਫਾਈਨਮੈਂਟ ਹੈ। ਉੱਥੇ ਇੱਕ ਬੱਚੇ ਨੂੰ ਰੱਖਿਆ ਜਾਂਦਾ ਹੈ, ਲੜਕੇ ਨੂੰ ਉਹਦੇ ਮਾਂ-ਬਾਪ ਲਿਆ ਕੇ ਛੱਡ ਦਿੰਦੇ ਨੇ। ਉੱਥੇ ਬਹੁਤ ਕੁਛ ਹੁੰਦਾ ਹੈ। ਉੱਥੋਂ ਦੀਆਂ ਕਹਾਣੀਆਂ ਤਾਂ ਲੂਹ ਕੰਡੇ ਖੜੇ ਕਰ ਦੇਣ ਵਾਲੀਆਂ ਨੇ। ਡਰੱਗ ਐਡਿਕਟ ਦੇ ਉੱਤੇ ਕਿਸੇ ਨੂੰ ਭਰੋਸਾ ਨਹੀਂ ਹੁੰਦਾ, ਉਸਦੇ ਮਾਪੇ ਉਸਦੇ ਭਰੋਸਾ ਨਹੀਂ ਕਰ ਰਹੇ ਹੁੰਦੇ, ਵਿਸ਼ਵਾਸ ਨਹੀਂ ਕਰ ਰਹੇ ਹੁੰਦੇ। ਉਹ ਕਹਿ ਰਿਹਾ ਹੁੰਦਾ ਮੈਨੂੰ ਕੁੱਟ ਰਹੇ ਨੇ, ਮਾਰ ਰਹੇ ਨੇ, ਕੁੱਤੇ ਛੱਡ ਤੇ ਗਏ ਨੇ ਜੀ, ਹੈ ਨਾ। ਰਾਤੀ ਕਮਰਿਆਂ 'ਚ ਬੰਦ ਕਰ ਦੂਗੇ, ਬਾਹਰ ਬਾਲਟੀ ਰੱਖ ਦੂਗੇ, ਕਹਿੰਦੇ ਕੋਈ ਪਿਸ਼ਾਬ ਕਰੋ ਤੁਸੀਂ ਇੱਥੇ, ਕਮਰੇ 'ਚੋਂ ਨਿਕਲ ਨਹੀਂ ਸਕਦੇ, ਕੁੱਤੇ ਅਲਸੀਸ਼ਨ ਛੱਡੇ ਹੋਏ ਨੇ। ਮੈਂ ਇਹੋ ਜਿਹੇ ਐਕਚੁਅਲ ਦੇਖੇ ਨੇ। we have done some ਮਾਰ those are ਵਾਇਲੈਂਸ 5-6 ਬਹੁਤ ਐਸੇ ਨਸ਼ਾ ਛੁਡਾਓ ਕੇਂਦਰ ਸੀ। ਵਕੀਲਾਂ ਦੇ ਨਾਲ ਜਾ ਕੇ ਉਹਨਾਂ ਦੀ ਇਨਹਿਊਮਨ ਕੰਡੀਸ਼ਨਸ ਦੇ ਵਿੱਚੋਂ ਲੋਕ ਰਹਿ ਰਹੇ, ਕੁੱਟ ਰਹੇ, ਮਾਰ ਰਹੇ। ਉਹਨਾਂ ਦੇ ਨਾਲ ਜੋ ਵੀ ਹੋ ਰਿਹਾ ਸੀ, ਸਖਤੀ ਹੋ ਰਹੀ ਸੀ। ਸਖਤੀ ਕਰਨ ਵਾਲੇ ਕੌਣ? ਉਹਦੀ ਇੱਕ ਅਗਲੀ ਡਾਇਮੈਂਸ਼ਨ ਹੋ ਗਈ ਕਿ ਜਿਹੜੇ ਨਸ਼ਾ ਛੁਡਾਊ ਕੇਂਦਰਾਂ ਵਾਲੇ ਸੀ, ਉਹਨਾਂ ਦੀ ਹੀ ਕਹਿੰਦੇ ਵੀ ਛਤਰ ਛਾਇਆ 'ਚ ਨਸ਼ੇ ਦਾ ਕਾਰੋਬਾਰ ਵੀ ਹੋਣਾ ਸ਼ੁਰੂ ਹੋ ਗਿਆ ਪੰਜਾਬ ਦੇ ਵਿੱਚ। ਫਿਰ ਉਹਦਾ ਫਾਲ ਆਊਟ ਹੋ ਗਿਆ ਨਾ, ਕਿਉਂਕਿ ਉਹ ਬੇਸਿਕਲੀ ਤੁਹਾਡੀ ਜਿਹੜਾ ਟ੍ਰੀਟ ਕਰਨ ਦਾ ਤਰੀਕਾ ਸੀ ਉਹ ਬੇਸਿਕਲੀ ਥੀ ਗਲਤ। ਬੇਸਿਕਲੀ ਉਹ ਸੀ ਜਿਹੜੇ ਲੋਕ ਖੁਦ ਕਿਸੇ ਤਰੀਕੇ ਨਾਲ ਜਾਂ ਤਾਂ ਡਰੱਗ ਐਡਿਕਸ਼ਨ 'ਚੋਂ ਬਾਹਰ ਆ ਗਏ ਤੇ ਉਹਨਾਂ ਨੇ ਆਪਣੇ ਐਕਸਪੀਰੀਅੰਸ ਤੇ ਤਜਰਬੇ ਨੂੰ ਬੇਸ ਬਣਾ ਕੇ ਉਹ ਨਸ਼ਾ ਛੁਡਾਊ ਕੇਂਦਰ ਖੋਲੇ। ਉਹ ਬੇਸਿਕਲੀ ਪੀਅਰ ਲੈਡ ਇੰਟਰਵੈਂਸ਼ਨ ਜਿਹੜੀ ਹੈ ਨਾ ਜੀ, ਇਹ ਗਵਰਨਮੈਂਟ ਆਫ ਇੰਡੀਆ ਦੀ ਵੀ ਇੱਕ ਸੋਸ਼ਲ ਜਸਟਿਸ ਦੀ ਇੱਕ ਸਕੀਮ ਕਹਿ ਲਓ ਜਾਂ ਇੱਕ ਪ੍ਰੋਗਰਾਮ ਹੈਗਾ। ਦਿਸ ਇਜ਼ ਵਨ ਆਫ ਦੀ ਪ੍ਰੋਗਰਾਮਸ, ਹੈ ਨਾ। ਤੇ ਉਹਨੂੰ ਜ਼ਿਆਦਾ ਮਤਲਬ ਫੋਲੋ ਕਰ ਰਹੇ ਲੋਕ, ਕਿਉਂਕਿ ਉਸ ਲੈਵਲ ਦੇ ਉੱਤੇ ਆਪਾਂ ਡੀ ਐਡਿਕਸ਼ਨ ਸੈਂਟਰ ਖੋਲ ਵੀ ਨਹੀਂ ਨਾ ਪਾਏ। ਪੰਜਾਬ ਕਿੰਨੇ ਤੁਸੀਂ ਐਕਚੁਅਲ ਡੀ ਐਡਿਕਸ਼ਨ ਸੈਂਟਰ ਕਿੰਨੇ ਹੈਗੇ? ਇਹਦਾ ਮਤਲਬ ਤਾਂ ਇਹ ਹੋਇਆ ਕਿ ਸਰਕਾਰਾਂ ਜਿਹੜੀਆਂ ਨੇ ਉਹ ਇਤਨੀ ਸਿੰਸੀਅਰ ਨਹੀਂ ਮੈਨੂੰ ਨਜ਼ਰ ਆਉਂਦੀਆਂ ਨੇ ਕਿ ਉਹ ਲੋਕਾਂ ਨੂੰ ਡੀ ਐਡਿਕਸ਼ਨ ਸੈਂਟਰ ਆਪਣੇ ਬਣਾ ਕੇ ਦੇਣ। ਯੈਸ, ਹੈ ਨਾ। ਡੀ ਐਡਿਕਸ਼ਨ ਸੈਂਟਰ ਦਾ ਮਤਲਬ ਖਰਚਾ ਹੈ। ਇਟ ਇਜ਼ ਪ੍ਰੈਕਟੀਕਲੀ ਅ ਕਾਈਂਡ ਆਫ ਅ ਸਮਾਲ ਹਸਪੀਟਲ ਜਿੱਥੇ ਤੁਹਾਨੂੰ ਹਰ ਚੀਜ਼ ਦੇਣੀ ਪੈਣੀ, ਤੁਹਾਨੂੰ ਸਾਈਕੈਟਰਿਸਟ ਦੇਣਾ ਪੈਣਾ, ਤੁਹਾਨੂੰ ਹਰ ਉਹ ਸਹੂਲਤ ਦੇਣੀ ਪੈਣੀ ਹੈ ਨਾ। ਮਤਲਬ ਡੀ ਐਡਿਕਸ਼ਨ ਸੈਂਟਰ ਪ੍ਰੋਪਰ ਤਾਂ ਐਡਿਕਸ਼ਨ ਸੈਂਟਰ ਨਹੀਂ, ਤਾਂ ਨਸ਼ਾ ਛੁਡਾਓ ਕੇਂਦਰ ਨੇ। ਨਹੀਂ, ਅਗਰ ਨਸ਼ਾ ਛੁਡਾਓ केंद्र अगर बिजनेस वास्ते होना है तो फिर तो कोई नशा छुड़ाओ केंद्र नहीं है वो, है ना। पर अगर आप वाकई में इंसान को बचाना चाह रहे हो, है ना, उसके प्रति आपके अंदर बड़ी अच्छी भावना है ना, तो फिर बात कुछ और होगी। फिर वो मार पिटाई कभी नहीं होगी, वायलेंस नहीं होगा, इस तरह की चीज़ तो कभी वहाँ हो ही नहीं सकती है ना। और वो भी तरीका हो सकता है नशे को छुड़ाने का, ऐसी बात नहीं है, हो सकता है। सिर्फ डिटॉक्स करने के लिए आपके पास ठीक है 1 महीना या 1.5 महीना 2 महीना काफ़ी होता है ना। डिटॉक्स करने के लिए जो इनिशियल स्टेज है उसमें आपको उनके विथड्रॉल को मैनेज करना है, बिकॉज वो विथड्रॉल के चलते वो खुद वायलेंट हो जाता है, ठीक है ना। वो उसकी मन परिस्थिति है, है ना, वो मेंटल हेल्थ का पेशेंट है। बट द मोमेंट डिटॉक्स हो गया, जब वो नॉर्मल होने लग गया है, उसके बाद तो आप ये काम मत ना करो। अब इफ यू आर लुकिंग एट योर बिजनेस, परपैचुएशन ऑफ योर बिजनेस, फिर ਤੁਸੀਂ ਉਹਨਾਂ ਨੂੰ ਕੁੱਟੋਗੇ, ਤੁਸੀਂ ਉਹਨਾਂ ਨੂੰ ਫਰੀडम ਹੀ ਨਹੀਂ ਦਿਓਗੇ। ਅਲਟੀਮੇਟਲੀ तो you have to give freedom to these people। ਇਹ ਹੋ ਰਿਹਾ ਨਾ, that is the then problem। you will win their hearts and you will build trust। trust ਕਿੱਦਾਂ ਹੋਏਗਾ ਫਿਰ? ਨਹੀਂ ਤਾਂ ਮਾਰ ਕੁੱਟ ਕੇ ਤੇ ਨਹੀਂ ਹੁੰਦਾ, ਬਿਲਕੁਲ ਨਹੀਂ ਹੋ ਸਕਦਾ, ਹੈ ਨਾ। ਇੱਕ ਚੀਜ਼। ਦੂਜੀ ਗੱਲ ਇਹ ਹੈ ਕਿ ਜਦੋਂ ਤੁਸੀਂ ਡੀ ਐਡਿਕਸ਼ਨ ਤੋਂ ਬਾਅਦ ਉਹਨੂੰ ਵਾਪਸ ਭੇਜਦੇ ਹੋ ਤੇ ਫਿਰ ਸਬਸਟੈਂਸ ਅਵੇਲੇਬਿਲਿਟੀ, ਉਹ ਜਿਹੜਾ ਸੋਸ਼ੋ ਇਨਵਾਇਰਨਮੈਂਟ ਹੈ, ਸੋਸ਼ਲ ਇਨਵਾਇਰਨਮੈਂਟ ਉੱਤੇ ਹੈ ਜਿੱਥੇ ਉਹਨੇ ਵਾਪਸ ਜਾਣਾ है। व्हाट इज दैट? दैट यू हैव टू टेक केयर ऑफ। आप क्या करो, सिर्फ ठीक है डी एडिक्शन सेंटर हो गया, ये हो गया, ठीक हो गया, जाओ वहां जाकर के फिर वही लोग, वही कंपनी, वही लोग, वही अवेलेबिलिटी ऑफ सब्सटेंस, वही पेडलर खड़ा है आपका इंतजार करने के लिए। बिल्कुल रिलैप्स हो रहा है। सो देन दिस इज नो पॉलिसी। आई डोंट ट्रीट दिस टू बी ए पॉलिसी। पॉलिसी जिसको आप इवैल्यूएट न कर पाए, है ना, जिसको आप अमेंड न कर पाए, वो क्या पॉलिसी है? इसका मतलब तो आप सिर्फ टाइम काट रहे हैं कि ठीक है यार। और इसका मतलब ये भी है कि इंसान की यहाँ कोई वैल्यू नहीं है ना। और अगर इंसान के प्रति हमारा भाव ऐसा है तो परेशानी तो हमें होगी, पूरे समाज को होगी और समाज को भुगतना पड़े। दैट्स व्हाई ऐसे धर्म गुरुओं का आना बहुत जरूरी है। ਇਨਫੈਕਟ ਮੈਂ ਤੁਹਾਡੀ ਗੱਲ 'ਚੋਂ ਇੱਕ ਗੱਲ ਹੋਰ ਮੈਨੂੰ ਧਿਆਨ 'ਚ ਆਈ ਕਿ 84 ਤੋਂ ਪਹਿਲਾਂ ਪੰਜਾਬ 'ਚ ਜਦੋਂ 82-83 ਬੜਾ ਟਰਬੂਲੈਂਟ ਟਾਈਮ ਸਮਾਂ ਸੀ।
ਇੱਕ ਵੱਖਵਾਦ ਕਹਿ ਲਓ, ਉਸਨੂੰ ਖਾੜਕੂਵਾਦ ਕਹਿ ਲਓ, ਜਾਂ ਪੰਜਾਬ ਦੇ ਹਾਲਾਤ ਚੰਗੇ ਨਹੀਂ ਸਨ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਮੈਂ ਕੁਝ ਸਪੀਚਿਸ ਸੁਣੀਆਂ ਉਸ ਵਕਤ ਦੀਆਂ, ਜਿਹੜੀਆਂ ਹੁਣ ਵੀ ਅਵੇਲੇਬਲ ਨੇ ਔਨ ਰਿਕਾਰਡ, ਵੀਡੀਓ ਤੇ ਆਡੀਓ ਤੇ। ਸੋ ਉਸ ਵਕਤ ਵੀ ਜਿਹੜਾ ਪ੍ਰਚਾਰ ਹੁੰਦਾ ਸੀ, ਕਿਉਂਕਿ ਪ੍ਰਚਾਰਕ ਸੀ ਬੇਸਿਕਲੀ, ਕਥਾਵਾਚਕ ਜਾਂ ਉਹ ਕੀਰਤਨ ਕਰਦੇ ਸੀ ਜਾਂ ਸੋ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਆਪਣੇ ਭਾਸ਼ਣਾਂ ਦੇ ਵਿੱਚ, ਆਪਣੀ ਸਪੀਚਿਸ ਦੇ ਵਿੱਚ ਨਸ਼ੇ ਛੁਡਾਉਣ ਦੀ ਗੱਲ ਕਰ ਰਹੇ ਨੇ। ਐਂਡ ਆਈ ਐਮ ਟਾਕਿੰਗ ਅਬਾਊਟ 82 83, ਵਿਚ ਮੀਨਸ ਕਿ ਉਸ ਵਕਤ ਇਹੋ ਜਿਹੀ ਗੱਲਾਂ ਡਿਸਕੋਰਸ ਦਾ ਹਿੱਸਾ ਤਦ ਹੀ ਬਣਦੀਆਂ ਨਾ ਜਦੋਂ ਸਮਾਜ 'ਚ ਪ੍ਰੋਬਲਮ ਹੈ। ਵਿਚ ਮੀਨਸ ਕਿ ਉਸ ਵਕਤ ਵੀ ਪ੍ਰੋਬਲਮ ਸੀ, ਵੱਖਰੇ ਕਿਸਮ ਦਾ ਨਸ਼ਾ ਹੋਣਾ, ਲੇਕਿਨ ਨਸ਼ਾ ਤਾਂ ਸੀ। ਸੋ ਗੱਲਾਂ ਤਾਂ ਆਪਾਂ 80s ਤੋਂ ਕਰਦੇ ਆ ਰਹੇ ਹਾਂ, ਐਂਡ ਮੇਬੀ ਅਹੈਡ ਆਫ ਦੈਮ, ਲੇਕਿਨ ਸਲੋਲੀ ਐਂਡ ਸਟੈਡਲੀ ਹੋਇਆ ਇਹ ਕਿ ਅਸੀਂ ਇੱਕ ਨਸ਼ੇ ਤੋਂ ਨਿਕਲ ਕੇ ਦੂਜੇ 'ਚ ਵੜਦੇ ਗਏ, ਅਫੀਮ ਤੋਂ ਭੁੱਕੀ ਵੱਲ, ਭੁੱਕੀ ਤੋਂ ਚਰਸ ਵੱਲ, ਸਾਈਕੋਟ੍ਰੋਪਿਕ ਵੱਲ, ਉਸ ਤੋਂ ਬਾਅਦ ਚਿੱਟੇ ਵੱਲ, ਜਾਂ ਕਹਿ ਲਓ ਕਿ ਹੈਰੋਇਨ ਆ ਗਈ, ਸਮੈਕ ਆ ਗਈ, ਫਿਰ ਹੈਬਿਟ ਫਾਰਮਿੰਗ ਆ ਗਈਆਂ, ਫਿਰ ਅੱਗੇ ਫਰਦਰ ਜਿਹੜੇ ਕੈਮੀਕਲ ਆ ਗਏ, ਜਿਹੜੇ ਹੁਣ ਡਰੱਗਸ ਹੈਗੇ ਨੇ, ਸਿੰਥੈਟਿਕ ਆ ਗਈ। ਦੇਖੋ ਜੀ, ਫਾਰਮਾ 1985 ਦੇ ਵਿੱਚ ਜਦੋਂ ਐਕਟ ਆਇਆ ਤੇ ਇਸ ਕਰਕੇ ਹੀ ਆਇਆ ਨਾ, ਕਿਉਂਕਿ ਨਸ਼ਾ ਤੇ ਸੀ ਨਾ, ਤਾਂ ਹੀ ਐਕਟ ਬਣਿਆ, ਹੈ ਨਾ। ਤੇ ਇਸ ਤਰ੍ਹਾਂ ਸਮਾਜ ਦੇ ਵਿੱਚ ਇਹ ਸਮਾਜ ਤੋਂ ਇਨਪੁਟ ਸੀਗੇ ਹੀ ਸੀਗੇ, ਹੈ ਨਾ। ਪਰ ਪ੍ਰਸ਼ਨ ਇਹ ਹੈ ਕਿ 84 ਜਾਂ ਦੀ ਗੱਲ ਤੁਸੀਂ ਕੀਤੀ ਹੈ, 84 ਤੋਂ ਪਹਿਲਾਂ ਦੀ ਗੱਲ ਕਰ ਰਿਹਾ ਮੈਂ, 80s ਦੀ ਗੱਲ, ਤਾਂ ਹੀ 85 'ਚ ਐਕਟ ਆਇਆ। ਇਹਦਾ ਮਤਲਬ ਕਮ ਸੇ ਕਮ 5 ਸਾਲ 10 ਸਾਲ ਪਹਿਲੇ ਇਹ ਪ੍ਰੋਬਲਮ ਸਮੱਸਿਆ 15 ਸਾਲ ਹੋ ਚੁੱਕੇ ਹੋਣੇ ਆ। ਇਹ ਪ੍ਰੋਬਲਮ ਥੀ। ਤੁਸੀਂ ਜਿਵੇਂ ਧਰਮ ਗੁਰੂਆਂ ਦੀ ਗੱਲ ਕੀਤੀ, ਮੈਂ ਉਹੀ ਕਹਿ ਰਿਹਾ ਵੀ ਜੇ ਇੱਕ ਕਥਾਵਾਚਕ ਇੱਕ ਡਿਸਕੋਰਸ ਦੇ ਵਿੱਚ ਇਹ ਗੱਲ 82 'ਚ ਕਰ ਰਿਹਾ ਸੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਤੇ ਉਹ ਚੀਜ਼ ਹੈ, ਇਟ ਵਾਸ देयर, ਆਲਵੇਜ਼ देयर, ਤੇ ਉਹ ਡਿਟੀਰੀਓਰੇਟ ਹੁੰਦੀ ਗਈ ਬਿਕੋਜ਼ ਆਫ ਵਾਟ ਵੀ ਕਾਲ ਦਿਸ policy paralysis, ਸੀ ਨਹੀਂ ਕੋਈ, ਸਾਡੀ ਪਾਲਿਸੀ ਨਹੀਂ ਹੈ, we don't have it in place, ਉਲਟਾ ਉਹਦੇ ਬੈਨੀਫੀਸ਼ੀਅਰੀਜ਼ ਵਧਦੇ ਗਏ, every part section of the society and later the polity, ਉਹ ਉਹਦੇ 'ਚ ਹਿੱਸੇਦਾਰ ਬਣ ਗਏ। तो सर 40 साल के बाद भी the state of Punjab, for that matter any state except Himachal Pradesh, does not have its own policy according to its needs, according to the requirements, according to the situation prevailing in that particular state. ਇਹ ਕੰਮ ਤਾਂ ਸਾਡੇ politicians and bureaucracy, of course, politicians, leaders, ਜਿਹੜੇ lawmakers, legislators, of course, lawmakers, of course, who will make the law, who will make the policy? The lawmaker, definitely they'll put the bureaucracy on job to do that. Maybe they will put the universities people to do research on that particular, on particular issue. लेकिन ये तो अब हमारे यहाँ रहा ही नहीं। क्या जो रिसर्च सामाजिक उसमें होती है, सोशो इकोनॉमिक उसके ऊपर एस्पेक्ट्स के ऊपर या इश्यूज के ऊपर रिसर्च बच्चे करते हैं, डू यू थिंक दोज रिसर्च पेपर्स दे बिकम अ पार्ट ऑफ द लेजिस्लेशन? दे आर टेकन बाय द गवर्नमेंट। ऐसा हो रहा है क्या? तो फिर हम रिसर्च किस लिए कर रहे हैं? एम्प्लॉयमेंट के लिए कर रहे हैं क्या? अपनी डिग्रियां ले, यूनिवर्सिटीज किस लिए थी? पीएचडी ले ली, नौकरियां ले ली। हाँ, मैं वही कह रहा हूँ, रिसर्च से काम उत्थे तक रह गए। हमने ये रिसर्च करने के लिए एनजीओज को लगा दिया और फिर उनको हम खूब मास फंडिंग करते हैं, फिर वो क्या डेटा लेके आते हैं, क्या करते हैं कोई पता नहीं, और उसके बाद वो इम्प्लीमेंट होता है, लेजिस्लेट होता है, नहीं होता, मुझे तो नहीं लगता कहीं होता है। नहीं होता ना, नहीं होना क्या चाहिए था? व्हाई यूनिवर्सिटी आर देयर, व्हाई रिसर्चेस आर डन? बिकॉज बच्चे ग्राउंड लेवल पे असली चीज को, असली डेटा को, सर्वे को लेके आते हैं, उसको एनालाइज करते हैं और रेकमेंड करते हैं इसका सॉल्यूशन क्या है। ठीक, नाउ दैट रिसर्च पेपर शुड go to the government. It should be discussed in the legislature, and the legislature in turn should adopt those measures, है ना, or probably frame the measures and solutions, and then frame a policy and implement that, allocate the budget and implement that. फिर आप जो है वहां पे ग्राउंड में उसका आपने वहां पे निराकरण कर दिया, तब जाकर के आप सफल होंगे किसी भी प्रोग्राम को, कार्यक्रम को आगे ले जाने का। तो ड्रग प्रॉब्लम के ऊपर 40 साल से आपने क्या किया? नहीं, साडे पॉलिटिशियन दा, साडा लेजिस्लेटर निकम्मा है, टू यूज द मोस्ट माइल्डेस्ट वर्ड, निकम्मे ने, क्योंकि इन्होंने कुछ नहीं किया। लेकिन जिन्हां ने इहनूं गाइड करना सी, आई एम टॉकिंग अबाउट ब्यूरोक्रेसी हियर। ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਜਦੋਂ ਤੁਸੀਂ ਫਰੇਮਵਰਕ ਦੀ ਗੱਲ ਕਰ ਰਹੇ ਹੋ, ਇੱਕ ਢਾਂਚੇ ਦੀ ਗੱਲ ਕਰ ਰਹੇ ਹੋ, ਤੇ ਹੁਣ ਢਾਂਚੇ ਨੂੰ ਤੁਸੀਂ ਡਾਇਰੈਕਟੋਰੇਟ ਕਹਿ ਰਿਹਾ, ਯੂ ਰਿਕਮੈਂਡਡ ਕਿ ਡਾਇਰੈਕਟੋਰੇਟ ਸ਼ੁੱਡ ਬੀ देयर,
ਕਿ ਜਿਹੜੀ ਫੋਰਸ ਬਣੇਗੀ ਸਪੈਸ਼ਲ ਪਰਪਸ ਵਹੀਕਲ ਬਣੇ ਉਹਦੇ ਲਈ ਨਾ ਐਵਰੀਬਾਡੀ ਸ਼ੁੱਡ ਕੋਲੈਬੋਰੇਟ ਲੇਕਿਨ ਇਹ ਚੀਜ਼ਾਂ 'ਚ ਉਹ ਜਿਹੜੇ ਅਧਿਕਾਰੀ ਨੇ ਮੈਂ ਇਨਫੈਕਟ ਆਮ ਵੰਡਰਿੰਗ ਕਿ ਬਹੁਤ ਸੇ ਅਜਿਹੇ ਰਿਟਾਇਰਡ ਬਿਊਰੋਕਰੇਟਸ ਰਿਟਾਇਰਡ ਆਫੀਸਰਸ ਨੂੰ ਆਪਾਂ ਟੀਵੀ ਇੰਟਰਵਿਊਆਂ ਦੇ ਵਿੱਚ ਵੇਖਦੇ ਆ ਤੇ ਉਹ ਅੱਜ ਸੋਲੂਸ਼ਨ ਦੇ ਰਹੇ ਹੁੰਦੇ ਨੇ ਪੰਜਾਬ ਦੀ ਸਮੱਸਿਆਵਾਂ ਦਾ ਦ ਵਨਸ ਹੂ ਕੁਡਨਟ ਡੂ ਮਚ ਵੈਨ ਦੇ ਵਰ ਇਨ ਦ ਆਫਿਸ ਉਹ ਹੁਣ ਰਿਟਾਇਰਮੈਂਟ ਤੋਂ ਬਾਅਦ ਸਲਾਹਾਂ ਦੇ ਰਹੇ ਹੁੰਦੇ ਨੇ ਐਂਡ ਦੈਟਸ ਵੈਰੀ ਅਨਫੋਰਚੂਨੇਟ ਮਤਲਬ ਮੈਨੂੰ ਇਹ ਲੱਗਦਾ ਕਿ ਟੋਟਲੀ ਸਾਡੀ ਲੀਡਰਸ਼ਿਪ ਦਾ ਇੱਕ ਫੇਲਿਅਰ ਰਿਹਾ ਹੈ ਤੇ ਵੀ ਹੈਵ ਫੇਲਡ ਆਰ ਪੀਪਲ ਐਂਡ ਲੋਕ ਖੁਦ ਵੀ ਅਸੀਂ ਖੁਦ ਵੀ ਫੇਲ ਕੀਤਾ ਆਪਣੇ ਆਪ ਨੂੰ ਲੋਕ ਵੀ ਤਾਂ ਹੈਗੇ ਨੇ ਉਹ ਪਾਰਟਨਰ ਹੀ ਨੇ ਨਾ ਯੂ ਗੈਟ ਦ ਕਾइंड ऑफ यू गेट द लीडर दैट यू डिजर्व ना मुझे लगता है कि ठीक है अब सलाह देना तो बड़ा आसान है ना कि अब आप दे दीजिए सलाह क्योंकि आप रिस्पॉन्सिबल तो है नहीं जब देना था तब आप दे नहीं पाए हो सकता है आपकी सलाह किसी ने माना भी नहीं होगा नीचे तो करना सी तक जब करना सी तक कीता भी नहीं हाँ अब मैंने क्या किया मैंने 5 साल के लिए अपनी नौकरी छोड़ करके 1000 किसानों के बीच में काम करना शुरू किया सो दैट एक मॉडल एक हमारे पास इकोनॉमिक मॉडल इमर्ज हो जिससे हम कैनबिस की जो कल्टीवेशन है जो किसान इसमें भांग और अफीम की जो खेती कर रहे लोग हम उनको वहां से हटा करके किसी दूसरे एग्रीकल्चर हॉर्टिकल्चर डाइवर्सिफाइड मॉडल्स के ऊपर काम करके बराबर या उससे ज्यादा पैसा कमा करके हम उस मॉडल को उन्हें प्रस्तुत करें तो हो पाया है नहीं हो पाया क्यों नहीं हो पाया नोबडी बॉदर्ड है ना इनफैक्ट जब मैं इसको इंप्लीमेंट करने के उसमें मेरी सिक्योरिटी भी उसमें विथड्रॉ हो गई थी ਸੋ ਤੁਸੀਂ ਹਿਮਾਚਲ ਦੇ ਵਿੱਚ ਕੈਨਬਿਸ ਦੀ ਜਿਹੜੀ ਕਲਟੀਵੇਸ਼ਨ ਨੂੰ ਘਟਾਉਣ ਲਈ ਉਹਦਾ ਰਕਬੇ ਨੂੰ ਤੁਸੀਂ ਹੋਰ ਅਲਟਰਨੇਟ ਕ੍ਰੌਪਸ ਲਿਆਉਣ ਲਈ मलाना विकल्प कोऑपरेटिव का गठन किया गया वॉलंटियर एफर्ट अकेले आदमी गांव में गया घर में गया मलाना में 350 लोग जो इस काम में थे उनमें से 205 लोगों को मैंने तोड़ा माफिया के बीच में बड़ी खलबली मची उस वक्त और पूरा सिस्टम मेरे खिलाफ तैयार हो गया मैंने साइंटिस्ट वाइस चांसलर्स मैंने यूएनओडीसी इंटरनेशनल नारकोटिक्स कंट्रोल बोर्ड के उस वक्त के मेंबर सब मलाना पहुंचाए सेंट्रल स्टेट एजेंसी पहुंचाए मैंने अपने जो रिवार्ड में मुझे 3-4 लाख रुपए के मिले थे ना मैंने वो सारे पैसे इसी कॉज पे लगाए ਮਲਾਨਾ ਜਾਕੇ हाँ ਜਿੱਥੇ ਦੁਨੀਆ ਦੀ ਸਭ ਤੋਂ ਜਿਹਨੂੰ ਕਹਿੰਦੇ ਵਧੀਆ ਕੁਆਲਿਟੀ ਦੀ ਚਰਸ ਜਿਹਨੂੰ ਕਹਿੰਦੇ ਨੇ ਮਲਾਨਾ ਕਰੀਮ ਜਿਹਨੂੰ ਕਿਹਾ ਜਾਂਦਾ ਹੈ ਗਲੇਨੋ ਸ਼ਲੇਨੋ ਜਿਹੜੇ ਜਿੰਨੇ ਵੀ ਸੀ ਇਟਾਲੀਅਨ ਜਿਹੜੇ ਸੀ ਸਮਗਲਰ ਉਹ ਉੱਥੇ ਤੇ ਸੀ ਹੈ ਨਾ ਇਹਨਾਂ ਨੇ ਬੇਸਿਸ ਉਹ ਬਣਾਏ ਸੀ ਇਹਨਾਂ ਨੂੰ ਅਸੀਂ ਥੋੜਾ ਉਹ ਤਜਰਬਾ ਕੀ ਸੀ ਥੋੜਾ ਉਹਦੇ ਬਾਰੇ ਵੀ ਦੱਸੋ ਬਿਕੋਜ਼ ਉਹ ਭੰਗ ਦੀ ਜਾਂ ਅਫੀਮ ਦੀ ਚਰਸ ਦੀ ਉਪਜ ਖੇਤੀ ਤੇ ਉਹਦੇ ਵਿੱਚ ਲੋਕਾਂ ਦਾ ਨਿਰਭਰਤਾ ਉਹ ਵੋਲੰਟਰੀਲੀ ਸੀ ਕਿਉਂਕਿ ਉਹਦੇ ਵਿੱਚ ਮੁਨਾਫਾ ਸੀ ਪੈਸਾ ਸੀ ਇੰਟਰਨੈਸ਼ਨਲ ਮਾਫੀਆ ਯੂਰਪ ਤੋਂ ਆ ਕੇ ਵੱਡਾ ਜਿਹੜਾ ਸਮਗਲਰ ਹੈ ਉਹ ਬੈਠਾ ਉੱਥੇ ਉਹ ਸੁਪਰਵਾਈਜ਼ ਕਰ ਰਿਹਾ ਤੁਸੀਂ ਉਹ ਲੀਓ ਨੂੰ ਫੜਿਆ ਉਹ ਇਹਨਾਂ ਨੂੰ ਫੜਿਆ ਸੋ ਉਸ ਤੋਂ ਕੱਢਣਾ ਲੋਕਾਂ ਨੂੰ ਕਿੱਡਾ ਔਖਾ ਹੈ ਸੌਖਾ ਸੀ ਬਿਕੋਜ਼ ਉਹ ਤਾਂ ਪੈਸਾ ਹੈ ਮੁਨਾਫਾ ਹੈ ਵਾਈ ਵੁੱਡ ਐਨੀਬਡੀ ਵਾਂਟ ਟੂ ਮੂਵ ਅਵੇ ਆਊਟ ਆਫ दैट ਉੱਥੇ ਵੀ ਸਪਿਰਿਚੁਅਲ ਐਂਗਲ ਬਹੁਤ ਕੰਮ ਕੀਤਾ ਇਨਫੈਕਟ ਦੇਖੋ इनिशियली हिमाचल ਦੇ ਵਿੱਚ ਕੁੱਲੂ ਮੰਡੀ शिमला है ना सिरमौर डिस्ट्रिक्ट्स में यहाँ पे भांग की खेती होती थी लेकिन ये नशे के लिए कभी नहीं होती थी किस लिए इट यूज्ड टू बी फॉर दी फाइबर अच्छा फाइबर फॉर मेडिसिन फॉर फाइबर फॉर फूड प्रोडक्ट्स इसका सीड यूज होता है अभी भी यूज होता है लेकिन सीड के अंदर कोई नशा होता नहीं है बिल्कुल कैनबिस की सीड में कोई ड्रग नहीं होती ठीक है ना तो ये लोगों का एक पार्ट था इट वाज पार्ट ऑफ द कल्चर है ना बट ड्रग कंजम्पशन वाज नॉट अ कल्चर एट ऑल but it is only with the coming of the tourism in Himachal Pradesh that the scenario changed वही खेती कमर्शियलाइज होगी सिर्फ चरस बनाने के लिए विदेशियों की इंटरवेंशन हुई और फिर लोकल्स को मिडलमैन तैयार हो गए है ना इनके कॉन्डुइट्स तैयार हो गए नेटवर्क्स तैयार हो गए और फिर पहले पंजाब को हरियाणा को इन्होंने लपेटा ठीक है हिमाचल में तो तब भी नहीं था फिर फॉरेनर्स बाहर जाना फिर रिसर्चेज हुई तो 3 बड़े मुख्य नाम है इसमें जिनको मैंने बाहर निकाला है एक तो लियो के बारे में आपने बात सुनी वो तो एनसीबी का बहुत बड़ा ऑपरेशन था वो तो हो गया ठीक है उसके बाद एक गॉर्डन करके था वो गॉर्डन जिसको रात के 2:30 बजे मैंने मूव करा था 2 कमांडो लेकर के है ना और उस ऑपरेशन को किया लेकिन कितनी वॉच थी मेरे ऊपर किसी की उसको हटा दिया गया वहां से वो हमारी गिरफ्त में नहीं आ पाया और वो इंग्लैंड पहुंच गया जैसे आबाद अली पहुंच गया वहां से अमृतसर से कराची पहुंच गया व्हील चेयर पे वो भी लंगड़ा आदमी टांगे ही नहीं है वो कराची पहुंच गया वहां से गॉर्डन को हटा दिया गया और शाम केड़ा एरिया सी हिमाचल ये तोश मनाली हाँ, बिल्कुल ना मनाली नहीं ये दिस इज टुवर्ड्स मणिकर्ण बियॉन्ड मणिकर्ण ठीक है हाँ मणिकर्ण आगे बरशेनी से ऊपर तोश से तोशकुटरा एक जगह था बहुत ऊपर स्नो लाइन पे पैलेशियल एक हाउस बनाया था वहाँ पे वहाँ रेप पार्टीज होती थी इंडियंस वर नॉट अलाउड देयर ऐसे करके सो मैं 2 कमांडो लेके गया अकेला गया था
ਤੁਹਾਨੂੰ हाँ ਪੂਰੀ ਇਨਫੋਰਮੇਸ਼ਨ ਸੀ ਗੋਲਡਨ फुल ਉੱਥੇ फ्रेश हाँ ਹੂੰ 25 गुरखा मिले ਹੂੰ उनको वी कुड नैप हम्म, बट वो था ही नहीं हम्म, बाद में पता चला 2-4 दिन बाद तो इंग्लैंड पहुंच गया वो तो लंदन पहुंच गया ਹੂੰ है ना सो इस तरह से ये चीजें हैं है ना ਮਤਲਬ तो ਨੈਟਵਰਕ ਬੜਾ ਜ਼ਬਰਦਸਤ हाँ ਇਹਨਾਂ ਨੇ जबरदस्त ਬਣਾਇਆ ਤੇ ਉੱਥੇ ਪਿੰਡ ਦੇ ਲੋਕਾਂ ਨੂੰ ਇਹਨਾਂ ਨੇ ਇਨਵੋਲਵ ਕਰ ਲਿਆ ਕਿਉਂਕਿ ਪੈਸਾ ਦਿਖਾਤਾ पैसा बिकॉज डेवलपमेंट था नहीं ਹੂੰ है ना ऐसी अपॉर्चुनिटीज नहीं थी लोग गरीब थे ਹੂੰ है ना सड़कें नहीं है ਲੇਕਿन शिक्षा ਇਹ नहीं ਜਿਹੜੀ उसमें ਚਰਸ फिर ਜਾਂ पानी ਜੋ ਵੀ ਬਣਦਾ ਸੀ ਮਲਾਨਾ ਕਰੀਮ ਬਣ ਰਹੀ ਹੈ ਸਾਰਾ ਕੁਝ ਇਹ ਜਾਂਦਾ ਯੂਰਪ ਸੀ ਕੰਜ਼ੰਪਸ਼ਨ ਬਾਹਰ ਸੀ ਇਹਦੀ हाँ बाहर से ਇੱਥੇ बाहर ਤਾਂ से ਇੱਥੇ ਇੱਥੇ ਕਾਟਲ ਨਹੀਂ ਬੈਠਾ ਸੀ ਸੀ ਹਨਾ ਇੱਥੇ ਨਹੀਂ ਸੀ ਹੂੰ ਫਿਰ ਹੌਲੀ ਫਿਰ ਇਹ ਸਾਡੇ ਨੀਅਰ ਬਾਈ ਜਿਹੜੇ ਨੇਬਰਿੰਗ ਸਟੇਟਸ ਇਹਦੇ ਵਿੱਚ ਹੋ ਗਈ ਹੂੰ ਫਿਰ ਉੱਥੋਂ ਇੱਧਰ ਆਉਣ ਲੱਗ ਗਈ ਹੂੰ ਇੱਥੇ ਵੀ ਬਰਬਾਦ ਕੀਤੇ ਬੱਚੇ ਠੀਕ ਹੈ ਨਾ ਜੀ ਹੂੰ ਬਾਹਰ ਤੇ ਹੋ ਹੀ ਰਹੇ ਸੀ ਖੈਰ ਹੈ ਨਾ ਹੂੰ बट नाउ you have 22% of the addiction है ना Hmm. of whatever sample whenever you take a sample of your research उसमें आपको 22% कैनबिस के ही ड्रग अब्यूजर हिमाचल में भी मिलेंगे हम्म है ना अगर 30% 36% सॉरी चिट्टा के हैं हम्म तो 22% इसी के हैं और 30% 36% अल्कोहल के भी हैं हम्म क्योंकि अल्कोहल भी ट्रेडिशनली एक इसकी मान्यता है हम्म लोग पीते हैं पंजाब में भी पीते हैं वहां भी पीते हैं सारे एवरीवेयर ठीक है ना तो एडिक्शन लेवल वहां पे भी है ठीक है ना तो मलाना को फिर मलाना के माफिया से के चंगुल से हटाने के लिए मैंने मलाना विकल्प की स्थापना करी हम्म ठीक है उनको मनाया मैंने तो जो देवता कमेटी का जो स्ट्रक्चर है ना जो उनका डेमोक्रेटिक स्ट्रक्चर है उसमें वहां के जो पुजारी हैं जो मुख्य कारदार हैं उनको भी उसका मेंबर बनाया गया ठीक है ना तो वहां पे भी स्पिरिचुअल एंगल को ही बात करके मैंने उनको कन्विंस किया अल्टीमेटली है ना लेकिन फिर उसके बाद माफिया के लोग वहां पे घुसे उन्होंने डॉक्यूमेंट्री बनाई फिर वो मेरे खिलाफ वहां पे अभियान चल पड़ा अब की डॉक्यूमेंट्री बनी तो मतलब की प्रोपेगेंडा चला फिर एक डॉक्यूमेंट्री बनाई किसी ने कि मलाना अ डे अहेड ऑफ डेमोक्रेसी उसमें मुझे चीटर करके दिखाने की कोशिश करी चीटर कैसे कि साहब देखो आपको तो लाखों रुपए मिल रहे हैं इतने डॉलर मिल रहे हैं इससे और ये तुम्हें बोला तुम सेब उगाओ और ये इस तरह की वेजिटेबल्स उगाओ और औषधियां उगाओ है ना तो ये बेसिकली चीटिंग है ना तो तुम अपना पैसा कमाओ ये चरस ही उगाओ इसी से सब कुछ है ना अच्छा। इस तरह से इन्होंने मेरे को फिर एंड दैट डॉक्यूमेंट्री गॉट द प्रेसिडेंट्स अवार्ड अच्छा जी हाँ जी और शिमला में गेटी थिएटर में हो रही थी देन आई हेल्ड अ प्रेस कॉन्फ्रेंस फिर भगाया उनको वहां से हाँ है ना बट कमिंग बैक टू द पॉइंट ਤੁਸੀਂ ਫਿਰ स्पिरिचुअल ਕਿਵੇਂ ਇਨਵੋਕ ਕੀਤਾ देवता कमेटी मैंने इन्वॉल्व करी ना अच्छा अच्छा पर मैं तो वहां पे जितने भी डिसीजन होते हैं देवता को सामने रख के करते हैं ये उनके कल्चर में है स्पिरिचुअली कहीं ना कहीं है ना कंडक्ट लेकिन जब से कमर्स घुस गई जब से माफिया घुस गया तो वो स्पिरिचुअल साइड सारी की सारी कमर्शियलाइज हो गई पर मैं शर्मा जी दुनिया हूँ मैं कह सकता भी दुनिया 'ਚ ਬਹੁਤ ਸੇ ਮਾਡਲ ਵੇਖੇ ਨੇ ਲਾਈਕ ਮੈਂ ਨਾਰਥ ਅਮਰੀਕਾ ਦਾ ਤੁਹਾਨੂੰ ਐਕਸਪੋਜ਼ਰ ਦੱਸਿਆ ਹੀ ਆਪਣਾ ਉੱਥੇ ਕੀ ਕੁਝ ਹੈ ਕੀ ਚੈਲੰਜਸ ਹੈਗੇ ਨੇ ਇਸ ਵਕਤ ਸਭ ਤੋਂ ਵੱਡੀ ਟ੍ਰੇਡ ਵਾਰ ਮੈਨੂੰ ਲੱਗਦਾ ਹੈ ਇਸੇ ਫੈਂਟਨਲ ਦੇ ਉੱਤੇ ਚੱਲ ਰਹੀ ਹੈ ਕੈਨੇਡਾ ਅਮਰੀਕਾ ਦੀ ਨਸ਼ੇ ਦੀ ਸਮੱਸਿਆ ਦਾ ਇਲਾਜ ਕਰ ਨਹੀਂ ਪਾਏ ਕੋਈ ਕੰਟਰੀਜ਼ ਅਮਰੀਕਾ ਵੀ ਅੱਜ ਸਟਰਗਲ ਕਰ ਰਿਹਾ ਹੈ ਇਮੇਜਿਨ ਅਮਰੀਕਾ ਸੁਪਰ ਪਾਵਰ ਉਹ ਅੱਜ ਟੈਰਿਫ ਲਾਉਣ ਨੂੰ ਤਾਂ ਤਿਆਰ ਹੈ ਲੇਕਿਨ ਉਹ ਤੋਂ ਵੀ ਹੱਲ ਹੋਇਆ ਨਹੀਂ ਨਾ ਆਪਣੇ ਬਾਰਡਰਾਂ ਨੂੰ ਰੋਕ ਨਹੀਂ ਪਾਇਆ ਫੈਂਟਨਲ ਨੂੰ ਐਂਟਰ ਕਰਨ ਜਾਂ ਵਟਐਵਰ ਜੋ ਵੀ ਉਹ ਕਹਿ ਰਹੇ ਨੇ ਵੀ ਕੈਨੇਡਾ 'ਚ ਉੱਥੋਂ ਦੀ ਡਰੱਗ ਲੈਬਸ ਦੇ ਵਿੱਚ ਮੈਨੂਫੈਕਚਰ ਹੁੰਦੀ ਹੈ ਤੇ ਸਾਡੇ ਕੋਲ ਆ ਜਾਂਦੀ ਹੈ कोलंबिया मैक्सिको दे कार्टेल्स है कोकेन इज द ह्यूज यू नो दिस थिंग सर ये सारी चीजें जो है देखिए उनके वहां मतलब कोई ऐसा अपने कोल मॉडल है जिथे कि ये सारी इंटरवेंशन ने वर्क किया है अगेन दैट्स अ क्रिटिकल क्वेश्चन देखो मतलब ਤੁਸੀਂ ਜਦੋਂ ਆਪਣੇ ਕਲਚਰ ਤੋਂ ਆਪਣੇ ਰੂਟਸ ਤੋਂ विकास ਦੇ ਨਾਂ ਤੇ ਕਹ ਲਓ ਡਿਵੈਲਪਮੈਂਟ ਦੇ ਨਾਂ ਤੇ ਜਦੋਂ ਤੁਸੀਂ चले जाओगे जब आप अपने रूट से हट ही गए हो तो फिर आपको कौन सा सोल्यूशन मिलना है मुझे बताओ भारत का कल्चर इंडिया का कल्चर कितना रिच था है ना 80s से पहले इतने नशे नहीं थे इंडिया के अंदर सर धार्मिक अनुष्ठान यज्ञ कीर्तन संकीर्तन यही सब चीजें थी क्या सॉलिड लोग थे उस वक्त कमिटमेंट कितनी थी आपसे मटेरियलिज्म आया पदार्थवाद आया ओदे नाल फिर चीज आ गई डी कल्चर हो गए हम बेसिकली इंडियन कल्चर जो हमारा था वो खत्म हो गया तहस नहस हो गया आज भी देखो हिमाचल प्रदेश में देखता हूँ बहुत सारे जो ड्रग अब्यूजर मिलते हैं बच्चे मैं उनसे पूछता हूँ तुम्हारे कुल देवता का क्या नाम है तुम्हारे इष्ट देवता का इष्ट देवी का क्या नाम है पता नहीं है ही नहीं पता तो मैं इसलिए भी कहता हूँ कि ये मात्र और मात्र बच्चों की समस्या नहीं है
ये वो लोग जो आज 45 और 50-55 साल की सेगमेंट के हम लोग हैं, वी आर रिस्पॉन्सिबल, क्योंकि हमने उनको उस कल्चर को दिया ही नहीं। उनको उखाड़ने में हमारा ही सहयोग रहा है। व्हाई डू यू टारगेट एट द यंगस्टर्स सो मच? हर जगह जाओ, युवाओं को बचाओ, युवाओं को, अरे हद होगी। तुमने क्या किया पीछे? विल यू ओन दी रिस्पॉन्सिबिलिटी? क्या आपने पिछले 20 साल में, 25 साल में क्या किया आपने? क्या दिया आपने? पूरे कल्चर को तहस नहस करने वाली यही पीढ़ी है ना? वेस्टर्न कल्चर की तरफ, फिल्मी दुनिया की तरफ ले जाने वाली यही पीढ़ी है। आपने विकास को, अपनी साइंस का दोहन किस चीज के लिए किया? आपने लोगों को उनकी स्पिरिट से, उनकी आत्मा से हटाने के लिए किया। आपने बॉम्ब बनाए, आपने सब कुछ किया, है ना? कहीं से आप भगवान को प्राप्त कर पाओ, अपने आप को कहीं देख पाओ, आपने कोई ऐसी चीज बनाई है क्या? नहीं, ऐसा कुछ नहीं हुआ। नथिंग। सो you won't get any मॉडल। देख लेना आप। और अमेरिका में तो वो तो मल्टी कल्चर्ड स्टेट है, कंट्री है। ਨਹੀਂ ਉੱਥੇ ਧਰਮ ਜਾਂ ਜਿਹੜਾ ਜਿਹਨੂੰ ਕਹਿੰਦੇ ਵੀ ਸਪਿਰਿਚੁਅਲ ਵਾਈਬਸ ਉਸ ਲੈਵਲ ਤੇ ਨਹੀਂ ਨੇ, ਹੋਣੀ ਨਹੀਂ ਸਰ, ਬਿਕੋਜ਼ ਉਹ ਜਿਹੜਾ ਈਸਟ ਹੈ, ਉਹਦਾ ਵੈਸਟ, ਉਹਦਾ ਫਰਕ ਤਾਂ ਹੈ ਹੀ ਹੈ। ਹਾਂ, ਸੋ ਉੱਥੇ ਦੀ ਸੁਸਾਇਟੀ ਦੇ ਵਿੱਚ ਮਤਲਬ ਇਹਦੇ ਸੋਲੂਸ਼ਨ ਲੱਭਣੇ ਮੈਨੂੰ ਨਹੀਂ ਪਤਾ ਕਿੰਨੇ ਕੁ ਹੈ, ਲੇਕਿਨ ਯੈਸ ਆਪਾਂ ਇਹਦਾ ਸੋਲੂਸ਼ਨ ਇੰਡੀਆ ਦੇ ਵਿੱਚ ਜ਼ਰੂਰ ਹੈਗਾ ਹੈ। ਉਹ ਸਾਡੀ ਕਲਚਰ, ਸੋਸ਼ੀਓ ਕਲਚਰਲ, ਸਾਡੀ ਰਿਲੀਜੀਅਸ ਉਹਦੇ ਵਿੱਚ ਹੈ, ਸਾਡੀ ਸਪਿਰਿਚੁਅਲ ਲਾਈਫ ਦੇ ਵਿੱਚ 101% है। आज आप बताइए, लेकिन सानू उसमें अप्लाई नहीं करना आ रहा, we don't know how to apply। हाँ, how to apply। सर हमारे, चल हम बच्चों के बारे में क्या बात करें? हमारे ही उम्र के जो लोग हैं, कितने लोगों ने श्रीमद् भागवत महापुराण पढ़ी होगी? कितने लोग हैं जिन्होंने बड़ी गहनता से श्री गुरु ग्रंथ साहब का स्टडी किया होगा, उसको, उनकी लाइनें पढ़ के फिर उसको एनालिसिस करने की कोशिश करी होगी। असी जाते हैं, असी गुरुद्वारे जाते हैं, उत्थे सानू उन्होंने इंटरप्रेट कर देना, साडे गुरु जिहड़े ने उत्थे, है ना जी? जी ठीक है। ਤੇ ਅਸੀਂ ਉਹ ਸੁਣ ਕੇ, ਅਸੀਂ ਕੰਨ ਵਨ ਫੜ ਕੇ ਉੱਥੋਂ, ਮਤਲਬ ਆ ਜਾ, ਉੱਥੋਂ ਬਾਅਦ ਅਸੀਂ ਕੀ ਕਰਨਾ ਜੀ? ਅਸੀਂ ਫਿਰ ਉਹੀ ਕਰਨਾ ਜਿਹੜਾ ਅਸੀਂ ਕਰਨਾ ਹੈ। ਪਰ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਆਪਣੇ ਘਰ ਦੇ ਵਿੱਚ, ਹੈ ਨਾ, ਇੱਕ ਜਗ੍ਹਾ ਬਣਾ ਕੇ ਉਹਨੂੰ ਪੜ੍ਹ ਕੇ, ਟਾਈਮ ਦੇ ਕੇ ਉਹਨੂੰ ਐਨਾਲਿਸਿਸ ਨਹੀਂ ਕੀਤਾ ਸੀ, ਹੈ ਨਾ? ਕਰਨਾ ਚਾਹੀਦਾ है। आत्म साक्षात्कार ये तभी होगा, और जिस दिन आत्म साक्षात्कार हो जाएगा, आपको किसी भी चीज के ऊपर निर्भर रहने की आवश्यकता नहीं, क्योंकि आप अपने ऊपर निर्भर होंगे। एट द डे यू आर डिपेंडेंट ऑन योरसेल्फ, योर आत्मा, आपको नशे की क्या बात कर रहे हो? आपको किसी चीज की आवश्यकता नहीं। यू विल बी अ कंप्लीट एंटिटी इन योरसेल्फ। दैट इज व्हाई स्पिरिचुअल लाइफ इज वेरी इंपॉर्टेंट, और ये शुरू में होनी चाहिए। ਸੋ ਫਾਈਨਲੀ ਹੱਲ ਸੰਭਵ ਹੈ, ਐਂਡ ਉਹੀ ਮੈਨੂੰ ਲੱਗਦਾ ਵੀ ਬਹੁਤ ਸੇ ਲੋਕਾਂ ਨੂੰ ਕਿਵੇਂ ਕੀ ਕਰਨਾ ਪਤਾ ਨਹੀਂ, ਜਿਹਨੂੰ ਜੋ ਸਮਝ ਵਿੱਚ ਆਉਂਦਾ ਕਰ ਰਿਹਾ ਹੈ ਨਾ। ਮੇਬੀ ਇਟ ਇਜ਼ ਲੈਕ ਆਫ ਨੌਲੇਜ ਆਲਸੋ, ਲੈਕ ਆਫ ਪਰਸਪੈਕਟਿਵਸ ਆਲਸੋ, ਐਂਡ ਦੈਨ देयर ਆਰ ਈਗੋ ਇਸ਼ੂਜ਼ ਆਲਸੋ। ਯੂ ਨੋ, ਕੌਣ ਆਈਡੀਆ ਕਿਸਨੇ ਦਿੱਤਾ, ਕਿਹਨੇ ਨਹੀਂ ਦਿੱਤਾ, ਆਪੋਜੀਸ਼ਨ ਕੌਣ ਹੈ, ਸਰਕਾਰ ਕਿਸ ਦੀ ਹੈ, ਮੁੱਖ ਮੰਤਰੀ ਕੌਣ ਹੈ, ਡੀਜੀਪੀ ਕੌਣ ਹੈ, ਯੂ ਨੋ, ਆਈਡੀਆ ਬ੍ਰੇਨ ਵੇਵ ਕਿਹਦਾ ਹੈ, ਉਹਨੇ ਕੰਮ ਚੰਗਾ ਸ਼ੁਰੂ ਕੀਤਾ ਤਾਂ ਮੈਂ ਉਹਨੂੰ ਆ ਕੇ ਬੰਦ ਕਰ ਦਾਂਗਾ। ਯੂ ਨੋ, ਥੀਸ ਥਿੰਗਸ ਦੇ ਗੋ ਔਨ ਲਾਈਕ, ਯੂ ਨੋ, ਇਹ ਸਾਡੀ ਆਪਣੀ ਫੀਲਿੰਗਸ ਨੇ ਨਾ। सेंट्रल गवर्नमेंट ने एएनटीएफ बनाई तो मैं एसटीएफ बनाऊंगा, है ना? हाँ, वॉर तो उधर है, और इधर कहाँ वॉर है? इधर तो वो तो हंस रहे होंगे। बिल्कुल। ड्रग नेटवर्क्स मस्ट बी लाफिंग एट अस कि वाह जी वाह, अब एसटीएफ आ गई, अच्छा अभी कल कुछ और भी आएगा यार, वो आता रहता है। अब यही हो रहा है। बिल्कुल हास्यप्रद बात है सर। मतलब वी मस्ट बी लाफिंग स्टॉक, लाफिंग स्टॉक, ऑफ कोर्स, क्यों नहीं? बिल्कुल। जब आप उनको नेल करो, हमें याद है सर, जब हम यहाँ से कूच करते थे कुल्लू की तरफ, है ना, तो एक महीना, 2 महीना स्मगलिंग नहीं होती थी। अच्छा, हाँ, ये हमको रिपोर्ट्स आती थी, बंद हो जाता, एनसीबी वाले कब, कहाँ पे, अब किसका नंबर लग गया। अंडरकवर ऑपरेशन करते थे टू वेरीफाई द इंटेलिजेंस, एक पर्टिकुलर जगह का प्रोफाइलिंग करके। मेरा तो काम यही था, मैं तो इसमें आई एम एक्सपर्ट इन अंडरकवर ऑपरेशंस। दो हमारे यहाँ इसको थोड़ी मान्यता नहीं है ना, लेकिन पुलिस भी करती है, अंडरकवर ऑपरेशन सारे करते हैं, करने पड़ते हैं, है ना। बट लाइक इन अमेरिका, द अंडरकवर ऑपरेशंस आर लीगल। हाँ, वो तो प्रॉपर कोर्ट्स हैं, दे आर एडमिसिबल, UC1, UC2। बट यहाँ पे भी हमको, अगर इफ आई हैव टू वेरीफाई एन इंटेलिजेंस, इफ समबडी हैज गिवन यू अ जनरल इंटेलिजेंस दैट लुक, दिस इज एन एरिया where this is being cultivated, this much of production could be there, this much of drug must be there in this village, or a cluster of villages. So ਤੁਸੀਂ ਜਾਂਦੇ ਸੀ ਅੰਡਰ ਕਵਰ ਬਣ ਕੇ? Then I used to go undercover, yes, पेस बदल के सारा, बिल्कुल 101%। I've been a very good actor that way। Oh, yes।
आई मीन टेकिंग I remember you told me once कि Leo जा रहे सी and you were following Leo up and then eventually you will just turn up हाँ 180 degrees and you would like हाँ taken aback है ना? अब वो वही लोग, उनमें से कई लोग होंगे जो पॉलिटिशियंस के नजदीक भी होंगे, पॉलिटिक्स में भी होंगे, हम्म, है ना? तो अब उनको ओपी शर्मा कुछ और नजर आता होगा, हम्म। तो कहते होंगे ये तो वही था जो, है ना, इस तरह से आता। बहुत डेडिकेशन है, बहुत रिमार्केबल, यू नीड अ लॉट ऑफ विल भी चाहिए, द विल पीपल हु आर चाहिए ਜਿਹੜੇ ਲੋਕ ਇਸ ਕੰਮ ਚ ਨੇ, ਚਾਹੇ ਉਹ ਇਨਫੋਰਸਮੈਂਟ ਚ ਨੇ, ਚਾਹੇ ਉਹ ਡੀ ਐਡਿਕਸ਼ਨ ਚ ਨੇ, ਚਾਹੇ ਉਹ ਪਾਲਿਸੀ ਫਾਰਮੇਸ਼ਨ ਚ ਨੇ, ਦੇ ਨੀਡ ਟੂ ਬੀ ਡਰਿਵਨ ਬਾय ਪੈਸ਼ਨ सर ਮੋਰ ਦੈਨ हाँ ਉਹੀ ਜਿਹੜੀ ਤੁਸੀਂ ਗੱਲ ਕਹੀ ਵੀ ਸ਼ਾਇਦ ਤੁਹਾਨੂੰ ਸਿਰਫ ਆਪਣੀ ਨੌਕਰੀ ਨਹੀਂ ਕਰਨੀ ਹੈ, ਜੌਬ ਨਹੀਂ ਕਰਨੀ ਹੈ, ਬਿਕੋਜ਼ ਦਿਸ ਇਜ਼ ਅ ਸਰਵਿਸ ਐਂਡ ਟੂ योर ओन ਸੈਟੀਸਫੈਕਸ਼ਨ। यू आर स्पेशल पीपल एंड यू आर मेड लाइक दैट। भगवान ने आपको ऐसे रुतबे पे बिठाया सर, हम्म, है ना? तो काम भी स्पेशल करो ना, हम्म, टीचे काम क्यों करते हो यार, हम्म, है नहीं? एंड यू हैव टू गो आउट ऑफ योर कंफर्ट जोन, हम्म, है ना? 7 दिन माधोपुर में हम लोग सिर्फ इस बात को प्रोफाइलिंग करने के लिए बैठे रहे सड़क पे, और वहीं पे नहाना धोना हमने कैनाल में, है ना, नहर के पास वहां पे, है ना, और टूरिज्म का वहां था, वहां टॉयलेट्स वगैरह यूज करने वहां चले जाते थे हम लोग। लेकिन हम लोग सिर्फ एक पर्टिकुलर स्टेट की कितनी गाड़ियां जा रही हैं इसको प्रोफाइलिंग करने के लिए 6 दिन बैठे रहे। और मैंने दफ्तर के सारे काम, क्योंकि डीडी और रिस्पॉन्सिबिलिटी भी मेरे पास थी, एडमिनिस्ट्रेटिव जॉब भी मेरे पास है, इन्फोर्समेंट में मेरे पास एवरीथिंग, और मैं बोनट पे अपना दफ्तर भी चला रहा हूँ। एंड दिस इज व्हाट वी आर डूइंग एंड स्टेइंग देयर फॉर 7 days एंड देन मेकिंग अ प्रोफाइल। ये मोमेंट्स है ऐसे ऐसे करके, फिर आपका इंटेलिजेंस बिल्डअप होता है ना? फिर आप प्लान करते हो, फिर आप टारगेट करते हो, उसमें अंडरकवर भी करना पड़ सकता है आपको पहले जा करके टू वेरीफाई, है ना, कि आपका जो जनरल जो इंटेलिजेंस आया, अब आपने इसको स्पेसिफिकली वेरीफाई करना था, somebody हैज टू टेक अ लीड। तो आपको जान हथेली पे रख के जाना तो पड़ेगा ना, किसी somebody विल गो, और जाते हैं लोग, और ऐसे कई लोग हैं। पंजाब पुलिस के अंदर ऐसे ऐसे जाबाज लोग हैं, अगर उनको दे दिया जाए ये काम करने का, वो साफ कर दे। मैं बता रहा हूँ आपको, ਇਨਫੈਕਟ ਮੈਂ ਇੱਕ ਦਿਨ ਗੱਲ ਕਰ ਰਿਹਾ ਸੀ ਅਸੀਂ they are so strong। पंजाब पुलिस is otherwise is a beautiful force। ਮੈਂ मैंने देखा, ਮੈਂ ਤੁਹਾਡੇ ਨਾਲ ਇੱਕ ਦਿਨ ਗੱਲ ਕਰ ਰਿਹਾ ਸੀ ਫੋਨ ਤੇ, ਐਂਡ ਯੂ ਟੋਲਡ ਮੀ ਦਿਸ ਥਿੰਗ, ਬਿਕੋਜ਼ ਅਸੀਂ ਲੋਕ ਸਮਟਾਈਮਸ ਰੀਜ਼ਨੇਬਲੀ ਐਂਡ ਸਮਟਾਈਮਸ ਨੈਸੈਸਰੀਲੀ ਐਂਡ ਸਮਟਾਈਮਸ ਅਨਰੀਜ਼ਨੇਬਲੀ ਆਲਸੋ ਕ੍ਰਿਟੀਕਲ, हाँ ਠੀਕ ਹੈ ਨਾ, ਮੈਨੂੰ ਲੱਗਦਾ ਹੈ ਸਮਟਾਈਮਸ ਵੀ ਗੋ, नहीं नहीं positive ਬਟ ਤੁਸੀਂ ਯੂ ਵੈਰੀ ਯੂ ਸਪੋਕ ਵੈਰੀ ਹਾਈ ਅਬਾਊਟ ਪੰਜਾਬ ਪੁਲਿਸ, ਹਮੇਸ਼ਾ। ਵਾਟ ਹੈਜ਼ ਬੀਨ ਯੂਰ ਐਕਸਪੀਰੀਅੰਸ ਅਬਾਊਟ ਇਨ ਟਰਮਸ ਆਫ ਜੇ ਕ੍ਰਾਈਮ ਨੂੰ ਇਫੈਕਟਿਵਲੀ ਕਰਬ ਕਰਨਾ ਹੈ, ਚਾਹੇ ਸਮਗਲਿੰਗ ਹੈ ਚਾਹੇ ਕੋਈ ਹੈ, ਸੋ ਦੇ ਆਰ ਦ ਫੋर्स टू गो। देखिए, मुझे लगता है कि 2-3 केसेस, एक 1100 ग्राम का एक केस था जिसमें ये हमारे से केस स्नैच कर दिया गया, और एक मेरा ऐसा किसी और सेंट्रल एजेंसी के साथ भी एक ऐसा अनुभव रहा है कि जिसमें वो लोग प्रिवेल कर गए, और उसमें किसी मेरे बड़े टॉप लेवल के बॉस ने हड़का दिया मुझे, तो इसी डिपार्टमेंट का हो गया, ऐसे करता है, हैंड ओवर दिस केस टू अस, हमें बनाने दो। हमने कहा चलिए आप ही बना दिए, बट देन आई डिड अ जस्टिस। 2 नाइजीरियन के पेट से हमने लगभग 1-1 किलो हेरोइन रिकवर कर दी, पेट से, रेक्टम से निकाली थी अगले दिन, ठीक है? नाइजीरियंस के, हाँ जी, और वो बिल्कुल बॉर्डर पे, ठीक है, कस्टम्स के एरिया के अंदर हमने पकड़ी थी। ये पंजाब था कि और सब? पंजाब अटारी बॉर्डर पे, अच्छा, ठीक है, पाकिस्तान से आ रहे थे, वो इंटेलिजेंस बड़ी तगड़ी थी। अब अगले दिन वही हो गया, कस्टम्स वाले बोले हमको भी इसमें बुला दो, जैसे आसरो में हुआ, है ना? आसरो में तो थोड़ी दिक्कत ये होगी ना कि वन ऑफ द ऑफिसर सेड कि आई विल सी हाउ यू ऑपरेट इन पंजाब। आरपी सिंह साहब ने थोड़े मुझसे बड़े कड़े शब्दों में बात करी, उसका मुझे बड़ा आई वाज लिटरली लाइक आई वाज ब्रोकन एट द टाइम, कि जो सिस्टर एजेंसी जिसको आपको मदद करना चाहिए, तो मुझे थ्रेट कर रहे हो यार, है ना? तो वो एक बड़ा मेरा बड़ा बुरा सा अनुभव रहा। हालांकि मैंने बात मानी नहीं, हमने कहा फिर ठीक है, अब हम घर बैठ जाएंगे, वापस चले जाएंगे, और क्या है, यही हो सकता है, क्या है, जो भी हुआ देखा जाएगा, ठीक है ना? बट वी डिड, हमने सीजर करा अल्टीमेटली, है ना? तो वहां भी कस्टम्स वाले वो हो गए इस तरह से, तो चलिए मैंने, बट देन आई सेड कि यार व्हाई कस्टम्स है, हमने कहा एक सीजर हम कस्टम्स को देंगे और एक हम पंजाब पुलिस को देंगे। अच्छा, व्हाई? क्योंकि बहुत सारे ऑपरेशन से पंजाब पुलिस बहुत अच्छे तरीके से सपोर्ट किया, एनसीबी को बहुत सपोर्ट किया है। काउंटर डिटेक्टिव भी एक डिपार्टमेंट होता है ना, काउंटर इंटेलिजेंस, हाँ काउंटर इंटेलिजेंस, हाँ, उसमें एक ऑफिसर थे, सिख ऑफिसर थे, इकबाल, मिस्टर इकबाल करके पूरा नाम मुझे याद है, इकबाल प्रीत सहोता शायद, नहीं, काफी सीनियर थे, मतलब सीनियर मैंने एज में भी सीनियर थे। अच्छा, हाँ, वंडरफुल ऑफिसर, काम करके मजा आता था, है ना? आपको कुछ भी चाहिए, ही विल मैनेज एवरीथिंग, राइट? अच्छा, एक बार
हम किसी एलईटी के किसी बंदे के ऊपर काम करना था। ह्यूज क्वांटिटी ऑफ ड्रग वाज देयर समवेयर इन कश्मीर। तो पता चला उनको, एक मिस्टर बसरा करके थे, डीआईजी थे। हाँ जी, डू यू नो हिम? जी जी जी, बसरा। मिस्टर बसरा। तो उनको पता चला कि वो एक ओपी शर्मा है, कोई ठीक ऑफिसर आया है, मतलब, है ना। तो मुझे ਉਹਨਾਂ ਦਾ ਸੁਨੇਹਾ ਆ ਗਿਆ ਕਿ ਤੁਸੀਂ ਆਓ ਜੀ, ਤੁਹਾਡੇ ਕੋਲ ਟਾਈਮ ਹੈ ਤੇ ਇੱਥੇ ਆਓ, ਹੈ ਨਾ, ਅਸੀਂ कुछ गल करते हैं। तो आई वेंट टू हिज ऑफिस, मजा आ गया उनसे बात करके। इसको करना है, कैसे करें? तो हमने कहा ठीक है, करते हैं। तो प्लान, बट वो बाद में क्या हुआ, होना अंडरकवर था, लेकिन बाद में हुआ ये कि वो लोग वहां से जम्मू कश्मीर को छोड़ करके बाहर आने के लिए राजी नहीं, है ना। दे डिडंट एग्री। जो स्मगलर थे, है ना। हाँ, अगर वो आते निकलते फिर ही आप कुछ करते ना पंजाब। बट दे लिंक्ड विद द टेरर ऑर्गेनाइजेशंस। ओके, एलईटी के साथ जुड़े हुए थे। तो ड्रग और टेररिज्म वहीं पे थ्राइव करता है जहाँ पे समाज से सपोर्ट भी मिलती है ना। तो कश्मीर को छोड़ते नहीं वो, इधर नहीं आते ना, इसीलिए अटैक वहीं करेंगे ना जहाँ जहाँ पे कोस्टल एरिया है। मुंबई में कर लिया, कहीं कर लिया, है ना, ज्यादातर। और यहाँ पे ऐसा कंसंट्रेशन जहाँ पे उनको सपोर्ट मिलता है जी। सो गवर्नमेंट का काम है कि सपोर्ट जो है, नार्को टेररिज्म इज अ थ्रेट फॉर रियल। ये तो नजर आ रहा हैगा, पूरी दुनिया में। बहुत सोच समझ के, बहुत प्लान करके, कमजोरियां ਦਾ फायदा चुक के, यू नो हाउ दे आर पुशिंग ड्रग्स टू फंड द टेरर एक्ट्स नाउ। बिल्कुल, हमारे पैसे उसी में जा रहे हैं, हमारे जवान शहीद हो रहे हैं, है ना। आप सोचिए ना, कितना हवाला ट्रांजैक्शंस हो रही है, कितना लॉ का, हमारी लॉ की धज्जियां उड़ रही हैं, ये सारी चीजें हो रही है ना। सो आई थिंक वी शुड हैव एंड वी हैव अ कॉम्प्रिहेंसिव प्लान। ऐसा नहीं है, जब भी कोई बड़ा सीजर हुआ है तो एनआईए ने टेक ओवर किया है, उसमें इन्वेस्टिगेशंस भी होती है। बट आप व्हेन यू टेक अप द मैटर्स, अब जैसे आबाद अली वाला मैटर हमने हेडक्वार्टर्स के, एनसीबी हेडक्वार्टर्स के थ्रू, मिनिस्ट्री ऑफ एक्सटर्नल अफेयर्स के थ्रू, पाकिस्तानी गवर्नमेंट के साथ हमने उठाया। एक दो बार तो इंडो पाक मीटिंग्स में आई रिप्रेजेंटेड एनसीबी विद द बीएसएफ। पाकिस्तान साइड भी रहा गया मैं, इंडियन साइड में भी करा। वी टुक अप दिस मैटर कि आप उसको एक्सट्राडिट करो, हमें दो। ये अलग बात है, कोई भी कंट्री, खासकर पाकिस्तान जैसी कंट्री, तो कहाँ भेजते हैं वो लोग, वो एक्सट्राडिट नहीं करेंगे, है ना। लेकिन मैकेनिज्म ऑलरेडी है, लेकिन जहाँ हो जाए वहाँ हो जाए, अदरवाइज होता नहीं है ना। तो बेस्ट चीज़ है सर कि अपनी आवाम को, अपने लोगों को इतना समझा दो, इतना अच्छा रख लो, है ना, कि वो इसमें ना फंसे। फिर चाहे जितना मर्जी मटेरियल, तो आप रॉकेट भेज दो, आप जो मर्जी भेजना भेज दो, इट डजंट मैटर, उसका कोई वैल्यू नहीं होगा, है ना। वी हैव टू विन ओवर द हार्ट्स ऑफ आवर पीपल, दिस वेरी इंपॉर्टेंट। That's the punchline That's for this discussion. Sharish Sharma ji, बहुत बहुत धन्यवाद. Thank you so much. Thank you so much for this extended conversation. Thank you.